ਦੰਦ ਨਹੀਂ ਆ। ਚਲੋ ਸਾਡੀ ਹੋਈ, ਅਸੀਂ ਇੱਕ ਦੂਜੇ ਤੋਂ ਮਾਫੀ ਮਾਰ ਮੰਗ ਕੇ ਇੱਕ ਦੂਜੇ ਨਾਲ ਸੁਲ੍ਹਾ ਕਰਕੇ ਅੱਗੇ ਟੁਰ ਪਏ ਨਾ, ਅਸੀਂ ਅੱਗੇ ਟੁਰ ਪਏ ਨਾ। ਅੱਛਾ, ਉਹ ਬੈਠਾ ਹੈ, ਇਹ ਹੈ ਮੁਹੰਮਦ ਅਹਿਮਦ ਜੱਟ, ਉਹ ਬੰਦਾ ਹੈ ਜਿਹਨੇ ਜਮਾਤ ਦੇ ਵਿੱਚ ਗਾਲਾਂ ਕੱਢਣ ਦਾ, ਅਹਿਮਦੀਆਂ ਨੂੰ ਗਾਲਾਂ ਕੱਢਣ ਦਾ ਇਹ ਕਲਚਰ ਲੈ ਕੇ ਆਇਆ ਸੀ ਇਹ ਬੰਦਾ, ਠੀਕ ਹੈ। ਇਹਨੇ ਗਾਲਾਂ ਮਾਵਾਂ ਭੈਣਾਂ ਦੀਆਂ ਬਿਲਾ ਵਜ੍ਹਾ ਕੱਢੀਆਂ ਸਨ, ਗੁੱਡੂ ਤੋਂ ਵੀ ਕਢਾਈਆਂ ਸਨ। ਅੱਜ ਵੀ ਗੁੱਡੂ ਨੇ ਪਹਿਲੋਂ ਗਾਲਾਂ ਕੱਢਣਾ ਸ਼ੁਰੂ ਕੀਤੀਆਂ ਨੇ, ਅੱਜ ਵੀ ਗੁੱਡੂ ਗਾਲਾਂ ਕੱਢ ਰਿਹਾ ਸੀ। ਮੈਂ ਸਿਰਫ ਇੰਨਾ ਕੁ ਕਿਹਾ ਕਿ ਤਾਹਰ ਅਠਵਾਲ ਭਾਈ ਨੂੰ ਇਹ ਕਹਿਣਾ ਉਹਨਾਂ ਦੀ ਅੱਖ ਨਹੀਂ, ਉਹਨਾਂ ਦੀ ਲੱਤ ਨਹੀਂ, ਉਹਨਾਂ ਦਾ ਇਹ ਨਹੀਂ, ਉਹਨਾਂ ਦਾ ਇਹ ਨਹੀਂ, ਫਿਰ ਉਹਨਾਂ ਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ, ਇਹ ਹਰਾਮੀ ਬੰਦਾ ਹੈ। ਕਿਹੜੀ ਸ਼ੈ ਜਿਹੜੀ ਇਹਨਾਂ ਨੂੰ ਜ਼ਰੂਰਤ ਹੈ, ਉਹਨਾਂ ਕੋਲ ਜਿਹੜੀ ਚਾਹੀਦੀ ਹੈ, ਜਿਹੜੀ ਉਹਨਾਂ ਦੀ ਪੂਰੀ ਨਹੀਂ ਹੈ ਔਰ ਇਸਤੇਮਾਲ ਨਹੀਂ ਦੇ ਵਿੱਚ ਨਹੀਂ ਆ ਰਹੀ ਇਹਨਾਂ ਦੇ, ਤੂੰ ਕੀ ਲੱਭ ਰਿਹਾ? ਤੂੰ ਮੁੰਡਾ ਲੱਭ ਰਿਹਾ, ਵਾਈ ਲੱਭ ਰਿਹਾ, ਤੈਨੂੰ ਮਸਲਾ ਕੀ ਹੈਗਾ? ਤੂੰ ਕਿਉਂ ਤੂੰ ਚੈੱਕ ਕਰ ਰਿਹਾ? ਬੁਰੀ ਗੱਲ ਹੈ ਨਾ, ਏਦਾਂ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ। ਕੋਈ ਵੀ ਮਜ਼ਦੂਰ ਹੋ ਸਕਦਾ ਹੈ, ਅੱਲਾਹ ਤਾਲਾ ਮਾਫ ਕਰੇ। ਜ਼ਿੰਦਗੀ ਦੇ ਵਿੱਚ ਕਿਸੇ ਦਾ ਕੀ ਪਤਾ ਸਵੇਰੇ ਅਸੀਂ ਹੋਣਾ ਨਹੀਂ ਹੋਣਾ। ਇਹ ਮੁਹੰਮਦ ਅਹਿਮਦ ਉੱਥੇ ਬੈਠਾ ਹੈ, ਇਹਨੇ ਇੱਕ ਵਾਰੀ ਨਹੀਂ ਉਹਨੂੰ ਮਨਾ ਕੀਤਾ। ਇੱਕ ਵਾਰੀ ਨਾ ਉੱਥੇ ਕਾਇਦ ਆਰਟਿਕ ਨੇ ਨਾ ਖਾਨਾ ਕਾਬਾ ਨੂੰ ਡਾਇਰੈਕਟ ਗਾਲ ਕੱਢ ਦਿੱਤੀ। ਇਹ ਉਸ ਟਾਈਮ ਵੀ ਉੱਥੇ ਬੈਠਾ ਸੀ, ਮੁਹੰਮਦ ਅਹਿਮਦ ਤੇ ਅਲੀਮ। ਮੈਂ ਜੇ ਬੋਲਿਆ ਅੱਗੂ ਤਾਂ ਮੈਨੂੰ ਥੱਲੇ ਲਾ ਕੇ ਨਾ, ਇਹ ਮੁਹੰਮਦ ਅਹਿਮਦ ਦਾ ਜਿਹੜਾ ਬਗੈਰਤ ਹੈ, ਇਹਦੀ ਔਲਾਦ ਵੀ ਅਗਲੀ ਬਗੈਰਤ, ਮੈਨੂੰ ਪਤਾ ਹੈ ਬਗੈਰਤ ਬੰਦੇ ਦੀ ਬਗੈਰਤ ਔਲਾਦ ਹੀ ਹੁੰਦੀ ਹੈ। ਇਹਨੇ ਉਲਟਾ ਮੈਨੂੰ ਇਸਕੋ ਕਿਸਨੇ ਉਠਾਇਆ? ਉਹ ਤੂੰ ਮਾਮੇ ਖਾ ਇੰਨਾ ਪੜਿਆ ਲਿਖਿਆ ਨਹੀਂ ਹੈਗਾ, ਤੇਰੀ ਇੰਨੀ ਔਕਾਤ ਨਹੀਂ ਹੈਗੀ ਤੂੰ ਮੈਨੂੰ ਗੱਲ ਕਰੇ। ਇੱਥੇ ਕਦੀ ਕਹਿਣ ਆ ਕੇ ਵੇਖ ਮੈਨੂੰ, ਤੈਨੂੰ ਸਮਝ ਆਵੇ। ਪਰ ਮੈਂ ਬਗੈਰਤ ਨਹੀਂ ਆ, ਤੂੰ ਬਗੈਰਤ ਹੈ ਮੁਹੰਮਦ ਅਹਿਮਦ। ਤੂੰ ਉਸ ਟਾਈਮ ਵੀ ਬਕਵਾਸ ਦਿਆ ਹੈ, ਉੱਥੇ ਬਹਿ ਕੇ ਗਾਲ ਸੁਣ ਲੈਂਦੇ। ਖਾਨਾ ਕਾਬਾ ਨੂੰ ਕਾਇਦਾ ਗਾਲਾਂ ਕੱਢਦਾ ਰਿਹਾ ਤੇ ਤੂੰ ਉੱਥੇ ਬਹਿ ਕੇ ਗਾਲਾਂ ਸੁਣਦਾ ਰਿਹਾ। ਅੱਜ ਵੀ ਤੂੰ ਉੱਥੇ ਬਹਿ ਕੇ ਅਲੀ ਅਕਬਰ ਦੀਆਂ ਗਾਲਾਂ ਸੁਣਦਾ ਰਿਹਾ, ਇਹਨਾਂ ਦੇ ਉੱਤੇ ਪਰਸਨਲ ਅਟੈਕ ਕਰਦਾ ਰਿਹਾ। ਟਵਾਲ ਭਾਈ ਦੇ ਉੱਤੇ ਲੱਤ ਨਹੀਂ, ਅੱਖ ਨਹੀਂ, ਉਂਗਲੀਆਂ ਨਹੀਂ, ਤੇ ਤੂੰ ਉੱਥੇ ਬਹਿ ਕੇ ਜਮਾਤ ਨੂੰ ਟਾਰਗੇਟ ਕਰਦਾ ਰਿਹਾ। ਤੇ ਤੂੰ ਕਹਿੰਦਾ ਅਸੀਂ ਚੁੱਪ ਕਰਕੇ ਬਹਿ ਜਾਈਏ, ਤੇ ਅਸੀਂ ਚੁੱਪ ਕਰਕੇ ਅਸੀਂ ਤੇਰੀ ਧੀ ਪੁੱਤਰ ਤੇਰੀ ਦਸੀਏ ਨਾ ਕਿ ਬਗੈਰਤ, ਇਹਦੀ ਵਾਲਦਾ ਬਗੈਰਤ, ਇਹਦੇ ਬੱਚੇ ਬਗੈਰਤ ਨੇ, ਅਸੀਂ ਨਾ ਦਸੀਏ ਹੈ? ਨਾ ਦਸੀਏ ਅਸੀਂ? ਉਹ ਯਾਰ ਤੁਸੀਂ ਕਿਵੇਂ ਦੇ ਲੋਕ ਹੋ? ਇਹ ਅਹਿਮਦ ਜੱਟ, ਮੈਂ ਇਹਦੇ ਨਾਲ ਬਹਿੰਦਾ ਸੀ, ਇਹਨੇ ਮਾਵਾਂ ਭੈਣਾਂ ਦੀਆਂ ਗਾਲਾਂ ਕਢਵਾਈਆਂ, ਗੁੱਡੂ ਤੋਂ ਕਢਵਾਈਆਂ, ਖੁਦ ਕੱਢੀਆਂ, ਅਲੀ ਅਕਬਰ ਨੇ ਖੁਦ ਕੱਢੀਆਂ। ਜਮਾਤ ਵਿੱਚ ਪਹਿਲੀ ਵਾਰੀ ਕਿਸੇ ਅਹਿਮਦੀ ਨੂੰ ਗਾਲ ਕੱਢੀ ਏ ਟਿਕਟਾਕ ਦੇ ਉੱਤੇ, ਉਹ ਮੁਹੰਮਦ ਅਹਿਮਦ ਜੱਟ ਸੀਗਾ। ਉਹ ਮੈਨੂੰ ਕਹਿ ਰਿਹਾ ਕਿ ਨਬੀ ਪਾਕ ਦੀ ਗੁਸਤਾਖੀ। ਉਹ ਤੂੰ ਵੱਡਾ ਗੁਸਤਾਖ ਹੈ। ਅਲੀ ਅਕਬਰ ਕੋਲ ਬੈਠਾ ਹੋਇਆ ਤੂੰ, ਅੱਲਾ ਦੇ ਬੰਦਿਆ। ਉਹ ਅਲੀ ਅਕਬਰ ਜਿਹੜਾ ਅਜੇ ਵੀ ਕਹਿੰਦਾ ਹੈ ਕਿ ਮੈਂ ਤੋਬਾ ਰੋਜ਼ਾ ਰਸੂਲ ਦੇ ਉੱਤੇ ਕਹਿੰਦਾ ਮੈਂ ਪਿਸ਼ਾਬ ਕਰਾਂ, ਤੂੰ ਉਹਦੇ ਕੋਲ ਬੈਠਾ ਹੋਇਆ, ਤੈਨੂੰ ਉਹ ਗੁਸਤਾਖ ਨਹੀਂ ਨਜ਼ਰ ਆਉਂਦਾ? ਤੈਨੂੰ ਅਸੀਂ ਗੁਸਤਾਖ ਨਜ਼ਰ ਆ ਰਹੇ ਹਾਂ ਹੈ? ਅਸੀਂ ਮੰਨਦੇ ਹਾਂ ਕਿ ਉਹਨਾਂ 6 ਸਾਲ ਦੀ ਉਮਰ ਵਿੱਚ ਨਿਕਾਹ ਕੀਤਾ ਸੀ ਉਹਨਾਂ ਦੇ ਨਾਲ, ਅਸੀਂ ਤਾਂ ਮੰਨਦੇ ਹੀ ਨਹੀਂ ਹੈਗੇ ਇਹ ਗੱਲ। ਤੇ ਤੇਰੀਆਂ ਇੰਨੀਆਂ ਗੁਸਤਾਖੀਆਂ ਨੇ ਬਗੈਰਤਾ, ਤੂੰ ਸਾਨੂੰ ਦੱਸਣ ਲੱਗਾ ਇੱਥੇ ਬਹਿ ਕੇ। ਅੱਛਾ, ਉਹਦੀ ਮਾਂ ਨੂੰ ਗੱਲ ਕਰਤੀ, ਉਹਦੀ ਮਾਂ ਨੂੰ। ਤੇ ਉਹ ਜਿਹੜਾ ਬਹਿ ਕੇ ਉੱਥੇ ਕਹਿ ਰਿਹਾ ਹੈ ਕਿ ਇਹਨਾਂ ਦੀਆਂ ਮਾਵਾਂ ਜਿਹੜੀਆਂ ਨੇ ਉਹ ਜ਼ਾਨੀਆਂ ਨੇ, ਉਹ ਹਰਾਮੀ ਨੇ, ਉਹ ਤੈਨੂੰ ਜਾਨੀ ਨਜ਼ਰ ਨਹੀਂ ਆਇਆ? ਤੇਰੀ ਮਾਂ ਜ਼ਾਨੀ ਹੈ? ਤੇਰੀ ਮਾਂ ਜ਼ਾਨੀ ਹੈ? ਤੂੰ ਦੱਸ ਮੈਨੂੰ। ਉਹ ਜਿਹੜਾ ਅਲੀ ਅਕਬਰ ਕਹਿ ਰਿਹਾ ਕਿ ਅਹਿਮਦੀਆਂ ਦੀਆਂ ਮਾਵਾਂ ਜ਼ਾਨੀਆਂ ਨੇ, ਤੇ ਤੇਰੀ ਮਾਂ ਜ਼ਾਨੀ ਹੈ? ਮੈਨੂੰ ਤੂੰ ਦੱਸ ਜਾਨੀ। ਤੈਨੂੰ ਬੜੀ ਗੈਰਤ ਆਈ? ਉਹ ਤੇਰੀ ਮਾਂ ਜ਼ਾਨੀ ਹੈ? ਪਹਿਲਾਂ ਮੰਨ ਮੇਰੀ ਮਾਂ ਜ਼ਾਨੀ ਹੈ। ਮੈਂ ਤਾਂ ਕਵਾਂਗਾ ਨਾ ਕਿ ਇਹਦੀ ਮਾਂ ਨੇ ਮਹੱਲੇ ਨੂੰ ਖੁਸ਼ ਕੀਤਾ ਹੋਇਆ ਅਲੀ ਅਕਬਰ ਨੇ। ਅਗਰ ਅਹਿਮਦੀਆਂ ਦੀਆਂ ਮਾਵਾਂ ਜ਼ਾਨੀਆਂ ਨੇ ਤੇ ਇਹਦੀ ਮਾਂ ਨੇ ਪੂਰਾ ਮਹੱਲਾ ਖੁਸ਼ ਕੀਤਾ ਹੋਇਆ। ਉੱਥੇ ਕੱਲੀ ਰਹਿੰਦੀ ਹੈ, ਤੂੰ ਕੱਲੀ ਨੂੰ ਪੂਰਾ ਮਹੱਲਾ। ਉਹ ਭਾਈ ਮੈਂ ਉਦੋਂ ਦਾ ਬੋਲਣ ਦਿਆ ਮਿਊਟ ਕਰਕੇ ਬੋਲੀ ਆਉਂਦੇ, ਮੈਂ ਤੈਨੂੰ ਉਦੋਂ ਦਾ ਮੋੜਨ ਦਿਆ ਕਿ ਬਸ ਕਰ। ਉਹ ਮੇਰਾ ਮਿਊਟ ਹੀ ਉਦੋਂ ਦਾ ਮੈਂ ਹੁਣ ਵੇਖਿਆ। ਬਸ ਕਰ ਯਾਰ, ਗੱਲ ਹੋ ਗਈ, ਬਸ ਕਰ। ਅਠਵਾਲ ਭਾਈ ਨੂੰ ਟਾਰਗੇਟ ਕੀਤਾ, ਫਿਰ ਅਹਿਮਦੀਆਂ ਦੀਆਂ ਮਾਵਾਂ ਨੂੰ ਟਾਰਗੇਟ ਕੀਤਾ ਇਸ ਬੰਦੇ ਨੇ ਉੱਥੇ ਬਹਿ ਕੇ। ਜਦੋਂ ਇੱਕ ਗੱਲ ਮੁੱਕ ਗਈ, ਛੱਡੋ ਕੋਈ ਨਹੀਂ ਗੱਲ, ਮੈਂ ਕਿਉਂ ਇਹ ਗੱਲ ਕੱਢ ਰਿਹਾ ਹੈ? ਚਲੋ ਕੋਈ ਨਹੀਂ ਗੱਲ, ਠੀਕ ਹੈ, ਕੋਈ ਨਹੀਂ, ਮੈਂ ਤੇ ਚੱਲਾਂ, ਮੈਨੂੰ ਕੰਮ ਹੈ, ਕੋਈ ਨਹੀਂ, ਮੈਂ ਤੇ ਮੋੜਨ ਦਿਆਂ ਕਿ ਨਾ ਕਰ। ਅਸੀਂ ਕਹਿੰਦੇ ਆ ਮੁਹੰਮਦ ਜ਼ਾਹਦ ਜਿਹੜਾ ਹੈਗਾ, ਉਹਦਾ ਜਿਹੜਾ ਮੁਹੰਮਦ ਜ਼ਾਹਦ ਸ਼ੇਰੂ ਹੈ, ਉਹਦਾ DNA ਗਲੀ ਦੇ ਕੁੱਤੇ ਨਾਲ ਮਿਲਦਾ ਹੈ, ਤਾਂ ਮਿਲਦਾ ਹੈ, ਇਸ ਲਈ ਉਹ ਕੁੱਤਾ ਹੈ। ਠੀਕ ਹੈ ਭਾਈਜਾਨ, ਐਵੇਂ ਨਹੀਂ ਹੁੰਦਾ ਹੈਗਾ। ਉਹਨਾਂ ਨੂੰ ਆਦਤ ਗਾਲਾਂ ਗੁਲਾ ਕੱਢਣ ਦੀ, ਕੱਢਣ ਦੀਆਂ ਗਾਲਾਂ, ਕੋਈ ਜ਼ਰੂਰਤ ਨਹੀਂ ਆ ਤੈਨੂੰ ਜਵਾਬ ਦੇਣ ਦੀ। ਕਿਉਂ ਕਰਦੇ ਜਵਾਬ ਦਿੰਦਾ? ਮੈਂ ਜਵਾਬ ਨਹੀਂ ਦਿੱਤਾ, ਮੈਨੂੰ ਗੁੱਡੂ ਨੇ ਪਹਿਲੋਂ ਗਾਲਾਂ ਕੱਢਣਾ। ਮੈਂ ਇੱਥੇ ਵੀ ਗੱਲ ਕਰਨ ਆਇਆ ਤਾਰ ਭਾਈ ਦੇ ਨਾਲ। ਨਹੀਂ ਜਵਾਬ ਦੇਣ ਦੀ ਜ਼ਰੂਰਤ ਨਾ, ਕੀ ਜ਼ਰੂਰਤ ਹੈ ਸਾਨੂੰ ਜਵਾਬ? ਮੈਂ ਕੀ ਕਰਾਂ? ਗੁੱਡੂ ਨੇ ਇੱਥੇ ਬਹਿ ਕੇ ਕੱਢਣ ਤਾਰ ਭਾਈ ਰਿਕਾਰਡਿੰਗ ਦੇਖਣ ਕਿਨੇ ਪਹਿਲੋਂ ਗਾਲ ਕੱਢੀ ਹੈ, ਦੇਖਣ ਇੱਥੇ ਅੱਜ ਖੁਦਾ ਦੀ ਕਸਮ ਮੈਂ ਤਾਰ ਭਾਈ ਕੋਲ ਆਇਆ। ਮੈਂ ਕਿਹਾ ਤਾਰ ਭਾਈ ਉਹਨੇ ਜ਼ੁਲਮ ਕੀਤਾ ਹੈ, ਹਰਾਮੀ ਹਰਕਤ ਕੀਤੀ ਹੈ। ਗੁੱਡੂ ਨੇ ਮਾਂ ਪਹਿਲਾਂ ਗਾਲਾਂ ਕੱਢਣਾ ਸ਼ੁਰੂ ਕਰਤੀਆਂ। ਅੱਛਾ, ਪਹਿਲੇ ਉਹਨੇ ਮੇਰੀ ਜਾਨ ਦੀ ਆਈਡੀ ਤੋਂ ਬੈਠਾ ਸੀ, ਉਹਨੇ ਮਾਂ ਭੈਣ ਦੀਆਂ ਗਾਲਾਂ ਕੱਢਣਾ ਸ਼ੁਰੂ ਕਰਤੀਆਂ। ਅੱਛਾ, ਮੈਨੂੰ ਨਹੀਂ ਪਤਾ ਫਿਰ ਕੀ ਚੱਕਰ ਹੋਇਆ ਮੈਨੂੰ, ਕਿਉਂਕਿ ਮੈਂ ਤਾਂ ਵੇਖਿਆ ਨਹੀਂ ਕੀ ਹੋਇਆ। ਲੇਕਿਨ ਚਲੋ
ਰਾਣਾ ਉਹਦੇ ਸਾਹਿਬ ਵਿੱਚ ਉਹ ਵੀ ਇੱਥੇ ਦੇਖੋ ਉਹਨਾਂ ਨੇ ਗਾਲਾਂ ਕੱਢੀਆਂ ਨੇ, ਤਾਰ ਭਾਈ ਨੂੰ ਕੱਢੀਆਂ ਨੇ ਗਾਲਾਂ। ਇਹ ਮੁਹੰਮਦ ਅਹਿਮਦ ਉੱਥੇ ਬੈਠਾ ਸੀ, ਇਹ ਅਹਿਮਦ ਜੱਟ ਉੱਥੇ ਬੈਠਾ ਸੀ। ਉਹਨੇ ਫਿਰ ਕਿਹਾ ਅਹਿਮਦੀਆਂ ਦੀਆਂ ਜਿਹੜੀਆਂ ਮਾਵਾਂ ਨੇ ਨਾ ਉਹ ਐਵੇਂ ਐਵੇਂ ਨੇ। ਮੈਂ ਲਫ਼ਜ਼ ਨਹੀਂ ਦੁਹਰਾਉਂਦਾ ਹੁਣ, ਚਲੋ ਤੁਸੀਂ ਮੈਨੂੰ ਮਨਾ ਕੀਤਾ ਹੈ। ਤਾਰ ਭਾਈ ਨੇ ਬਰਾੜ ਲਾਈਏ, ਉਹਨਾਂ ਨੇ ਕਿਹਾ ਇਹਨੇ ਇਸ ਤਰ੍ਹਾਂ ਕਰਕੇ। ਉਹ ਆ ਗਿਆ ਅਹਿਮਦ ਜੱਟ, ਉਹਨੇ ਕਿਤੇ ਆ ਕੇ ਆਖਿਆ ਕਿ ਨਹੀਂ ਉਹਨੇ ਨਹੀਂ ਗਾਲ ਕੱਢੀ, ਉਹਨੇ ਇਹ ਨਹੀਂ ਕੀਤਾ, ਉਹਨੇ ਇਹ ਨਹੀਂ ਕੀਤਾ, ਮੈਂ ਉਹਨੂੰ ਮਨਾ ਕਰਦਾ ਰਿਹਾ। ਅੱਛਾ ਜੀ, ਜਿੰਨਾ ਮਨਾ ਕੀਤਾ ਹੈ ਉਹ ਵੀ ਰਿਕਾਰਡਿੰਗ ਮੌਜੂਦ ਹੈ ਜਿੰਨਾ ਇਹਨੇ ਮਨਾ ਕੀਤਾ ਹੈ। ਮੈਂ ਉੱਤੇ ਆਇਆ, ਮੈਂ ਤੇ ਤਾਰ ਭਾਈ, ਉਹਨੇ ਬੜੀ ਮੈਂ ਜ਼ਿਆਦਤੀ। ਗੱਲ ਸੁਣੋ, ਮੇਰੀ ਅਪਾਇੰਟਮੈਂਟ ਹੈ, ਮੈਨੂੰ ਜਾਣਾ ਪੈਣਾ ਤੇ ਮੈਂ ਅੱਧਾ ਇਨਸ਼ਾਅੱਲਾ ਅੱਧਾ ਬਾਅਦ ਵਿੱਚ ਅੱਧਾ ਗੱਲ ਸੈਕਿੰਡ ਕਰਾਂਗਾ। ਅੱਧਾ ਸੈਕਿੰਡ ਉਹ ਜਨਾਬ ਮੈਂ ਕਿਹਾ ਤਾਰ ਭਾਈ ਉਹਨੇ ਹਰਕਤ ਕੀਤੀ ਹੈ ਜਾਂ ਤੁਹਾਨੂੰ ਉਹਨੇ ਗਲਤ ਲਫ਼ਜ਼ ਲਏ ਨੇ ਤੁਹਾਡੀ ਅੱਖ ਦੇ ਬਾਰੇ ਵਿੱਚ, ਇਹ ਉਹਨੇ ਹਰਾਮੀ ਹਰਕਤ ਕੀਤੀ ਹੈ। ਗੁੱਡੂ ਬੈਠਾ ਸੀ ਮੇਰੀ ਜਾਨ ਦੀ ਆਈਡੀ ਤੋਂ, ਉਹ ਪੈਂਦਾ ਲੈਂਦਾ ਗਿਆ, ਉਹਨੇ ਮੈਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣਾ ਸ਼ੁਰੂ ਕਰਤੀ। ਉਹ ਤੇ ਅੱਗੇ ਵੀ ਕੱਢ ਦਿੰਦਾ ਹੁੰਦਾ ਤੇ ਯਾਰ ਇਹ ਗਾਲਾਂ ਕੱਢਣ ਤੇ ਇਹਨਾਂ ਦੀਆਂ ਮਾਵਾਂ ਭੈਣਾਂ ਧੀਆਂ ਕੋਈ ਨਹੀਂ ਹੈਗੀਆਂ ਯਾਰ, ਦੱਸੋ ਮੈਨੂੰ ਤੁਸੀਂ ਯਾਰ। ਇਹ ਬੁਰੀ ਗੱਲ ਜਦੋਂ ਹੈ, ਮੈਂ ਇੱਕ ਅੱਛੀ ਬੰਦੇ ਗੱਲ ਦੇ ਨਹੀਂ ਨਾਲ ਹੈ। ਗੱਲ ਮੁਕਾ ਦਿੱਤੀ, ਉਹਨੇ ਮੈਨੂੰ ਗਾਲ ਕੱਢੀ, ਮੈਂ ਉਹਨੂੰ ਗਾਲਾਂ ਕੱਢਤੀਆਂ। ਅਸੀਂ ਸਿੱਧੀ ਦੀ ਲਾਈਵ ਦੇ ਜਦੋਂ ਵਿੱਚ ਮੈਂ ਗੱਲ ਗਾਲ ਗੂਲ ਕੱਢਿਆ ਕਰੇ ਉਦੋਂ अस्सलाम ਸੈਫੀ वालेकुम ਥੱਲੇ ਉਤਰ रहमतुल्लाह। ਜਿਆ ਕਰ शाफी ਯਾਰ, भाई ਕੋਈ अपने ਲੋੜ ਨਹੀਂ बाबा ਆ जी ਜਵਾਬ आए ਦੇਣ हैं। ਦੀ। ਕਿਉਂ ਜਵਾਬ ਦਿੰਦੇ ਜੇ? ਉਹਨਾਂ ਨੂੰ ਬਹੁਤ ਸ਼ੌਕ ਹੈ ਗਾਲਾਂ ਗੂਲਾਂ ਕੱਢਣ ਦਾ, ਉਹਨੂੰ ਕੱਢਣ ਦਿਓ। ਤੁਸੀਂ ਬਾਬਾ ਕਿਉਂ ਜੀ ਕਰਦੇ ਮੇਰੇ ਵੀ ਜਵਾਬ ਤੁਸੀਂ ਵੀ ਉਹਦੇ ਮੋਹਤਰਮ ਹੋ, ਅਸੀਂ ਵੀ ਮੋਹਤਰਮ ਆ। ਤੁਸੀਂ ਮਤਲਬ ਕਿ ਮੇਰੇ ਖਿਲਾਫ ਹੀ ਬਿਆਨ ਉੱਥੇ ਦੇ ਦਿੱਤਾ ਅੱਜ ਕਿ ਇਹਨਾਂ ਗਰੁੱਪ ਬਣਾਇਆ। ਤਾਰ ਭਾਈ ਦੱਸੋ ਕੀ ਬਿਆਨ ਦਿੱਤਾ ਮੈਂ? ਇਹ ਮੈਨੂੰ ਜਿਹੜੀਆਂ ਅੱਜ ਗਾਲਾਂ ਕੱਢੀਆਂ ਅਲੀ ਅਕਬਰ ਨੇ, ਉਹ ਤੁਹਾਨੂੰ ਮੈਂ ਰਿਕਾਰਡਿੰਗ ਭੇਜਦਾ ਜੇ ਆਂਦੇ ਜੇ ਤੇ। ਨਹੀਂ ਮੈਂ ਕੋਈ ਤੁਹਾਡੇ ਬਾਰੇ ਕੋਈ ਗੱਲ ਕੀਤੀ ਹੈ ਤਾਂ ਦੱਸੋ। ਨੇ ਤੁਸੀਂ ਉੱਥੇ ਕਹਿ ਰਹੇ ਸੀ ਨਾ ਇਹਨਾਂ ਦਾ ਗਰੁੱਪ ਬਣਾਇਆ, ਇਹਨਾਂ ਇੰਜ ਕੀਤਾ ਇਹ ਉਹ, ਤੇ ਤੁਸੀਂ ਉਹਦੇ ਪਹਿਲਾਂ ਸੁਣ ਲੈਣਾ ਸੀ ਅਲੀ ਅਕਬਰ ਨੇ ਕਿਹੜੀ? ਜਿਹੜੀਆਂ ਗਾਲਾਂ ਕੱਢੀਆਂ ਨੇ। ਉਹ ਯਾਰ ਉਹ ਹੁਣ ਥੋੜੀਆਂ ਗਾਲਾਂ ਕੱਢੀਆਂ ਕਿਹੜਾ ਗਰੁੱਪ ਇਹ ਯਾਰ, ਪਹਿਲੇ ਕਿਹੜਾ ਕੱਢੀਆਂ ਗਰੁੱਪ ਹੈ ਯਾਰ? ਹਰਾਮੀਆਂ ਦਾ ਪਰ ਬਾਬਾ ਹਰਾਮੀ ਜੀ ਨੇ ਉੱਥੇ ਗਰੁੱਪ ਰੋਜ਼ ਗਾਲਾਂ ਉਹਨਾਂ ਦਾ ਕੱਢਦਾ ਹੋਏਗਾ। ਅਲੀ ਅਕਬਰ, ਤੇ ਉੱਥੇ ਆਹ ਰੋਜ਼ ਗਾਲਾਂ ਕੱਢਦਾ ਹੈ ਉਹ। ਨਾਂ ਲੈ ਲੈ ਕੇ ਕੱਢਦਾ। ਸੈਫੀ ਭਾਈ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨ ਡਿਆ, ਮੈਂ ਤਾਰ ਸਾਹਿਬ ਨਹੀਂ, ਜਦੋਂ ਉਹਨੇ ਗਾਲਾਂ ਕੱਢਦਾ ਹੈ ਉਹ, ਤੇ ਤੁਸੀਂ ਉੱਥੇ ਬਹਿੰਦੇ ਹੋ ਨਾ ਤੁਸੀਂ ਉੱਥੇ। ਤਾਂ ਤੂੰ ਵੀ ਤੇ ਕੱਢਣ ਡਿਆ ਨਾ ਯਾਰ ਹੈ ਗਾਲਾਂ। ਤੂੰ ਤੇ ਕਿਹੜੀ ਫਿਰ ਤੁਸੀਂ ਜਦੋਂ ਉਹ ਸਾਰੇ ਅਹਿਮਦੀਆਂ ਨੂੰ ਜ਼ਾਨੀ ਕਹਿੰਦਾ ਹੈ, ਤੇ ਤੁਸੀਂ ਸਾਰੇ ਜ਼ਾਨੀ ਮਾਵਾਂ ਜ਼ਾਨੀ ਨੇ ਅਹਿਮਦੀਆਂ ਦੀਆਂ, ਦੱਸੋ ਯਾਰ ਕਿਹੜਾ? ਹੁਣ ਪਤਾ ਕੀ, ਮੈਂ ਤੇਰੇ ਨਾਲ ਬਹਿਸ ਨਹੀਂ ਚਾਹੁੰਦਾ ਬਸ। ਕਿਉਂ ਨਹੀਂ ਬਹਿਸਣਾ ਚਾਹੁੰਦੇ? ਉਹ ਮੈਂ ਗਾਲਾਂ ਕਿਉਂ ਕਢਾਉਂਦੇ ਉੱਥੇ ਬਹਿ ਕੇ? ਮੈਂ ਤੇਰੇ ਨਾਲ ਬਹਿਸ ਨਹੀਂ ਚਾਹੁੰਦਾ। ਗਾਲਾਂ ਕਿਉਂ ਕਢਾਉਂਦੇ ਉੱਥੇ ਬਹਿ ਕੇ ਅਹਿਮਦੀਆਂ ਨੂੰ, ਦੱਸੋ? ਤੂੰ ਜ਼ਹਿਨੀ ਤੌਰ ਤੇ ਠੀਕ ਨਹੀਂ ਐ। ਕਿਉਂ ਗਾਲਾਂ ਕਢਾਉਂਦੇ ਹੋ ਅਹਿਮਦੀਆਂ ਨੂੰ ਬਿਠਾ ਕੇ ਉੱਥੇ, ਉਹਦੇ ਕੋਲੋਂ, ਉਸ ਹਰਾਮੀ ਕੋਲੋਂ ਕਿਉਂ ਗਾਲਾਂ ਕਢਾਉਂਦੇ ਹੋ, ਦੱਸੋ? ਬਹਿਰੀਨ ਨੂੰ ਬਿਠਾ ਕੇ ਕਿਉਂ ਗਾਲਾਂ ਕਢਵਾਉਂਦੇ ਹੋ ਅਹਿਮਦੀਆਂ ਨੂੰ ਉੱਥੇ ਬਿਠਾ ਕੇ? ਵੀ ਤੂੰ ਜ਼ਹਿਨੀ ਤੌਰ ਤੇ ਠੀਕ ਨਹੀਂ ਐ। ਦੱਸੋ ਤਾਂ ਸਹੀ ਨਾ ਕਿਉਂ ਗਾਲਾਂ ਕਢਵਾਉਂਦੇ ਹੋ? ਦੱਸੋ ਤਾਂ ਸਹੀ ਨਾ ਕਿਉਂ ਇਹ ਹਰਾਮੀਆਂ ਨੂੰ, ਇਹ ਦੇਖੋ ਇਹਨਾਂ ਹਰਾਮੀਆਂ ਨੂੰ ਬਿਠਾ ਕੇ ਕਿਉਂ ਗਾਲਾਂ ਕਢਵਾਉਂਦੇ ਹੋ, ਦੱਸੋ? ਅਹਿਮਦੀਆਂ ਨੂੰ ਕਿਉਂ ਗਾਲਾਂ ਕਢਵਾਉਂਦੇ ਹੋ? ਇਹ ਹਰਾਮੀਆਂ ਨੂੰ, ਇਹਨਾਂ ਹਰਾਮੀਆਂ ਨੂੰ, ਬਹਿਰੀਨ ਹਰਾਮੀ ਨੂੰ ਬਿਠਾ ਕੇ ਕਿਉਂ ਗਾਲਾਂ ਕਢਵਾਉਂਦੇ ਰਹੇ ਹੋ ਤੁਸੀਂ, ਦੱਸੋ? ਸੈਫੀ ਤੂੰ ਵੀ ਉਸ ਬਰੀਨ ਨਾਲ ਬਹਿੰਦਾ ਰਿਹਾ, ਤੂੰ ਕਿਹੜਾ ਨਹੀਂ ਬਹਿੰਦਾ? ਉਹ ਮੈਂ ਗਾਲਾਂ ਕੱਢਦਾ ਰਿਹਾ ਅਹਿਮਦੀਆਂ ਨੂੰ, ਮੈਂ ਗਾਲਾਂ ਕੱਢਦਾ ਰਿਹਾ ਅਹਿਮਦੀਆਂ ਨੂੰ। ਹੁਣ ਥੋੜੀਆਂ ਕੱਢੀਆਂ ਮੈਂ ਅਹਿਮਦੀਆਂ ਨੂੰ ਗਾਲਾਂ ਕੱਢਦਾ ਰਿਹਾ। ਨਹੀਂ ਹੁਣ ਤੇ ਤੂੰ ਕੱਢੀ ਕੋਈ ਨਹੀਂ। ਨਹੀਂ ਤਾਂ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਤੁਸੀਂ ਗਾਲਾਂ ਕੱਢੋ, ਮੇਰੀਆਂ ਮਾਵਾਂ ਭੈਣਾਂ ਨੂੰ, ਅਹਿਮਦੀਆਂ ਨੂੰ ਗਾਲਾਂ ਕੱਢੋ, ਅਹਿਮਦੀਆਂ ਦੀਆਂ ਮਾਵਾਂ ਨੂੰ ਜ਼ਾਨੀਆਂ ਕਹੋ। ਤੁਹਾਨੂੰ ਪੁੱਛਣਾ ਕੋਈ ਕਵੇ ਅਲੀ ਅਕਬਰ ਦੀ ਮਾਂ ਤੁਹਾਡੀ ਕਹੋ, ਅਲੀ ਅਕਬਰ ਦੀ ਜਿਹੜੀ ਮਾਂ ਹੈਗੀ ਹੈ ਉਹ ਸਾਡੀ ਵੱਡੀ ਹੈ। ਲੋਕਾਂ ਦੀਆਂ ਕਹੋ ਨਾ ਅਲੀ ਅਕਬਰ ਦੀ ਮਾਂ ਸਾਡੀ ਜਿਹੜੀ ਹੈ ਨਾ, ਸਾਡੀ ਅੰਮਾ ਜਾਨ ਹੈ ਅਲੀ ਅਕਬਰ ਦੀ ਮਾਂ, ਉਹਨੂੰ ਕੁਛ ਨਾ ਕੋਈ ਕਵੇ। ਉਹ ਭਾਵੇਂ ਸਾਰੀਆਂ ਅਹਿਮਦੀਆਂ ਨੂੰ ਗਾਲਾਂ ਕਢਾਵੇ। ਤੂੰ ਤੇ ਇਦਾਂ ਬਦਮਾਸ਼ ਆ, ਦੱਸੋ ਲੋਕਾਂ ਦੀਆਂ ਨਾ, ਮਾਵਾਂ ਚੁੱਕ ਲੈਣਾ। ਦੱਸੋ ਤਾਂ ਸਹੀ ਨਾ। ਕਹੋ ਅਲੀ ਅਕਬਰ ਦੀ ਜਿਹੜੀ ਮਾਂ ਹੈ ਉਹ ਸਾਡੀ ਮਾਂ ਹੈ, ਸਾਡੀ ਉਮੁਲ ਮੋਮਿਨੀਨ ਹੈ ਅਲੀ ਅਕਬਰ ਦੀ ਮਾਂ। ਕਹੋ ਅਲੀ ਅਕਬਰ ਦੀ ਮਾਂ ਸਾਡੀ ਉਮੁਲ ਮੋਮਿਨੀਨ ਹੈ। ਸਾਰੀ ਤੂੰ ਪਾਗਲ ਹੋ ਗਿਆ। ਕਹੋ ਨਾ ਅਲੀ ਅਕਬਰ ਦੀ ਮਾਂ ਸਾਡੀ ਉਮੁਲ ਮੋਮਿਨੀਨ ਹੈ। ਕਹੋ ਉਹ ਜ਼ਹਿਨੀ ਤੌਰ ਤੇ ਪਾਗਲ ਅਹਿਮਦੀਆਂ ਦੀ, ਕਹੋ ਅਹਿਮਦੀਆਂ ਦੀਆਂ ਮਾਵਾਂ ਜ਼ਾਨੀਆਂ ਨੇ ਤੁਹਾਡੀ। ਕਹੋ ਮੇਰੀ ਉਮੁਲ ਮੋਮਿਨੀਨ ਹੈ ਅਲੀ ਅਕਬਰ ਦੀ ਮਾਂ। ਕਹੋ ਸ਼ਾਬਾਸ਼, ਕਹੋ ਕਹੋ ਜੀ ਅਲੀ ਅਕਬਰ ਦੀ ਮਾਂ ਉਮੁਲ ਮੋਮਿਨੀਨ ਹੈ। ਯਾਰ ਤੂੰ, ਤੈਨੂੰ ਹਰ ਬੰਦਾ ਆ ਕੇ ਕਹਿੰਦੇ ਮੁੜ ਜਾ ਯਾਰ, ਬਸ ਕਰ। ਰੋਨਾਲਡੋ ਭਾਈ ਜਦੋਂ ਤੈਨੂੰ ਅਲੀ ਅਕਬਰ ਗਾਲਾਂ ਕਿਉਂ ਕੱਢਦੇ ਹੋ ਯਾਰ? ਅਹਿਮਦੀਆਂ ਦੀਆਂ ਮਾਵਾਂ ਨੂੰ ਕਿਉਂ ਗਾਲਾਂ ਕੱਢਦੇ ਹੋ? ਭੈਣਾਂ ਨੂੰ ਕਿਉਂ ਗਾਲਾਂ ਕੱਢਦੇ ਹੋ? ਉਹਨੂੰ ਤੁਸੀਂ ਪੁੱਛਿਆ ਨਹੀਂ ਉਦੋਂ ਬਹਿਰੀਨ ਤੋਂ ਕਿਉਂ ਗਾਲਾਂ ਕਢਵਾਉਂਦੇ ਹੋ ਬਈ ਅਹਿਮਦੀਆਂ ਦੀਆਂ ਮਾਵਾਂ ਭੈਣਾਂ ਨੂੰ? ਦੇਖੋ ਕੰਮ ਦੋ ਕਹੋ ਅਲੀ ਅਕਬਰ ਦੀ ਮਾਂ ਜਿਹੜੀ ਮਹੱਲੇ ਵਿੱਚ ਰਹਿੰਦੀ ਹੈ ਉਹ ਸਾਡੀ ਮਾਂ ਹੈ। ਕਹੋ ਸ਼ਾਬਾਸ਼, ਕਹੋ ਹੋਰ ਗਾਲਾਂ ਕੱਢ ਨਾ। ਕੱਢੋ ਭਜਾਓ ਗਾਲਾਂ। ਮੁਹੰਮਦ ਨੂੰ ਗਾਲਾਂ, ਹਜ਼ਰਤ ਮੁਹੰਮਦ ਨੂੰ ਗਾਲਾਂ ਕਢਵਾਓ ਗਾਲਾਂ, ਸ਼ੁਰੂ ਹੋਇਆ ਕੰਮ। ਕਢਵਾਓ ਗਾਲਾਂ। ਸ਼ਾਬਾਸ਼, ਕੱਢ ਲੋ ਗਾਲਾਂ। ਬਹਿ ਕੇ ਉਹਦੀ ਸਪੋਰਟ ਕਰੋ ਤੇ ਗਾਲਾਂ ਕਢਵਾਓ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ, ਗਾਲਾਂ ਕਢਵਾਓ ਹਜ਼ਰਤ ਰਸੂਲ ਨੂੰ, ਗਾਲਾਂ ਕਢਵਾਓ ਮਾਵਾਂ ਭੈਣਾਂ ਨੂੰ, ਕਢਵਾਓ ਗਾਲਾਂ। ਸੈਫੀ ਭਾਈ ਇੱਕ ਮਿੰਟ, ਤੁਹਾਡੀ ਮਿਹਰਬਾਨੀ। ਨਹੀਂ ਅਸੀਂ ਗਾਲ ਨਹੀਂ ਕੱਢਦੇ, ਅਲੀ ਅਕਬਰ ਉਹ ਕੱਢੇ। ਬਹਿਰੀਨ ਨੂੰ ਬਿਠਾ ਕੇ ਗਾਲਾਂ ਕਢਵਾਉਂਦੇ ਰਹੇ ਨੇ ਅਹਿਮਦੀਆਂ ਨੂੰ। ਖੁਦਾ ਦਾ ਵਾਸਤਾ ਜੇ ਕਿਉਂ ਨਹੀਂ ਮੁੜਦੇ ਯਾਰ, ਬਸ ਕਰ ਦਿਓ।
ਐਮਡੀਆਂ ਨੂੰ ਤਾਰ ਗਾਲਾਂ ਸਾਹਿਬ ਕੱਢਦੇ ਰਹੇ ਤੁਹਾਡੀ ਨੇ। ਮਿਹਰਬਾਨੀ ਬਸ ਕਰ ਦਿਓ। ਉਹ ਉਹਨਾਂ ਨੇ ਕੱਢੀਆਂ ਤੇ ਤੁਸੀਂ ਵੀ ਕੱਢਣੀਆਂ ਨੇ। ਹਰ ਬੰਦਾ ਆ ਮਲਕ ਕੇ ਸਾਹਿਬ ਕਹਿੰਦਾ ਇੱਕ ਬਸ ਮਿੰਟ ਕਰ ਦਿਓ, ਨੂੰ ਤੁਸੀਂ ਰੋਕੋ ਬਸ ਵੀ ਨਾ, ਨਹੀਂ ਇੱਕ ਕਰਦੇ, ਮਿੰਟ ਨੂੰ ਮੁੜਦੇ ਰੋਕੋ ਹੀ ਨਾ। ਇਹਨਾਂ ਨਹੀਂ ਦੀਆਂ ਯਾਰ। ਨਹੀਂ, ਫਿਰ ਇਹਨਾਂ ਉਹਦੀਆਂ ਦੀਆਂ ਤੇ ਮਾਵਾਂ ਕੋਈ ਇੰਨੀਆਂ ਉਹ ਨਹੀਂ ਕੱਢੀਆਂ ਹੋਣੀਆਂ ਇਹਨਾਂ ਜਿੰਨੀਆਂ ਦੀਆਂ ਤੁਸੀਂ ਮਾਵਾਂ ਕੱਢ ਹੁਜਰਿਆਂ ਵਿੱਚ ਦਿੱਤੀਆਂ। ਬੈਠੀਆਂ ਨੇ। ਇਹਨਾਂ ਅਸੀਂ ਦੀਆਂ ਹੁਣ ਮਾਵਾਂ ਰੋਜ਼ ਨਹੀਂ ਕੱਢਣੀਆਂ ਜੇ, ਹੁਣ ਕੱਢੀਆਂ। ਰੋਜ਼ ਇਹਨਾਂ ਦੀਆਂ ਕੱਢਣੀਆਂ ਮਾਵਾਂ ਨੇ ਕੌਣ ਅਸੀਂ। ਨੇ ਫਿਰ? ਅਗਰ ਉਹ ਕਵੇ ਕਿ ਅਹਿਮਦੀਆਂ ਦੀਆਂ ਅਸੀਂ ਤੇ ਮਾਵਾਂ ਹੁਣ ਰੋਜ਼ ਜ਼ਾਨੀਆਂ ਨੇ, ਕੱਢਣੀਆਂ ਆਪਣੇ ਤੇ ਇਹਨਾਂ ਮਲਕ ਦੀਆਂ ਸਾਹਿਬ। ਮਾਵਾਂ ਕੀ ਨੇ? ਇਹਨਾਂ ਦੀਆਂ ਮਾਵਾਂ ਫਿਰ ਕੀ ਨੇ? ਐਸਾ ਤੁਸੀਂ ਮਿਊਟ ਲਾ ਕੇ ਕਿਉਂ ਬਹਿ ਜਾਂਦੇ, ਕੱਢਦੇ ਅੱਛਾ ਕਿਉਂ ਨਹੀਂ ਫਿਰ? ਤਾਹਰ ਅਲੀ ਸਾਹਿਬ ਅਕਬਰ ਨੇ ਦੀ ਮੈਨੂੰ ਮਾਂ ਤੁਹਾਡੀ ਤਰਾਇਆ ਬਹੁਤ ਵਾਰੀ ਇੱਜ਼ਤ ਉੱਤੇ ਹੈਗੀ, ਬੁਲਾਇਆ ਤੁਹਾਡੀਆਂ ਮਾਵਾਂ ਦੀ ਮੈਂ, ਕੋਈ ਇੱਜ਼ਤ ਨਹੀਂ। ਮੈਨੂੰ ਤੈ ਤਰਾਇਆ ਵਾਰੀ ਸਾਹਿਬ ਉੱਤੇ ਬੁਲਾਇਆ। ਹੁਣ ਤਾਹਰ ਲੱਖ ਸਾਹਿਬ ਦੀ ਦੀ ਲਾਹਨਤ ਹੈ ਇੱਜ਼ਤ ਨਹੀਂ ਤੁਹਾਡੇ ਹੈ, ਉੱਤੇ, ਮੇਰੇ ਤੇ ਤੁਹਾਡੇ ਗੱਲ ਜੰਮਣ ਕਰੇ ਦੇ ਨਾ ਉੱਤੇ। ਤਾਂ ਤੈ ਲੱਖ ਦੀ ਸਾਹਿਬ ਲਾਹਨਤ ਹੈ ਮੈਂ ਤੁਹਾਡੇ ਤੇ ਸਾਰੇ ਸਾਹਿਬ ਸੈਫੀ ਮੈਨੂੰ ਨਾਲ ਗੱਲ ਕਰਾਣੀ ਜਾਨੀ, ਸੀਗੀ, ਮੈਂ ਤੁਹਾਡੇ ਬਸ ਸਾਰਿਆਂ ਦੇ ਉੱਤੇ ਕੰਜਰ ਨਾਲ ਗੱਲ ਲੱਖ ਦੀ ਕਰਾਣੀ ਲਾਹਨਤ ਸੀਗੀ, ਹੈ। ਤੁਹਾਡੀ ਇਸ ਕੰਜਰ ਪਦਾਇਸ਼ ਦੇ ਨਾਲ ਉੱਤੇ ਗੱਲ ਲੱਖ ਕਰਾਣੀ ਦੀ ਸੀਗੀ, ਲਾਹਨਤ ਹੈ। ਲਾਹਨਤੀਓ ਇਸ ਤੁਸੀਂ ਲਾਹਨਤੀ ਐਮਡੀਓ, ਨਾਲ ਗੱਲ ਤੁਸੀਂ ਕਰਾਣੀ ਸੀ। ਲਾਹਨਤੀਓ, ਤੁਸੀਂ ਸੈਫੀ ਕੰਜਰ ਯਾਰ ਬੰਦੇ ਦਾ ਪੁੱਤਰ ਬਣ ਤੁਹਾਡੇ ਯਾਰ, ਬਸ ਕਰ ਖਾਨਦਾਨ ਦੇ ਯਾਰ। ਸੈਫੀ ਕੰਜਰ ਨੇ। ਗਾਂਡੂ ਨਾਲ ਗੱਲ ਕਰਾਣੀ ਤੁਹਾਡੀਆਂ ਯਾਰ ਸੀ। ਗਾਂਡੂ ਮਾਵਾਂ ਦੇ ਬੱਚੇ ਹੋ ਤੁਸੀਂ। ਗਾਂਡੂ ਹੋ ਸੈਫੀ ਤੁਸੀਂ ਗਾਂਡੂ ਸਾਰੇ, ਨਾਲ ਗੱਲ ਕਰਾਣੀ ਸੀਗੀ। ਸਾਰੇ ਸੈਫੀ ਗਾਂਡੂ ਨਾਲ ਗੱਲ ਮਾਵਾਂ ਦੇ ਕਰਾਣੀ ਬੱਚੇ ਹੋ ਉਹ ਤੁਸੀਂ। ਸੀਗੀ। ਗਾਂਡੂ ਰੋਨਾਲਡੋ ਮਾਵਾਂ ਦੇ ਤੇਰੇ ਬੱਚੇ ਨਾਂ ਹੋ। ਦਾ ਥੱਲੇ ਕੌਣ ਹੈ? ਇੱਕ ਰੋਨਾਲਡੋ ਲਾਂਤੀਓ ਤੂੰ ਗਾਲਾਂ ਗਾਲਾਂ ਕਢਾਉਂਦੇ ਬੜੀਆਂ ਹੋ ਉੱਥੇ ਕੱਢਦਾ ਬਹਿ ਈ। ਕੇ ਅਹਿਮਦੀਆਂ ਨੂੰ ਬਗੈਰ ਤੋਂ। ਹਜ਼ੂਰ ਨੂੰ ਗਾਲਾਂ ਕਢਵਾਉਂਦੇ ਹੋ ਦਰ ਫਿੱਟੇ ਹੈ। ਮੂੰਹ ਸੈਫੀ ਹਜ਼ਰਤ ਤੇਰੇ ਮੁਹੰਮਦ ਉੱਤੇ, ਸੱਲੱਲਾਹੁ ਤੇਰੇ ਨੂੰ ਗਾਲਾਂ ਜੰਮਣ ਕਢਵਾਉਂਦੇ ਵਾਲੇ ਹੋ। ਉੱਤੇ, ਮਾਰੀਆ ਤੇਰੇ ਕਿਬਤੀ ਜੰਮਣ ਵਾਲੇ ਉਮੁਲ ਹੱਥ ਮੋਮਿਨੀਨ ਨੂੰ ਲਾਣਾ ਗਾਲਾਂ ਸੀ। ਕਢਵਾਉਂਦੇ ਹੋ। ਲਾਂਤੀਓ ਉਹ ਤੇਰੇ ਬਾਵਾ ਬਣਿਆ ਜੰਮਣ ਫਿਰਦਾ ਵਾਲੇ ਤੂੰ, ਹੱਥ ਵੱਡਾ ਲਾਣਾ ਸੀ। ਲਾਂਤੀ ਹੈ ਤੂੰ ਵੀ। ਤੇਰੀ ਜੰਮਣ ਮੁਨਾਫਿਕਾ ਵਾਲੇ ਹੱਥ ਲਾਂਤੀਆ। ਲਾਣਾ ਸੀ। ਉਹ ਸਾਈਕਲਾ, ਉਹ ਗਾਲ ਪਤਾ ਸਾਈਕਲਾ, ਕੀ ਹੈ? ਗਾਲ ਤੂੰ ਮੈਂ ਵੀ ਤੈਨੂੰ ਸਾਈਕਲ ਹੈ, ਬੜੀ ਕੱਢ ਸਾਈਕਲ ਤੂੰ, ਸਕਦਾ ਵਾ। ਸਾਈਕਲ ਹੈ ਤੂੰ, ਸਾਈਕਲ ਮੈਂ ਤੂੰ, ਤੈਨੂੰ ਸਾਈਕਲ ਹੈ ਗਾਲ ਤੂੰ, ਬੜੀ ਕੱਢ ਗਾਂਡੂ ਹੈ ਤੂੰ। ਸਕਦਾ ਵਾ, ਪਰ ਤੂੰ ਬਕਵਾਸ ਬੜਾ ਕਰਦਾ ਜ਼ਲੀਲ ਇੱਥੇ ਬਹਿ ਮਾਂ ਕੇ। ਦਾ ਬੱਚਾ, ਪਹਿਲੋਂ ਬਕਵਾਸ ਕਿਉਂ ਕੀਤੀ ਜ਼ਲੀਲ ਫਿਰ? ਕਿਉਂ ਮਾਂ ਗਾਲ ਦਾ ਕੱਢੀ ਬੱਚਾ, ਪਹਿਲੋਂ? ਲਾਂਤੀਆ ਜ਼ਲੀਲ ਪਹਿਲੋਂ ਕਿਉਂ ਮਾਂ ਗਾਲ ਦਾ ਕੱਢੀ ਬੱਚਾ। ਏ? ਪਹਿਲੋਂ ਕਿਉਂ ਗਾਲ ਕੱਢੀ ਏ? ਲਾਂਤੀਆ ਨੱਠ ਜਾ ਇੱਥੋਂ ਬਗੈਰਤਾ। ਉੱਥੇ ਬਹਿ ਕੇ ਉਹ ਅਹਿਮਦੀਆਂ ਦੀਆਂ ਮਾਵਾਂ ਨੂੰ ਜ਼ਾਨੀ ਕਵੇ ਬਰੀਨ, ਤੂੰ ਗਾਲਾਂ ਕਢਵਾਵੇ ਅਹਿਮਦੀਆਂ ਦੀਆਂ ਮਾਵਾਂ ਨੂੰ ਉਹ ਬਗੈਰ ਤੋਂ। ਤੁਸੀਂ ਉੱਥੇ ਬਹਿ ਕੇ ਉਹਦੀ ਹਿਮਾਇਤ ਕਰੋ। ਇਹ ਉਹ ਮੁਹੰਮਦ ਯਾਰ ਅਹਿਮਦ ਸੈਫੀ ਉੱਥੇ ਬਸ ਬੈਠਾ ਰਿਹਾ, ਕਰ ਉਹ ਦੇ ਗਾਲਾਂ ਯਾਰ, ਕੱਢਦਾ ਚੁੱਪ ਰਿਹਾ। ਕਰ ਇੱਕ ਜਾ ਵਾਰੀ ਨਹੀਂ ਯਾਰ, ਰੋਕਿਆ ਬਸ ਇਸ ਕਰ ਮੁਹੰਮਦ ਦੇ। ਅਹਿਮਦ ਨੇ। ਅਹਿਮਦ ਜੱਟ ਨੇ ਇੱਕ ਹੁਣ ਵਾਰੀ ਤੂੰ ਨਹੀਂ ਬਸ ਕਰ ਰੋਕਿਆ। ਦੇ ਯਾਰ। ਜ਼ਲੀਲ ਦੇ ਉਹ ਬੱਚੇ ਹੋ, ਅਹਿਮਦੀ ਬਣੇ ਜਿਹਦੀ ਫਿਰਦੇ ਹੋ, ਜਿਹਦੀ ਬਦਮਾਸ਼ ਵੱਡੇ ਜਿਹਦੀ ਹਿੰਮਤ ਲਾਂਤੀਓ। ਪਈ ਆ ਉਹਨੇ ਰੋਕਿਆ ਹੀ ਆ ਨਾ ਯਾਰ। ਤੂੰ ਹੁਣ ਮੁੜਦਾ ਹੀ ਨਹੀਂ ਪਿਆ ਯਾਰ। ਗਈ ਸੀ ਰੋਨਾਲਡੋ ਸਾਹਿਬ ਤੁਸੀਂ ਗੱਲ, ਇੱਕ ਵਾਰੀ ਮੁੱਕ ਵੀ ਨਹੀਂ ਗਈ ਅਲੀ ਸੀ। ਅਕਬਰ ਨੂੰ ਰੋਕਿਆ। ਮੈਂ ਇਹ ਕਿਹਾ ਵਾ ਤਾਂ ਤੁਸੀਂ ਮੈਨੂੰ ਗਾਲਾਂ ਕੱਢ ਲਓ, ਮਿਹਰਬਾਨੀ ਤੁਹਾਡੀ। ਨਹੀਂ ਅਸੀਂ ਕਿਉਂ ਕੱਢਣੀਆਂ ਨੇ? ਸਾਨੂੰ ਉਹਦੀ ਮਾਂ ਦੀ ਤਕਲੀਫ ਹੋ ਗਈ ਏ। ਉਹਦੀ ਮਾਂ ਦੀ, ਜਿਹੜਾ ਸਾਡੀ ਅਹਿਮਦੀਆਂ ਦੀਆਂ ਮਾਵਾਂ ਨੂੰ ਜ਼ਾਨੀ ਕਹਿ ਰਹੇ, ਉਹਦੀ ਕੋਈ ਤਕਲੀਫ ਨਹੀਂ। ਉਹਦੀ ਮਾਂ ਦੀ ਬਸ ਤਕਲੀਫ ਕਰੋ ਹੋ ਨਾ, ਗਈ। ਉਹਦੀ ਮਾਂ ਹਾਜ਼ਰ ਹੈਗੀ ਏ। ਉਹਦੀ ਮਾਂ ਹਾਜ਼ਰ ਨੇ। ਸੈਫੀ ਸਾਹਿਬ ਬਸ ਕਰ ਦਿਓ ਯਾਰ, ਉਹਦਾ ਖੋਲ ਲਿਆ ਜੇ ਤੁਸੀਂ। ਉਹ ਬਈ ਮੇਰੇ ਸਾਰੇ ਅਹਿਮਦੀਆਂ ਦੀਆਂ ਮਾਵਾਂ ਨੂੰ ਗਾਲਾਂ ਕੱਢ ਰਿਹਾ ਉੱਥੇ ਬਹਿ ਕੇ, ਤੇ ਉਹਦੀ ਮਾਂ ਦੀ ਤਕਲੀਫ ਹੋ ਗਈ ਹੈ ਜਾਨੀ ਨੂੰ। ਜਾਨੀ ਮੰਨ, ਉਹਨੇ ਕਿਹਾ ਅਹਿਮਦੀਆਂ ਦੀਆਂ ਮਾਵਾਂ ਜ਼ਾਨੀਆਂ ਨੇ। ਲੈ ਬਈ ਦੱਸੋ। ਥੱਲੇ ਕੁਛ ਸ਼ਾਰਟ ਹੋ ਗਿਆ ਜੇ, ਇਹਨੂੰ ਫੜ ਲਓ ਪਹਿਲੇ। ਇਹ ਬਾਵਾ ਆ ਗਿਆ ਸਾਈਕਲ। ਸਾਈਕਲ ਨਾ ਹੋਵੇ, ਮੈਂ ਇਹਨੂੰ ਗਾਲ ਵੀ ਨਹੀਂ ਕੱਢਦਾ। ਮੈਨੂੰ ਕਹਿ ਰਿਹਾ, ਮੈਨੂੰ ਗਾਲਾਂ ਕੱਢ ਰਿਹਾ ਇੱਥੇ ਬਹਿ ਕੇ, ਬਗੈਰਤ ਦਾ ਬੱਚਾ, ਗੰਦੀ ਮਾਂ ਦਾ ਬੱਚਾ। ਇਹਦੀ ਮਾਂ ਨੇ ਇਹਨੂੰ ਗਾਲਾਂ ਹੀ ਸਿਖਾਈਆਂ, ਇਸ ਬਗੈਰਤ ਨੂੰ, ਬਾਵੇ ਦੀ ਮਾਂ ਨੂੰ। ਚੂਤੀਏ ਮੁਨਾਫਿਕ ਲੋग ਉੱਥੇ ਬੈਠਾ ਰਿਹਾ ਯਾਰ। ਯਾਰ ਤੇਰਾ ਨੱਕ ਹੀ ਨਹੀਂ ਸਾਫ਼ ਹੋ ਰਿਹਾ, ਕੀ ਤੈਨੂੰ ਮਸਲਾ ਹੈਗਾ? ਸੂਸੂ ਲਾਈ ਹੋਈ ਹੈ। ਸੈਫੀ ਛੱਡਦੇ ਮੇਰੇ ਤੇਰੇ ਨਾਲ ਗੱਲ ਨਹੀਂ ਕਰਨੀ। ਤੂੰ ਉੱਥੇ ਗਾਲਾਂ ਕਢਾਵੇਂ ਸਾਨੂੰ ਬਹਿ ਕੇ, ਤੇਰੇ ਨਾਲ ਗੱਲ ਨਹੀਂ ਕਰਨੀ ਬਗੈਰਤਾ। ਇਹ ਕਰ ਲੋ ਯਾਰ ਇਹਦੇ ਨਾਲ ਗੱਲ। ਯਾਰ ਇਹ ਕੌਣ ਹੈ? टैक्सी ना बोला करा है। ਸਮਨਤਾਬ ਸਾਹਿਬ ਆਏ ਨੇ। ਅਸਲਾਮ ਅਲੈਕੁਮ ਰਹਿਮਤੁल्लाह। तारिक भी ये कौन लगा हुआ है इसके नीचे? कौन से नीचे धर्म करके दौड़ो नीचे। सैफी ਸਾਫੀ ਚਲਾ ਗਿਆ। वो नीचे बैठ कर कुकरी तो मुंह लगा हुआ है। ਹੋਰ ਬਾਬਾ ਜੀ ਕੀ ਕਰ ਰਹੇ ਜੇ? कुछ नहीं, इधर ही। सैफी चलो बाबा जी। सैफी थोड़ी देर बाद लाने हैं फिर नहीं बराबर। नहीं, एक सेकंड ठहरो, आने दो जब भी आना ना, आने दो एक सेकंड। आशा इस सैफी तार भी ऑफलाइन करने, ऑफलाइन कर दो। हाँ
ਸੈਫੀ ਆ ਨਹੀਂ ਰਿਹਾ ਉੱਥੇ। बाबा मजी तो बाबा हाँ नहीं अली अकबर कुछ सुनाओ अली अकबर को हाँ किधर गया नंबर ਯਾਰ ਅਲੀ ਅਕਬਰ ਨੂੰ ਨਾਲ ਹੀ ਬੰਦੇ ਰਹੇ ਆ ਸਾਰੀ ਉਮਰ ਉਹਨੂੰ ਨਿਭਾਇਆ, ਫੇਰ ਵੇਖ ਲਓ ਹੁਣ ਗਾਲਾਂ ਕੱਢਣ ਡਿਆ ਤੁਹਾਨੂੰ ਜਾ ਕੇ। मैंने बोला ना वो आपकी आपकी वो उसके साथ दोस्ती हो चुकी हुई ना वो बगैरत के साथ किसके साथ? वही कंजर नहीं नहीं बाबा जी मेरी कितने के है ना कोई दोस्त नहीं नहीं वही कंजर आपकी आमिर जी दोनों वो नहीं नहीं दोस्ती मेरी कोई नहीं होते नाल। आप बढ़ा के उसकी वो लगाते रहे बीपी लगाते रहे उसकी नहीं नहीं उसकी हम लगाते कभी रहे नहीं वो उसे कहते हैं नासिर भट्ट साहब की है को नहीं 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 ਉਹ ਤਾਂ ਹੁਣ ਨਾਸਰ ਭੱਟ ਸਾਹਿਬ ਨੇ ਸੁਲਾਹ ਹੋ ਗਈ, ਹਰ ਬੰਦੇ ਨਾਲ ਸੁਲਾਹ ਹੋ ਗਈ ਹੈ, ਹੁਣ ਤੇ ਕਿਸੇ ਨਾਲ ਕਦੀ ਨਹੀਂ ਕਰੀਦਾ। कोई अली पहले अकबर वक्त की था ना गातमा रोल लेते हैं अली अकबर का गातमा मैं जाकर शुक्र लगा कहता एक सेकंड से किसी और के पास ਜੀ ਸਲਾਮ ਅਲੈਕਮ। ਜੀ ਬਾਬਾ ਜੀ ਕੀ ਹਾਲ ਜੀ? ਹਾਂ ਠੀਕ ਠਾਕ ਸਾਹਿਬ, ਹੋ? ਮੈਂ ਤੁਹਾਨੂੰ ਵੈਸੇ ਕੀ ਕਿਹਾ ਵਾ ਜਾਂ ਮੈਂ ਸੈਫੀ ਨੂੰ ਕੀ ਕਿਹਾ ਜਿਹੜਾ ਤੁਸੀਂ ਏਡਾ ਰੌਲਾ ਪਾ ਗਿਆ? ਮੈਂ ਤੁਹਾਨੂੰ ਕੀ ਗੱਲ ਦੱਸੋ ਨਾ ਬਾਬਾ ਜੀ ਹਰ ਬੰਦਾ ਯਾਰ। ਲਾਈਵ ਮੈਨੂੰ ਸੁਣਦਾ ਗੱਲ ਰਿਕਾਰਡਿੰਗ ਸੁਣੋ, ਇਹ ਨਹੀਂ ਸੁਣਦਾ। ਗੱਲ ਮੈਂ ਤੁਹਾਨੂੰ ਕੋਈ ਗੱਲ ਕਹੀ ਹੈ, ਮੇਰੀ ਗੱਲ ਸੁਣੋ। ਨਹੀਂ ਮੈਨੂੰ ਬਾਬਾ ਜੀ ਕੋਈ ਮੈਂ ਤੁਹਾਨੂੰ ਕਦੋਂ ਕਿਹਾ? ਮੈਂ ਤੇ ਤੁਹਾਨੂੰ ਵੀਡੀਓ ਭੇਜੀ ਹੈ ਫਿਰ ਜੋ ਉਹਨੇ ਤੁਸੀਂ ਮੈਨੂੰ ਅੱਜ ਕਿਹਾ। ਯਾਰ ਤਾਰ ਤੁਸੀਂ ਵੀ ਤਾਂ ਕੱਲ ਉਹਨੂੰ ਗਾਲਾਂ ਕੱਢ ਕੇ ਮੈਸੇਜ ਘੱਲਿਆ ਸੀ ਨਾ, ਤੇ ਜਾਂ ਤਾਂ ਬਾਬਾ ਤੁਸੀਂ ਜੀ ਨਹੀਂ ਉਹ ਘੱਲਿਆ? ਮਤਲਬ ਕਿ ਉਹਦੇ ਤੋਂ ਪਹਿਲਾਂ ਉਹਨੇ ਇੱਕ ਰਿਕਾਰਡਿੰਗ ਕਰਾਈ ਸੀ, ਉਹ ਮੈਂ ਯਾਰ ਮੈਂ ਤੁਸੀਂ ਮੇਰੀ ਸੁਣੀ ਗੱਲ ਤੇ ਫਿਰ ਸੁਣੋ, ਮੈਂ ਉਹਨੂੰ ਉਹ ਕਿਹਾ। ਤੁਹਾਡਾ ਮੇਰੀ ਗੱਲ ਸੁਣੋ, ਮੈਂ ਅਗਰ ਉਹਦੇ ਕੋਲ ਬਹਿਣਾ ਅਤੇ ਵਾ ਉਹ ਵੀ ਤਾਂ ਮੈਂ WhatsApp ਤੇ ਗੱਲ ਹੋਈ ਨਾ, WhatsApp ਤੇ ਮੇਰੇ ਨਾਲ ਗੱਲ ਕਰ ਲਿਓ, ਕਿਉਂ ਨਹੀਂ ਕਰਦਾ? WhatsApp ਤੇ ਗੱਲ ਕਰ ਲੈਂਦਾ। ਯਾਰ ਮੈਂ ਲਾਈਵ ਤੁਹਾਡੇ ਬਹਿ ਨਾਲ ਕੇ ਕੀ ਕਰਨ ਦੀ ਲੋੜ ਤੁਹਾਡੇ ਸੀ? ਨਾਲ ਕੋਈ ਗੱਲ ਕੀਤੀ ਹੈ? ਮੈਂ ਤੁਹਾਡੇ ਬਾਰੇ ਕੋਈ ਗਲਤ ਗੱਲ ਨਹੀਂ ਨਹੀਂ ਬਾਬਾ ਕੀਤੀ ਜੀ ਹੈ? ਬਿਲਕੁਲ ਨਹੀਂ ਕੋਈ ਤੇ ਕੀਤੀ ਫਿਰ ਤੁਸੀਂ ਫਿਰ ਹੈਗੀ ਹੈ। ਸੈਫੀ ਹੁਣ ਇੱਥੇ ਜੋ ਬਕਵਾਸ ਕਰਨ ਡਿਆ, ਹੁਣ ਮੈਂ ਵੀ ਉਹਨੂੰ ਗੱਲ ਬੋਲ ਸਕਦਾ ਸੀ, ਮੈਂ ਤਾਂ ਉਹਨੂੰ ਤੇ ਕੋਈ ਵੇਖੋ ਲਫ਼ਜ਼ ਜੀ ਨਹੀਂ ਬਾਬਾ ਬੋਲਿਆ। ਜੀ ਉਹ ਅਲੀ ਅਕਬਰ ਕੋਲੋਂ ਗਾਲਾਂ ਕਢਾਉਂਦਾ ਉਹ ਯਾਰ ਜੋ ਜਿਹੜਾ ਅਲੀ ਸੀਸੀ ਅਕਬਰ ਦੀ, ਜੋ ਮਰਜ਼ੀ ਗੱਲ ਸੁਣੋ, ਤੇ ਮੈਨੂੰ ਉਹ ਜੋ ਕਹਿ ਮਰਜ਼ੀ ਦਿੰਦਾ ਕਿ ਮੈਂ ਇਹ ਬਿਜ਼ੀ ਹਾਂ ਹੈ। ਉਹ ਯਾਰ ਗੱਲ ਇਹ ਮੈਂ ਨਹੀਂ ਤਾਂ ਆ। ਫਿਰ ਵੀ ਡਿੱਗ ਉੱਥੇ ਪਈ ਰੋਕ ਹੁਣ ਤੇ ਲੈਣਾ। ਬੰਦ ਕਰਨ ਦਾ ਟਾਈਮ ਨਹੀਂ ਹੋ ਗਿਆ। ਗੱਲ ਇਹ ਆ ਕਿ ਮੈਂ ਉਹਨੂੰ ਕੀ ਗੱਲ ਕੀਤੀ ਹੈ? ਮੈਂ ਸੈਫੀ ਨੂੰ, ਰਾਣੇ ਨੂੰ ਜਾਂ ਕਿਸੇ ਨੂੰ ਕੋਈ ਗੱਲ ਕੀਤੀ ਹੈ? ਹੁਣ ਅੱਜ ਰੋਨਾਲਡੋ ਨੇ ਮੈਨੂੰ ਉੱਤੇ ਚੁੱਕਿਆ ਤੇ ਉਹ ਨਾਲ ਹੀ ਉਹਨੇ ਗਾਲਾਂ ਕੱਢੀਆਂ, ਨਾਲ ਹੀ ਫਿਰ ਉਹ ਯਾਰ ਉਹਨੇ ਮਗਰ ਉਹ ਤਾਰ ਸਾਹਿਬ ਆਈਡੀ ਤੁਹਾਡਾ ਬਲਾਕ ਉਹਦਾ ਕਰਤੀ ਮਾਮਲਾ ਹੈ। ਨਾ, ਤੁਹਾਡਾ ਉਹਦਾ ਮਾਮਲਾ ਵਾ। ਮੇਰਾ ਗੁਨਾਹ ਦੱਸੋ ਨਾ, ਮੇਰਾ ਕੀ ਗੁਨਾਹ ਵਾ ਤੁਹਾਨੂੰ? ਮੈਂ ਨਹੀਂ ਕੀ ਮੇਰਾ ਕਿਹਾ? ਮਾਮਲਾ ਨਹੀਂ ਬਾਬਾ ਜੀ, ਜਿੱਦਾਂ ਤੁਸੀਂ ਮੇਰੇ ਕੋਲ ਬੈਠੇ ਜਾਂ ਮੈਂ ਕਿਸੇ ਕੋਲ ਬੈਠਾ ਜਾਂ ਮੈਂ ਯਾਨੀ ਕਿ ਫਾਈਟਰ ਹੁਣ ਕੋਲ ਬੈਠਾ ਜਾਂ ਮਕਸਦ ਫਲਾਣੇ ਕੀ ਕੋਲ ਤੁਹਾਡੇ ਬੈਠਾ, ਕੋਲ? ਨਹੀਂ ਐਂ ਜੇ ਕੋਈ ਮਕਸਦ ਬੰਦਾ ਆ ਕੇ ਬਹਿ ਜੇ ਤੇ ਮੈਂ ਉਹਨੂੰ ਕਿੱਦਾਂ ਰੋਕਦਾ ਬਾਬਾ ਜੀ ਕਿ ਫਲਾਣਾ ਬੰਦਾ ਮੇਰੇ ਕੋਲ ਨਾ ਆ ਕੇ ਬਵੇ? ਨਹੀਂ, ਯਾਨੀ ਕਿ ਇਹ ਮੈਂ ਇਸ਼ੂ ਬਣਾ ਲੈਂਦੇ ਨੇ ਜੀ, ਜਿਹੜਾ ਸੁਣੋ, ਬੰਦਾ ਬੰਦਾ ਉਹਦਾ ਕਸੂਰ ਹੈ। ਮੇਰੀ ਗੱਲ ਸੁਣੋ। 1122 ਅਗਰ ਆ ਕੇ ਬਹਿ ਜਾਂਦਾ ਤੇ ਉਹ ਮੇਰੇ ਤੇ ਬਰਾੜ ਲਾ ਦਿੰਦੇ ਨੇ। ਨਹੀਂ, ਗੱਲ ਇਹ ਇਹ ਆ ਕਿੱਥੋਂ ਕਿ ਦਾ ਇਨਸਾਫ ਹੈ ਜੀ? ਗੱਲ ਸੁਣੋ, ਮੈਂ ਮੈਂ ਇਨਸਾਫ 1122 ਨੂੰ ਕਿੱਦਾਂ ਰੋਕਾਂ ਵੀ ਤੂੰ ਨਾ ਆ ਕੇ ਬਹਿ? ਪਰ ਦੱਸੋ ਮੈਂ ਨਾ ਬਾਬਾ ਜੀ। ਤੁਹਾਨੂੰ ਰੋਕ ਜਾਂ ਮੈਂ ਤੁਹਾਨੂੰ ਕਿੱਦਾਂ ਰੋਕਾਂ ਕਿ ਨਾ ਬਵੋ ਹੈ? ਓਹੋ ਜਿਹੜਾ ਮਰਜ਼ੀ ਜਾ ਕੇ ਜਿੱਥੇ ਮਰਜ਼ੀ ਬਹਿੰਦਾ, ਮੈਂ ਕਦੀ ਨਹੀਂ ਰੋਕਿਆ ਸੀ, ਨਹੀਂ, ਮੈਂ ਕਦੀ ਰੋਕਿਆ ਹੀ ਨਹੀਂ। ਮੈਂ ਇਹ ਨਹੀਂ ਗੱਲ ਕਰ ਰਿਹਾ। ਮੈਂ ਤੁਹਾਨੂੰ ਕਦੀ ਕਿਹਾ ਵਾ ਕਿ ਤੁਸੀਂ ਫਲਾਣੇ ਨੂੰ ਨਾ ਭਾਓ ਜਾਂ ਫਲਾਣੇ ਨੂੰ ਨਾ ਜੀ ਭਾਓ? ਬਿਲਕੁਲ ਨਹੀਂ ਕਿਹਾ। ਤੇ ਇਹ ਤੇ ਮੈਂ ਗੱਲ ਹਾਂ, ਕਿਤਨਾ ਨਹੀਂ ਮੰਨਦਾ। ਤੇ ਉਹ ਅਲੀ ਅਕਬਰ ਨੇ ਰੋਜ਼ ਉੱਥੇ ਰੌਲਾ ਪਾਇਆ ਹੁੰਦਾ, ਕਦੀ ਫਲਾਣਾ ਲੰਗੜਾ ਤੇ ਫਲਾਣਾ ਇਹਦੀ ਅੱਖ ਕੱਢੀ, ਫਲਾਣਾ ਇੰਜ ਕੱਢਿਆ। ਇਹ ਅਲਫਾਜ਼ ਕਹਿਣਾ ਤੁਸੀਂ ਮਗਰ ਰਿਕਾਰਡਿੰਗ ਸੁਣੀ? ਗੱਲ ਇਹ ਆ, ਮੇਰੀ ਗੱਲ ਸੁਣੋ, ਮੈਂ ਰਿਕਾਰਡਿੰਗ ਸੁਣੀ ਜੇ? ਮੈਂ ਨਹੀਂ ਸੁਣੀ ਨਹੀਂ ਹੈ, ਮਗਰ ਮੈਂ ਇਹ ਹਾਂਜੀ ਗੱਲ ਉਹਨੇ ਕਰਨ ਸੁਣਿਆ, ਡਿਆ। ਤੁਹਾਨੂੰ ਵੇਖਿਓ ਉਹਨੇ ਕਿਹੜੇ ਕਿਹੜੇ ਯਾਰ, ਅਲਫਾਜ਼ ਮੇਰੇ ਬਾਰੇ ਇਸਤੇਮਾਲ ਗੱਲ ਕੀਤੇ। ਸੁਣੋ ਨਾ, ਤੁਹਾਡੇ ਬਾਰੇ ਜਿਹੜੇ ਵੀ ਕੀਤੇ ਆ ਗਲਤ ਕੀਤੇ ਆ, ਠੀਕ ਹੈ, ਮੈਂ ਉਹਦੀ ਕੋਈ ਹਮਾਇਤ ਕਰਨ ਨਹੀਂ ਆਇਆ। ਨਹੀਂ ਬਾਬਾ ਮੇਰੀ ਜੀ ਸੁਣੋ ਮਤਲਬ ਗੱਲ। ਕਿ ਕਹਿਣਾ ਤਾਂ ਬਣਦਾ ਵੀ ਤੂੰ ਭਾਈ ਇਹ ਕਿਉਂ ਕਰਨ ਦੇ? ਉੱਥੇ ਯਾਰ, ਬੰਦੇ ਨੂੰ ਰੋਕੋ ਤੁਸੀਂ। ਤਾਰ ਸਾਹਿਬ, ਅਸੀਂ ਜਿੰਨਾ ਕੁ ਰੋਕ ਸਕਨੇ ਨਾ ਓਨਾ ਕੀ ਰੋਕ ਸਕਨੇ ਆ ਕਿਸੇ ਨੂੰ, ਜਿੰਨਾ ਕਿ ਮੈਂ ਪਰ ਇਹ ਨਹੀਂ ਕਰ ਸਕਦਾ ਕਿ ਮੈਂ ਤੁਹਾਨੂੰ ਨਾ ਆਪਣੇ ਘਰ ਬੁਲਾਵਾਂ ਤੇ ਤੁਹਾਨੂੰ ਮੈਂ ਗਾਲਾਂ ਕਢਾਵਾਂ, ਠੀਕ ਹੈ ਨਾ? ਇਹ ਬਾਹਲ ਮੈਂ ਨਹੀਂ ਕਰ ਸਕਦਾ ਜੀ ਇਹ ਤਾਂ ਕੋਈ ਵੀ ਨਹੀਂ ਕਰ ਸਕਦਾ। ਤੇ ਇਹ ਸੀਸੀਟੀ ਤੁਸੀਂ ਕਰਾਉਣ ਕੀਤਾ ਡਿਆ, ਨਾ, ਸਰੇਆਮ ਕਰਾਉਣ ਤੁਸੀਂ ਡਿਆ। ਗੱਲ ਸੁਣੋ, ਕੀਤਾ ਨਾ ਮੇਰੇ ਨਾਲ ਵਿੱਚੋਂ ਕੀਤਾ ਮੈਨੂੰ ਵਾ। ਕਹਿਣ ਡਿਆ ਮੇਰਾ ਚਾਰ ਰਿਸ਼ਤੇਦਾਰ ਹੈ, ਵਾਰੀ ਤੂੰ ਤੋਂ ਗਾਲਾਂ ਕਢਾਉਣ ਡਿਆ। ਨਹੀਂ, ਸੀਸੀਟੀ ਮੈਨੂੰ ਬਾਹਰ ਤੁਸੀਂ ਉਹਨੇ 4 ਵਾਰੀ ਸੱਦਿਆ ਨਾ, ਮੈਂ ਥੱਲੋਂ ਡਿਕਲਾਈਨ ਕਰਨ ਡਿਆ, ਤੁਹਾਡੀ ਕੈਂਸਲ ਕਰਨ ਡਿਆ, ਤੁਸੀਂ ਮੈਨੂੰ ਮੋੜ ਕੇ ਰਿਕੁਐਸਟ ਪਾਉਣ ਡਏ,
ਠੀਕ ਹੈ। ਜੀ ਬਿਲਕੁਲ ਤੇ ਮੈਂ ਭਾਈ ਮੈਂ ਇਹ ਸਾਡੇ ਤਾਂ ਛੱਡਣ ਤੇ ਡਿਆ ਮੈਂ। ਤੇ ਤੁਸੀਂ ਭਾਈ ਬੁਲਾ ਕੇ ਤੇ ਉੱਥੇ ਉਹਦੇ ਕੋਲ ਗਾਲਾਂ ਕਢਾਉਣ ਦੇ ਮੈਨੂੰ, ਯਾਰ ਨਹੀਂ ਤੇ ਕਮਾਲ ਇਹ ਤੇ ਦੀ ਕੰਮ ਗੱਲ ਆ। ਮੇਰਾ ਨਾ ਹੁੰਦਾ ਉੱਥੇ ਸੀਸੀਟੀ ਦੀ ਬਰਾੜ ਤੇ। ਯਾਨੀ ਕਿ ਠੀਕ ਹੈ, ਯਾਨੀ ਕਿ ਤੁਹਾਡੇ ਨਾਲ ਹੁੰਦਾ, ਤੁਸੀਂ ਉਹ ਯਾਨੀ ਕਿ ਤੁਸੀਂ ਹਰ ਇੱਕ ਨਾਲ ਕਰਾਓਗੇ, ਮਕਸਦ ਫਿਰ ਤੇ ਇਹੀ ਹੈ ਨਾ। ਮੈਨੂੰ ਤਾਂ ਇਹੀ ਨਹੀਂ ਫਿਰ ਸਮਝ ਮੈਂ ਲੱਗੀ ਤੇ ਕਿ ਉਹ ਅਲੀ ਅਕਬਰ ਜਿਹੜੇ ਤੁਹਾਡੇ ਨਾਲ ਕੀਤਾ ਤੇ ਤੁਸੀਂ ਯਾਨੀ ਕਿ ਹੁਣ ਸਾਡੇ ਨਾਲ ਵੀ ਨਹੀਂ ਇੰਨੀ ਨਹੀਂ ਮੈਂ ਸਲੂਕ ਬਾਬਾ ਜੀ ਕਰੋਗੇ। ਤੁਹਾਡੇ ਨਾਲ ਥੋੜਾ ਕਰਾਉਣ ਡਿਆ। ਚਲੋ ਤਾਇਆ ਮੈਂ ਬੰਦੇ ਬਾਹਰ ਚੁੱਕੋ, ਬੰਦੇ ਬਹੁਤ ਡਿੱਗ ਪਏ ਨੇ ਥੱਲੇ, ਗਾਲਾਂ ਕਢਾਓ ਚੁੱਕ ਕੇ ਬੰਦੇ। ਉਹ ਨਹੀਂ, ਉਹ ਨਾ ਹੁਣ ਰੋਨਾਲਡੋ, ਮੈਂ ਇਹਨਾਂ ਨਾਲ ਤੁਹਾਡੀ ਕੋਈ ਆਈਡੀ ਗੱਲ ਨਹੀਂ ਨਹੀਂ ਕੀਤੀ। ਰੋਨਾਲਡੋ ਸਾਹਿਬ ਸ਼ੋ ਹੋਣ ਡਈ। ਮੈਂ ਮੈਂ ਤਾਂ ਕਹਿਣ ਡਿਆ ਤੁਹਾਡੇ ਕਿ ਨਾਲ ਆਪਣੇ ਗੱਲ ਤਾਇਆ ਸਾਹਿਬ ਕੀਤੀ ਹੈ। ਬੰਦੇ ਉਹ ਹੁਣ ਬੰਦੇ ਤਾਂ ਚੱਕ ਉਹਨੂੰ ਕੇ ਗਾਲਾਂ ਉਹ ਹੁਣ ਕਢਾਓ। ਬੋਲੀ ਜਾਂਦਾ ਵਾ, ਫਜ਼ੂਲ ਚ ਬੋਲੀ ਜਾਂਦਾ ਵਾ, ਪਾਗਲ ਹੋਇਆ ਵਾ। ਉਹਨੂੰ ਹੁਣ ਉਹਨੂੰ ਅਸੀਂ ਵੀ ਉਹਦਾ ਗੁੱਸਾ ਨਾ, ਇਲਾਜ ਉਹਨੂੰ ਰੋਜ਼ ਗਾਲਾਂ ਕੱਢਦਾ ਅਲੀ ਉਹ ਅਕਬਰ, ਭਾਵੇਂ ਨਾ ਤਾਂ ਉਹ ਅਸੀਂ ਬੋਲਣ ਡਿਆ ਕੱਢੀਏ ਪਿਆ। ਗੱਲ, ਅਸੀਂ ਕੱਢੀਏ। ਨਹੀਂ ਤੁਸੀਂ ਬਿਲਕੁਲ ਨਹੀਂ ਕੱਢੀ, ਬਿਲਕੁਲ ਮੈਂ ਹਾਂ, ਤੇ ਕਦੋਂ ਫਿਰ ਕਹਿਣ ਡਿਆ। ਅਲੀ ਅਕਬਰ ਨੂੰ ਕੱਢ ਲੈ ਖਾਂ, ਏਡਾ ਉਹ ਜੀਦਾਰ ਬੰਦਾ ਵਾ ਸੈਫੀ, ਤੇ ਉਹਨੂੰ ਜਾ ਕੇ ਕੱਢ ਲੈ ਖਾਂ। ਤੇ ਉਹ ਤੁਹਾਨੂੰ ਤੂੰ ਮਤਲਬ ਕਿ ਕੱਢਣ ਡਿਆ। ਉਹਨੂੰ ਅੱਜ ਗੁੱਡੂ ਫੇਰ ਇੱਥੇ ਬਹਿ ਕੇ ਗਾਲਾਂ ਕੱਢ ਉਹ ਗਿਆ ਯਾਰ ਮੇਰੀ ਬਰਾੜ ਮੈਂ ਤੇ। ਆਂਦਾ ਗੁੱਡੂ ਕੱਢੇ, ਜਿਹੜਾ ਮਰਜ਼ੀ ਕੱਢੇ, ਅਸੀਂ ਉਹਨੂੰ ਕੀ ਕਿਹਾ ਸੈਫੀ ਨੂੰ? ਮੈਂ ਸੈਫੀ ਨੂੰ ਕੀ ਗੱਲ ਕੱਢੀ? ਉਹ ਤਾਇਆ ਨਹੀਂ ਸਾਹਿਬ ਤੁਹਾਡੇ ਨਾਲ ਤੁਸੀਂ ਨਹੀਂ ਬਸ ਕਰਦਾ। ਗਾਲਾਂ ਕਢਾਓ, ਤੁਹਾਡੀ ਮਿਹਰਬਾਨੀ। ਹਾਂ ਤਾਂ ਹੁਣ ਬੋਲਦਾ ਤਾਂ ਰਿਹਾ, ਪਤਾ ਨਹੀਂ ਸਾਈਕਲ ਤੇ ਤੇ ਪਤਾ ਆਪਣੇ ਨਹੀਂ ਕੀ ਬਕਵਾਸ ਕਰਦਾ ਰਿਹਾ। ਰੋਨਾਲਡੋ ਮੈਂ ਭਾਈ ਤੁਹਾਨੂੰ ਜਿਹੜੀ ਕੁਛ ਉਹ ਨਹੀਂ ਅਲੀ ਆਖਿਆ ਅਕਬਰ ਨੇ ਕੱਢੀਆਂ ਨੇ ਅੱਜ, ਯਾਰ। ਉਹਦਾ ਕੋਈ ਕੌਣ ਨਹੀਂ ਕੱਢੀਆਂ, ਜ਼ਿੰਮੇਵਾਰ ਹੈ? ਕੋਈ ਤਾਰ ਨਹੀਂ ਕੱਢੀਆਂ। ਸਾਹਿਬ ਰਿਕਾਰਡਿੰਗ ਜਿਹੜੀਆਂ ਭੇਜਦਾ ਤੁਹਾਨੂੰ। ਭੇਜੋ। ਤਾਰ ਤੁਸੀਂ ਸਾਹਿਬ ਮੈਨੂੰ ਮੈਂ ਕਿਹਾ ਸੀ ਤੇ ਉਹਦੇ ਬਾਅਦ ਜੋ ਜੋ ਉਹਨੇ ਗਾਲਾਂ ਕੱਢੀਆਂ ਨੇ ਉਹ ਤੁਹਾਨੂੰ ਨਹੀਂ ਪਤਾ? ਮੈਂ ਨਾਲ ਹੀ ਥੱਲੇ ਉਤਰ ਗਿਆ ਸੀ, ਮੈਂ ਕੰਮ ਚੱਲ ਗਿਆ ਸੀ। ਤੇ ਅਤੇ ਤਾਰ ਉਹ ਫਿਰ ਸਾਹਿਬ ਤੇ ਰਿਕਾਰਡਿੰਗ ਨਾ, ਫੋਟੋ ਸੀਸੀਟੀ ਕੋ ਮਿਲ ਲਓ। ਤਾਰ ਸਾਹਿਬ ਮੈਂ ਤੇ ਤੁਹਾਡੇ ਤੇ ਕਸਮ ਵੀ ਅੱਜ ਬੜਾ ਨਾ ਖੁਸ਼ ਹੀ ਹੋਇਆ ਵਾ। ਵੈਸੇ ਤੁਸੀਂ ਜੋ ਕੰਮ ਕਰਾਇਆ ਨਾ, ਨਹੀਂ ਬਾਬਾ ਬਿਹਤਰੀਨ ਜੀ ਮੈਂ ਕਰਾਇਆ। ਨਹੀਂ ਕੋਈ ਮੈਂ ਵੀ ਕਿਉਂਕਿ ਐਸੀ ਵੈਸੀ ਮੈਂ ਗੱਲ ਨਾ, ਕਰਾਈ। ਬਲੀਵ ਕਰੋ, ਮੈਂ ਤੁਹਾਡੇ ਬਾਰੇ, ਤੁਹਾਨੂੰ ਮੇਰਾ ਪਤਾ ਹੀ ਹੈ ਕਿ ਮੈਂ ਤੁਹਾਡੇ ਬਾਰੇ ਕਦੀ ਇਹੋ ਜਿਹੀ ਗੱਲ ਸੋਚੀ ਵੀ ਨਹੀਂ ਸੀਗੀ। ਜੀ ਜੀ ਬਾਬਾ ਜੀ ਤੇ ਮੇਰੇ ਜਿਹੜੀ ਮੇਰੇ ਲਈ ਵੀ ਤੁਸੀਂ ਜਿਹੜੀ ਸੈਫੀ ਨੂੰ ਤੁਹਾਡੇ ਕਰਕੇ ਕੋਈ ਐਸੀ ਕੀਤੀ ਹੈ ਵੈਸੀ ਨਾ, ਗੱਲ ਨਹੀਂ ਹੈ। ਤੁਸੀਂ ਥੱਲੇ ਮੈਨੂੰ ਸੱਦ ਕੇ ਤੇ ਸੈਫੀ ਨਾਲ ਕਰਾਇਆ, ਮੈਂ ਬਿਹਤਰੀਨ ਗੱਲ ਕਰਾਈ। ਨਹੀਂ ਮੈਂ ਚਲੋ ਕੋਈ ਗੱਲ ਨਹੀਂ ਕਰਾਈ ਮੈਂ ਐਸੀ। ਹੁਣ ਯਾਦ ਰੱਖਾਂਗਾ ਬਾਹਲ ਨਾ, ਕਿਉਂਕਿ ਉਹ ਬੰਦੇ ਨਾਲ ਜਦੋਂ ਨਹੀਂ ਨਹੀਂ ਹੋਵੇ ਨਾ, ਬਾਬਾ ਜੀ ਕਿਉਂਕਿ ਮੈਂ ਤੁਸੀਂ ਹੁਣ ਜਾਣ ਕੇ ਦੂਜੀ ਪਾਰਟੀ ਦਾ ਹਿੱਸਾ ਨਹੀਂ ਬਣਨ ਦੇ ਜੇ, ਮੈਂ ਸੱਚੀ ਕਿਸੇ ਗੱਲ ਨਹੀਂ ਹੈ। ਪਾਰਟੀ ਦਾ ਨਹੀਂ ਹਿੱਸਾ। ਮੈਂ ਬਲੀਵ ਕਰੋ ਹਰ ਬੰਦੇ ਕੋ ਤੁਹਾਨੂੰ ਬਹਿਣਾ, ਪਤਾ ਕਿ ਤੁਹਾਡੇ ਕੋਲ ਅਲੀ ਵੀ ਅਕਬਰ ਆਉਣਾ। ਇੱਥੇ ਬਹਿੰਦਾ ਰਿਹਾ ਤੇ ਕਿੰਨੀ ਉਹਨੂੰ ਇੱਜ਼ਤ ਦਿੱਤੀ ਹੈ। ਹਾਂ ਉਹਨੇ ਆ नहीं, कैसे जस्टिफाई करेंगे आप बताएं? जो सैफी साहब ने किया वो कैसे जस्टिफाई करेंगे? ਉਹਨੇ ਜੋ उन्होंने ਮੈਂ तो ਸੁਣੀ थोड़ा ਨਹੀਂ सा ਉਹਨੇ ਕੀ ਆਖਿਆ, ਮੈਂ ਕੋਈ ਨਹੀਂ ਸੁਣੀ, ਜੇ ਨਹੀਂ ਸੁਣੀ ਹਾਂਜੀ। ਮੈਨੂੰ ਗੱਲ ਕਰਨ ਦੀ ਕੋਈ ਲੋੜ ਨਹੀਂ ਸੀ। ਕਿਸੇ मैं ਸਾਫੀ रिकॉर्डिंग ने पेश कुछ कर नहीं देता किया हूँ, या अली मैं अकबर रिकॉर्डिंग रोज पेश कर जाता देता हूँ, मैं रिकॉर्डिंग पेश कर देता हूँ। उन्होंने भी यही ਮੈਨੂੰ बात ਰਿਕਾਰਡਿੰग इसी ਸੁਣਨ ਦੀ तरह ਕੋਈ से ਲੋੜ बात ਨਹੀਂ की ਕਿਸੇ ਦੀ, ਕੋਈ मैं कह उन्होंने भी तो रहा नबी करीम सल्लल्लाहु अलैहि वसल्लम को यार ऐसे लफ्ज इस्तेमाल किए थे ਮੈਨੂੰ ना। ਕਹਾਣੀਆਂ ਨਾ ਸੁਣਾਓ, ਮੈਂ ਇਹਨਾਂ ਕਹਾਣੀਆਂ ਨਹੀਂ ਮੰਨਦਾ ਕੋਈ ਵੀ, ਤੇ ਬਸ ਕਰੋ। ਜਿਹੜਾ ਬੰਦਾ ਮੂੰਹ ਤੇ ਗੱਲ ਹੁੰਦੀ, ਗੱਲ ਉਹ ਹੁੰਦੀ ਹੈ। नहीं ਸੁਣੀ तो ਸੁਣੀ फिर ਗੱਲ ਦਾ सैफी ਨਹੀਂ साहब ਪਤਾ को ਕੀ भी कंडेम ਆਖਿਆ, करें ਕੀ ना। ਉਹਦਾ ਮਕਸਦ ਸੀ ਉਸ ਟਾਈਮ, ਕੀ ਗੱਲ ਹੋਣ ਡਈ ਸੀ, ਸਾਨੂੰ ਕੀ ਪਤਾ ਹੈਗਾ। आप सैफी साहब ਤੁਸੀਂ को भी ਗੱਲ ਕਰੋ, कंडेम ਨਹੀਂ करें। ਸੁਣਨ ਦੇ ਮੌਕੇ ਤੇ ਬੈਠੇ ਉਹਦੀ ਗੱਲ ਕਰਿਆ ਕਰੋ, ਦੂਜੀ ਪੁਰਾਣੀ ਗੱਲਾਂ ਨਹੀਂ ਕਰਦੀ ਕਿਸੇ ਦੀ। आप सैफी साहब को भी कंडेम करेंगे? ਮੈਂ ਨਹੀਂ ਕੋਈ ਗੱਲ ਸੁਣੀ, ਮੈਂ ਕਿਵੇਂ ਕਰਾਂ ਨੂੰ, ਮੈਨੂੰ ਪਤਾ ਹੀ ਕੋਈ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਈ। मैं रिकॉर्डिंग पेश कर देता हूँ, मैं ਮੈਨੂੰ रिकॉर्डिंग पेश कर ਰਿਕਾਰਡਿੰग दूँ ਨਹੀਂ फिर कर ਚਾਹੀਦੀ ਕਿਸੇ देंगे? ਦੀ, ਮੈਨੂੰ ਕੋਈ ਨਹੀਂ ਚਾਹੀਦੀ। नहीं ना। अली अकबर ने मैं अगर इस क्या तरह के जिम्मेवार अल्फाज नहीं किए, हूँ। बहुत गलत किया। ना मैं अली गल अकबर सुनी साहब ने किसी बहुत दी, गलत किया। अली ना अकबर मैं साहब कोई ने गल बहुत गलत सुनी है, किया। ना मैं भाई गल साहब करने की लोड़ है। मैं तो मौके की गल कर रहा हूँ हुण दी, ਗੱਲ ਕੋਈ ਐਸੀ ਵੈਸੀ ਨਹੀਂ ਕਰਨ ਦੀ ਜ਼ਰੂਰਤ। मैं किसी की गल नहीं कर रहा, साहब काम ने नहीं कर बहुत रहा गलत की किया। गल। ਸਾਫੀ ਫਿਰ ਤੈਨੂੰ ਦੱਸ ਲੈਂਦਾ ਵੀ ਕਿੱਦਾਂ ਫਿਰ ਕਰੀਦਾ। अली अकबर साहब ने बहुत गलत किया, लेकिन जो साफी सैफी साहब साहब ਜੀ ने ਉਹਨੇ किया वो मुखालफ गलत नहीं किया, करी ठीक जी, था। ਉਹਨੂੰ ਉਹ ਬਗੈਰ ਆਏ ਇੱਥੇ ਆਣ ਕੇ ਗੱਲ ਕਰੇ ਜੇ ਕਰਨੀ ਸੀ। जो ਮਾਮਾ सैफी ਮੱਦਾ साहब ने ਸਾਹਿਬ किया ਤੇ क्या वो ठीक ਨਹੀਂ था? ਨਾ ਸਾਡੇ ਨਾਲ ਦੇ ਇਹ ਤੇ ਹੁਣ ਆਏ ਨੇ ਨਾ, ਇਹਨਾਂ ਵੀ ਤਾਂ ਯਾਰ ਗੱਲ ਮੈਨੂੰ ਬੜਾ ਸੁਣੀ ਦੁੱਖ ਇਹਨਾਂ ਲੱਗਾ, ਦੀ। ਥੱਲੇ ਸੌ ਗਏ, ਮੈਂ ਬੈਠਾ, ਮੇਰਾ ਚਾਹੀਦਾ ਮੈਂ ਗੱਲ ਕਰਾਂ, ਮੇਰਾ ਦਿਲ ਨਹੀਂ ਕਿਤਾ ਬੰਦੇ ਨਾਲ ਗੱਲ ਕਰਨ ਤੇ। ਯਾਰ ਬੈਠੇ ਹਰ ਬੰਦੇ ਗੱਲ ਕਰ, ਤੂੰ ਆਪਣੀ ਗੱਲ ਕਰ, ਜਾਂ ਤੇ ਰੌਲਾ ਹੈ ਉਹਨੇ सैफी ਗੱਲ साहब को ਕਰ, उठा लें आप, ਚੰਗੀ ਮਾੜੀ ਜੋ सैफी ਕਰਨੀ साहब को ਤੂੰ। उठा लें, मैं डायरेक्ट उनसे बात कर लेता हूँ ना। सैफी साहब को उठा लें आप ऊपर। जो सैफी साहब ने किया उसे कैसे कंडेम नहीं करेंगे आप? या अगर अली अकबर ने ਸਾਨੂੰ किया ਪਤਾ काम ਕੀ किया, ਕੀ ਆਖਿਆ ਉਹਨੇ, ਕੀ ਜਦੋਂ ਆਖਿਆ ਸਾਫੀ ਉਹਦਾ ਨੇ ਪਤਾ, ਕੀਤੇ ਅਸੀਂ ਮੌਕੇ ਦੀ ਗੱਲ ਕਰਨ ਦੇ ਆ, ਕਰੀਏ। ਮੌਕੇ ਦੀ ਗੱਲ ਕੀ ਹੋਈ ਹੈ। मैं रिकॉर्डिंग पेश कर देता हूँ, मैं रिकॉर्डिंग पेश कर देता हूँ, फिर कंडेम कर ਯਾਰ दीजिएगा। ਜਿਹੜੀ ਰਿਕਾਰਡ ਦੀ ਨਹੀਂ ਨਾ ਜ਼ਰੂਰਤ मैं ਕੋਈ रिकॉर्डिंग ਵੀ, पेश कर देता हूँ ਹਰ सैफी ਸਾਡੇ साहब ਫਾਇਦੇ की, ਨੇ। लेकिन उन्होंने कहा कि ਕੀ ਕੱਟਵੜ ਕੀਤਾ ਜਿਹੜਾ ਜਮਾ ਬੰਦਾ ਉਧਰ ਜਾ ਕੇ ਅੱਛਾ ਕੀ ਬੈਠਾ ਹੋਣ ਡਿਆ। उस रिकॉर्डिंग में सैफी साहब ने साफ साफ कहा, उस कुछ नहीं रिकॉर्डिंग किया में सैफी सैफी साहब ने साहब साफ साफ कहा कि नबी ने ये सब 7 कोई साल की कहता बच्ची के साथ ਨਹੀਂ धोखा ਯਾਰ किया। ਅਸੀਂ ਨਹੀਂ क्या ਨਿਕਲ क्या ਰਿਕਾਰਡਿੰਗਾਂ ਸੁਣਾਉਂਦੇ ਸਾਨੂੰ, ਫਲਾਣੇ ਕੀ ਆਖਿਆ, ਢਿੰਗਰੇ ਕੀ ਆਖਿਆ, ਸਾਨੂੰ ਕੀ ਪਤਾ ਕੀ कंडेम कर लेंगे आप? मैं अगर रिकॉर्डिंग पेश कर दूं, मैं अगर रिकॉर्डिंग पेश ਸਾਨੂੰ कर दूं, ਕਿਸੇ ਵਕਾਲਤ ਨਹੀਂ सैफी साहब को ਕਰਨੀ, कंडेम ਤੁਸੀਂ करेंगे? ਆਪਣੀ ਗੱਲ ਕਰੋ ਜਿਹੜੀ ਕਰਨੀ ਹੈ, ਕਿਸੇ ਦੀ ਵਕਾਲਤ ਨਾ ਕਰੋ। ਖੁਦਾ ਕੱਲ ਨੂੰ ਮਰਨਾ ਕਿ फिर ਕਬਰ भी नहीं ਜਾਣਾ करनी, ਤਾਂ ਉਹਦੇ ਚ। फिर भी नहीं करनी। ये तो फिर 722 है ना। फिर
फिर अली अकबर को किस मुंह से कंडेम कर रहे हैं? अली अकबर ने भी तो वही काम ਆ किया। ਸੁਣੀਏ ਨਾ ਗੱਲ ਤਾਂ अली ਵੀ अकबर भी ਬੋਲਿਆ वही ਵੇ काम कर रहा है। ਭਾਈ ਉਹ ਕਰ ਰਿਹਾ ਨਹੀਂ ਕਰ ਰਿਹਾ ਸਾਨੂੰ ਪਹਿਲੇ ਦਾ ਨਹੀਂ ਪਤਾ ਕੋਈ ਵੀ ਆਹ ਜਿਹੜੀ ਸੁਣੀ ਉਹਦੀ ਗੱਲ ਕਰਨ ਦੇ ਅਸੀਂ ਉਹਨੇ ਕੀ ਭੌਂਕਿਆ ਅਸੀਂ ਤਾਂ ਜਾਣਦੇ ਵੀ ਨਹੀਂ ਭੈਣ ਚੋਂ ਨੂੰ ਨਹੀਂ ਆਪਣੇ ਪਰ ਮੁਹੰਮਦ ਅਹਿਮਦ ਲੈਂਗੁਏਜ ਭਾਈ ਦੱਸਦੀ ਹੈ ਕਿ ਆਵਾਰਾ ਬੰਦੇ ਦੀ ਗਾਲਾਂ ਲੈਂਗੁਏਜ ਕੱਢਦਾ ਦੱਸਦੀ ਹੈ ਕਿ ਆਵਾਰਾ ਬੰਦਾ ਹੈ ਨਾਂ ਲੈ ਲੈ ਕੇ ਗਾਲਾਂ ਇਹ ਬੰਦੇ ਦਾ ਕੱਢਦਾ ਪੁੱਤਰ ਕੋਈ ਨਹੀਂ ਚਾਰ ਠੀਕ ਹੈ ਲੋਕਾਂ ਗਿਆ ਨੂੰ ਗੈਰ ਮਦਰਸੇ ਅਹਿਮਦੀ ਚਾਰੇ ਬਣਾਉਣ ਪੜਿਆ ਹੋਵੇ ਕਰਿਆ ਜੋ ਵੀ ਹੈਗਾ ਉਹ ਤੇ ਅਸੀਂ ਵੀ ਇੱਜ਼ਤ ਕਰ ਰਹੇ ਹਾਂ ਪਰ ਲੇਕਿਨ ਹਰਾਮ ਦੇ ਨਹੀਂ ਗੱਲ ਕਰਨੀ ਹਰ ਬੰਦੇ ਨੂੰ ਗਾਲ ਕੱਢ ਦੇਣੀ ਮੁਬਲਕਾਂ ਨੂੰ ਵੀ ਗਾਲ ਕੱਢ ਦੇਣੀ ਹੈ ਬਦਮਾਸ਼ ਹੈ ਭੈਣ ਜੋ ਕੋਈ ਅਹਿਮਦੀ ਭਰਾ ਜਾਂਦਾ ਉਹਨੂੰ ਵੀ ਸ਼ਰਾਬ ਪੀ ਗਾਲ ਕੇ ਭੈਣ ਕੱਢਦਾ ਜੋ ਬਕਵਾਸ ਕਰਦਾ ਕੁੱਤੇ ਦਾ ਪੁੱਤਰ ਪਿਆ ਚਰਸੀ ਹੈ ਚਰਸੀ ਪੂਰਾ ਹੈ ਹੀ ਨਹੀਂ ਸਹੀਆਂ ਗੱਲ ਯਾਰ ਮੇਰੀ ਗੱਲ ਸੁਣ ਮੈਂ ਜ਼ਿੰਦਗੀ ਗੁਜ਼ਾਰ ਛੜੀ ਜੇ ਮੈਂ ਐਸਾ ਕੁੱਤਾ ਇਹਦੀ ਕੋਈ ਨਹੀਂ ਵੇਖਿਆ ਨਾਲੇ ਆਖੇ ਮੈਂ ਦੀ ਨਾਲੇ ਆਖੇ ਬਕਵਾਸ ਕਰਿਆ ਹੋ ਜੀ ਕਿਸ ਤਰ੍ਹਾਂ ਗੰਦਾ ਇਨਸਾਨ ਹੈ ਯਾਰ ਹਾਫਜ਼ੇ ਕੁਰਾਨ ਇਹਨੇ ਤਬਲੀਗ ਕਰਨੀ ਲਾਂਦੀ ਨੇ ਖਬੀਸ ਆਦਮੀ ਨੇ ਜਮਾਨ ਬਦਨਾਮ ਕਰਨ ਦਿਆ ਲਾਂਦੀ ਇਹ ਸ਼ੁਕਰ ਮੇਰੇ ਲਾਣ ਹੁੰਦਾ ਸ਼ੁਕਰ ਮੈਂ ਆਪਣੇ ਘਰ ਲਾ ਜਾਣਾ ਤੇ अस्सलाम वालेकुम। ਵਾਲੇਕੁਮ ਅਸਲਾਮ जी भाई ਆਇਆ इस ਸੀ तरह ਬੜਾ ਫੰਨੇ ਖਾਂ देखो ਮੁਹੰਮਦ ਅਹਿਮਦ ਸਾਹਿਬ ਉੱਥੇ ਸੁਣ ਕੇ ਆਏ ਨੇ ਸਾਫੀ ਭਾਈ ਗੱਲ हाँ जी मेरे उत्ते ਹਾਂ ਫੇਰ इल्जाम ਬਕਵਾਸ लांदे ਕਰਨ ਦੇ मेरे उत्ते इल्जाम लांदे ने ਇਹਨੂੰ ਕਹੋ ਕਿ ਉਹ ਰਿਕਾਰਡਿੰਗਾਂ ਪੇਸ਼ ਕਰੋ ਰਿਕਾਰਡਿੰਗਾਂ ਚਲਾਓ ਠੀਕ ਹੈ जी जो अस्सलाम करना है वालेकुम करो अच्छा ਇਹ ਸਾਫੀ ਪਤਾ ਹੀ ਆ हाँ जी ਮੈਨੂੰ ਪਤਾ ਹੈ ਕਿ ਇਹ ਮੈਨੂੰ ਪਤਾ ਹੈ ਇਹਦਾ लेकिन गल इस टाइम वो नहीं हो रही वालेकुम सलाम तैफी साहब मेरी 30 सेकंड बात सुन लें आप 30 सेकंड मेरी हाँ बात जी सुन लें हाँ जी करें जी तैफी साहब अली अकबर ने गलत किया अली अकबर ने ਅੱਛਾ ਦੇਖੋ ਜੀ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਦੋਂ ਵੀ ਅਸੀਂ ਇਹਨਾਂ ਲੋਕਾਂ ਦੇ ਨਾਲ ਬਹਿੰਦੇ ਸੀਗੇ ਅਸੀਂ ਅੱਜ ਤੱਕ ਇਹ ਸਾਬਤ ਕਰ ਦਵੇ ਅਸੀਂ ਇਹਦੀ ਕਦੀ ਮਾਂ ਨੂੰ ਭੈਣ ਨੂੰ ਇਹਦੀ ਬੇਟੀ ਨੂੰ ਕਿਹਦੀ ਬੀਵੀ ਨੂੰ ਕਿਸੇ ਵੀ ਔਰਤ ਨੂੰ ਮੇਰੀ ਗਾਲ ਜਾਨ ਕੱਢੀ ਸਾਹਿਬ ਹੋਵੇ ਅਲੀ ਅਕਬਰ ਕੋ ਬਹੁਤ ਜਾ ਕੇ ਸਾਡੇ ਕੋਲ ਕੀ ਲੈਣ ਆਉਂਦੇ ਅਸੀਂ ਕਦੀ ਵੀ ਕਿਸੇ ਅਹਿਮਦੀ ਨੂੰ ਗਾਲ ਨਹੀਂ ਕੱਢੀ ਅਹਿਮਦ ਜੱਟ ਨੂੰ ਕਿਸੇ ਨੂੰ ਗਾਲ ਨਹੀਂ ਕੱਢੀ ਇਹਨਾਂ ਨੇ ਗਾਲਾਂ ਕੱਢੀਆਂ ਨੇ ਇਸ ਬੰਦੇ ਨੇ ਬਿਲਾ ਵਜ੍ਹਾ ਗਾਲਾਂ ਕੱਢੀਆਂ ਨੇ ਅਸੀਂ ਇਹਦੀ ਲਾਈਵ ਤੇ ਬੈਠੇ ਇਹਨੇ ਥੱਲੇ ਲਾ ਕੇ ਉੱਤੋਂ ਗਾਲਾਂ ਕੱਢੀਆਂ ਨੇ ਬਿਲਾ ਵਜ੍ਹਾ ਮਾਵਾਂ ਭੈਣਾਂ ਦੀਆਂ ਠੀਕ ਹੈ ਉਸ ਤੋਂ ਬਾਅਦ ਇਹ ਬੰਦਾ ਪਿਛਲੇ ਕਾਫੀ ਦਿਨਾਂ ਤੋਂ ਗਾਲਾਂ ਕੱਢੀ ਜਾ ਰਿਹਾ ਹੈ ਫਿਰ ਇੱਕ ਸਾਫੀ ਸਾਹਿਬ ਕੱਲ ਸੁਣ ਲਓ ਸਾਨੂੰ ਲਾਈਵ ਲਾਉਣ ਤੋਂ ਮਨਾ ਕੀਤਾ ਸੀ ਮਨਾ ਹੋ ਗਏ ਆ ਇਰਫਾਨ ਜੱਟ ਸਾਹਿਬ ਮੁਹੰਮਦ ਅਹਿਮਦ ਸਾਹਿਬ ਇਹਨਾਂ ਨੇ ਅੱਜ ਫੇਰ ਲਾਈਵ ਲਾ ਲਈਏ ਹਾਲਾਂਕਿ ਇਹਨਾਂ ਵਾਅਦਾ ਕੀਤਾ ਨਹੀਂ ਲਾਈਵ ਲਾਵਾਂਗੇ ਫਿਰ ਉੱਥੇ ਬਹਿ ਕੇ ਉਹ ਗਾਲਾਂ ਕੱਢਣ ਦਾ ਉਹ ਮੈਨੂੰ ਲੱਗਦਾ ਚਰਚ ਪੀ ਲੈਂਦਾ ਉਹ ਨਹੀਂ ਉਹਨੇ ਗਾਲਾਂ ਕੱਢਣੀਆਂ ਨੇ ਉਹਦੀ ਤਾਲੀਮ ਹੀ ਇਹ ਤੁਸੀਂ ਦੇਖੋ ਇੱਕ ਬੰਦਾ ਹੈ ਨਾ ਉਹ ਕਹਿੰਦਾ ਹੈ ਕਿ ਮੈਂ ਬੱਚਿਆਂ ਦੀਆਂ ਗਾਂਡਾਂ ਮਾਰਦਾ ਸੀ ਇਹ ਬੰਦਾ ਕਹਿੰਦਾ ਹੈ ਇਹ ਹਾਫਜ਼ ਹੈ ਤੁਸੀਂ ਇਹਦੀ ਹਾਲਤ ਵੇਖ ਲਓ ਇਸ ਹਾਫਜ਼ ਦੀ ਮੈਂ ਤੇ ਸ਼ਾਤਮੀਅਤ ਦੀ ਸਾਹਿਬ ਨੇ ਦੱਸਤਾ ਕਿਦਾਂ ਦਾ ਮੈਂ ਤੇ ਸ਼ਾਤਮੀਅਤ ਦੀ ਗੱਲ ਹੀ ਨਹੀਂ ਕਰਦਾ ਮੈਂ ਕਹਿੰਦਾ ਜੀ ਜੋ ਵੀ ਬਕਵਾਸ ਕੀਤੀ ਹੈ ਇਹ ਜਾਣੇ ਅੱਲਾ ਜਾਣੇ ਮੈਂ ਕੋਈ ਕੀਤੀ ਹੈ ਮੇਰਾ ਰੱਬ ਜਾਣੇ ਮੈਂ ਕਿਸੇ ਨੇ ਕਹਿੰਦਾ ਪ੍ਰੂਵ ਕਰੋ ਨਾ ਕਰੋ ਮੈਨੂੰ ਪਤਾ ਹੈ ਮੈਂ ਕੀਤੀ ਹੈ ਨਹੀਂ ਕੀਤੀ ਮੇਰਾ ਰੱਬ ਨੂੰ ਪਤਾ ਹੈ ਠੀਕ ਹੈ ਲੇਕਿਨ ਇਹ ਲਾਂਤੀ ਇਨਸਾਨ ਹਰ ਰੋਜ਼ ਬਹਿ ਕੇ ਗਾਲਾਂ ਕੱਢਦਾ ਹੈ ਗੰਦੀਆਂ ਗਾਲਾਂ ਕੱਢਦਾ ਹੈ ਬੰਦਾ ਤੇ ਜਿਹੜੇ ਇਹਦੇ ਨਾਲ ਬੈਠੇ ਨੇ ਜੱਟ ਲੈਲ ਪੁੜੀਆ ਇਹ ਜਾਨੀ ਇਹ ਦੂਜੇ ਬਗੈਰਤ ਜਿੰਨੇ ਨੇ ਸਾਰੇ ਬਹਿ ਕੇ ਇਹਨੂੰ ਸਪੋਰਟ ਕਰਦੇ ਨੇ ਇਹ ਕੱਲ ਵੀ ਗਾਲਾਂ ਕੱਢ ਰਿਹਾ ਸੀ ਉੱਥੇ ਬਹਿ ਕੇ ਤੇ ਮੁਹੰਮਦ ਅਹਿਮਦ ਤੈਨੂੰ ਉਹ ਅਹਿਮਦ ਜੱਟ ਸਪੋਰਟ ਕਰ ਰਿਹਾ ਸੀ ਤੇ ਅਸੀਂ ਜਦੋਂ ਪੁੱਛਿਆ ਅਹਿਮਦ ਜੱਟ ਨੂੰ ਤੇ ਅਹਿਮਦ ਜੱਟ ਕਹਿੰਦਾ ਰਿਕਾਰਡਿੰਗ ਲੈ ਕੇ ਆਓ ਰਿਕਾਰਡਿੰਗ ਉਹ ਵੀ ਰਿਕਾਰਡਿੰਗ ਤੈਨੂੰ ਪਤਾ ਨਹੀਂ ਹੈਗਾ ਕਿ ਤੂੰ ਗਾਲਾਂ ਕੱਢੀਆਂ ਨੇ ਤੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੀਆਂ ਹੋਈਆਂ ਨੇ ਅਹਿਮਦੀਆਂ ਨੂੰ ਤੂੰ ਹਰ ਅਹਿਮਦੀ ਨੂੰ ਗਾਲ ਕੱਢੀ ਹੈ ਲਾਈਵ ਲਾ ਕੇ ਤੈਨੂੰ ਕੱਲ ਸੀਕਰ ਨੇ ਵੀ ਤੇਰੇ ਮੂੰਹ ਦੇ ਉੱਤੇ ਇਹੀ ਗੱਲ ਮਾਰੀ ਹੈ ਕਿ ਉਹ ਲਾਂਤੀਆ ਉਹ ਬਗੈਰਤਾ ਉਹ ਤੂੰ ਆ ਗਿਆ ਤੂੰ ਮੁਅੱਜ਼ਜ਼ ਬਣ ਕੇ ਆ ਗਿਆ ਸਾਡੀ ਲਾਈਵ ਦੇ ਉੱਤੇ ਜਦ ਦਫਾ ਹੋ ਜਾ ਇੱਥੋਂ ਤੂੰ ਤਾਂ ਗਾਲਾਂ ਖੁਦ ਕੱਢਦਾ ਰਿਹਾ ਅਹਿਮਦੀਆਂ ਨੂੰ ਤੂੰ ਤਾਂ ਖੁਦ ਗੰਦੀਆਂ ਗਾਲਾਂ ਕੱਢੀਆਂ ਨੇ ਹੈਲੋ ਸਾਫੀ ਭਾਈ ਹਾਂਜੀ ਗੱਲ ਹੈਗੀ ਹੈ ਕਿ ਅੱਗੇ ਬੰਦਾ ਇਹ ਰਦਾਈਲ ਦੇ ਗੱਲ ਦਿਆ ਨਾ ਕਰਨਾ ਇਹਨ ਮੈਂ ਸੁਣਿਆ ਸੈਣੀ ਬਰਾੜ ਤੇ ਵੀ ਜੋ ਇਹ ਜਿੱਦਾਂ ਹੈਗਾ ਨਾ ਨੇਕ ਬੰਦਾ ਮੈਂ ਸੁਣ ਲਈਆਂ ਗੱਲਾਂ ਸਾਰੀਆਂ ਅਸੀਂ ਰੋਜ਼ ਸੁਣਦੇ ਰਹੇ ਸਾਡਾ ਕੰਮ ਹੁੰਦਾ ਕੰਮ ਕਰੀਦਾ ਨਾਲ ਸੁਣਦੇ ਰਹੀਦਾ ਠੀਕ ਹੈ ਜੀ ਤਾਂ ਹੁਣੇ ਬੈਠਾ ਹਾਂ ਤੇ ਉਹ ਯਾਰ ਤੇਰੀ ਲੜਾਈ ਹੈ ਬੰਦੇ ਨੂੰ ਉਹਨੂੰ ਗੱਲ ਕਰ ਉਹਨੂੰ ਗਾਲ ਕੱਢ ਤੂੰ ਪੂਰੀ ਜਮਾਨ ਨੂੰ ਗਾਲ ਕੱਢਣ ਡਿਆ ਐਵੇਂ ਨਾਲ ਬਲਕਾਂ ਨੂੰ ਗਾਲਾਂ ਕੱਢਣ ਡਿਆ ਐਵੇਂ ਯਾਰ ਕਿਸ ਤਰ੍ਹਾਂ ਦਾ ਬੰਦਾ ਯਾਰ ਖਬੀਸ ਆਦਮੀ ਪਿੰਡਾਂ ਹੀ ਦੇਖਿਆ ਅਵਾਰਾ ਤਾਂ ਅਵਾਰਾ ਬੱਚਾ ਜਿਹੜਾ ਨਾ ਉਹ ਵੀ ਇੰਜ ਨਹੀਂ ਕਰਦਾ ਯਾਰ ਇੰਜ ਨਹੀਂ ਕਰਦਾ ਇਹਨੇ ਕੰਮ ਹੀ ਪਕੜਿਆ ਹੋਇਆ ਕਿਹੜੇ ਮਦਰਸੇ ਪੜਿਆ ਯਾਰ ਮੈਂ ਮਦਰਸੇ ਰਿਹਾ ਇਹ ਝੋਲੀਆਂ ਵਿੱਚ ਬੈਗ ਪੜਿਆ ਭਾਈ
ਮੈਂ ਮਦਰਸੇ ਹੀ ਖੁਦ ਨਾਂ ਲਿਖਦਾ ਰਿਹਾ, ਮੈਨੂੰ ਪਤਾ ਕਿਹੜਾ ਬੱਚਾ ਕਿਹੜੀ ਸੰਨ ਕਿਹੜਾ ਪੜਿਆ, ਮੈਨੂੰ ਸਾਰਾ ਪਤਾ ਹੈਗਾ। ਠੀਕ ਹੈ ਜੀ, ਆ ਗਈ ਆਪਣਾ ਅਲਫਾਜ਼ ਕੋਈ ਨਹੀਂ ਤੇਰੇ ਕੋਲ? ਆਪਣਾ ਅਲਫਾਜ਼ ਕੋਈ ਨਹੀਂ? ਹਾਂਜੀ, ਇਹ ਸਾਡੇ ਪਿਆਰੇ ਦੋਸਤ ਆ ਗਏ ਨੇ ਮੋਹਤਰਮ, ਜਿਨ੍ਹਾਂ ਦੀ ਅਸੀਂ ਰਿਸਪੈਕਟ ਕਰਦੇ ਹਾਂ। ਲਾਈਵ ਅਸੀਂ ਕੱਲ ਉਹ ਨਜ਼ਰ ਆਉਣ ਡਈ ਹੈ ਨਾ ਰਿਸਪੈਕਟ। 2 ਦਿਨ ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਹੇ ਨੇ, ਦੋਸਤ ਸਾਰਾ ਵੇਖਣ ਦੇ ਨੇ। ਹਾਂ, ਦੋਸਤ ਦੀ ਕੌਣ ਸੁਣਦਾ? ਨਹੀਂ ਕਰਨੀ ਇਹ ਮੈਂ ਪੋਸਟ ਦੋਸਤ ਸਾਰੀ ਸੁਣਨ ਦੇ ਨੇ। ਰਾਜਾ ਇਮਰਾਨ ਸਾਹਿਬ 2 ਦਿਨ ਤੋਂ ਸੁਣਨ ਨਹੀਂ ਡੇ? ਕਿੰਨੀ ਕੋ ਗਾਲ ਵਾਣ ਡਿਆ, ਕਿੰਨਾ ਕੋ ਡੱਕ ਲਿਆ ਉਹਨਾਂ ਨੇ। ਰਾਜਾ ਸਾਹਿਬ ਹੁਣ ਗੱਲ ਕਰ ਲਓ ਨਾ ਸਾਹਮਣੇ। ਚਲੋ ਮੈਂ ਮਿਊਟ ਕਰਨਾ, ਰਾਜਾ ਸਾਹਿਬ ਕਰ ਲੈਣ। अस्सलाम वालेकुम। अच्छा, ਉਹਦੇ ਚ ਮੈਂ ਹੁਣੀ ਕਿਸੇ ਨੇ ਭੇਜਿਆ ਸੀ ਮੈਨੂੰ, ਤੇ ਗੱਲ ਇਹ ਹੈ ਕਿ ਜੋ ਵੀ ਹੋਇਆ ਇਹ ਹੋ ਰਿਹਾ, ਇਟਸ ਵੈਰੀ ਅਨਫੋਰਚੂਨੇਟ। ਔਰ ਇੱਕ ਅਹਿਮਦੀ ਮੁਸਲਮਾਨ ਦੇ ਸ਼ਾਇਦ ਨਿਸ਼ਾਨ ਨਹੀਂ ਹੈ। ਕੋਈ ਵੀ ਕਰ ਰਿਹਾ, ਕੋਈ ਖਾ ਪਹਿਲ ਕਰ ਰਿਹਾ ਜਾਂ ਉਹਦੇ ਜਵਾਬ 'ਚ ਕੋਈ ਵੀ ਕਰ ਰਿਹਾ, ਤੇ ਹਮੇਸ਼ਾ ਇਹ ਥੋੜੀ ਇਹਨੂੰ ਆਪਣਾ ਮਿਊਟ ਕਰਨਾ ਮਾਈਕ ਤਾਏ ਭਾਈ। ਤੇ ਇਹ ਭਾਈ ਹਮੇਸ਼ਾ ਆਪਸ 'ਚ ਇੱਕ ਦੂਸਰੇ ਦੀ ਤਵੱਜੋ ਦਿਲਵਾਉਂਦੇ ਰਹਿੰਦੇ ਨੇ, ਅਸੀਂ ਵੀ ਦਿਲਵਾਉਂਦੇ ਰਹੇ ਹਾਂ। ਤੇ ਇਸ ਚੀਜ਼ ਕਿਤੇ ਹੋ ਜਾਂਦੀ ਹੈ ਜਜ਼ਬਾਤ 'ਚ, ਉਹਨੂੰ ਮੁਸਤਕਿਲ ਉਹਦੇ ਤੇ ਇਸਤਕਾਮਤ ਨਹੀਂ ਇਖਤਿਆਰ ਕਰਨੀ ਚਾਹੀਦੀ, ਅੱਲਾਹ ਤਾਲਾ ਦੇ ਅੱਗੇ ਝੁੱਕ ਕੇ ਮਾਫੀ ਮੰਗਣੀ ਚਾਹੀਦੀ। ਔਰ ਅਸਲ 'ਚ ਤੇ ਦੇਖੋ ਨਾ, ਅਸੀਂ ਅਹਿਮਦੀ ਜਿੰਨੇ ਵੀ ਇੱਥੇ ਬਹਿੰਦੇ ਹਾਂ, ਅੱਲਾਹ ਤਾਲਾ ਦੀ ਆਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਪੈਗਾਮ ਦੇਣ ਲਈ। ਔਰ ਇਹ ਪੈਗਾਮ ਸਾਡਾ ਈਮਾਨ ਹੈ ਕਿ ਇਸ ਜ਼ਮਾਨੇ 'ਚ ਹਜ਼ਰਤ ਮਸੀਹ ਮਊਦ अलैहिस्सलातु वस्सलाम ਨੂੰ ਮੰਨ ਕੇ ਹੀ ਹਕੀਕੀ ਇਸਲਾਮ ਨੂੰ ਸਮਝਿਆ ਜਾ ਸਕਦਾ ਔਰ ਉਹ ਪੈਗਾਮ ਦਿੱਤਾ ਜਾ ਸਕਦਾ। ਹਾਂ, ਹੁਣ ਇਹ ਨਹੀਂ ਕਹਿ ਸਕਦੇ ਕਿ ਕਦੇ ਇਖਤਲਾਫ ਨਹੀਂ ਹੁੰਦੇ, ਇਖਤਲਾਫ ਹੋ ਜਾਂਦੇ ਨੇ, ਲੇਕਿਨ ਇਹ ਵਕਤ ਜਦੋਂ ਜੋਸ਼ ਦਾ ਇਨਸਾਨ ਤੇ ਹੁੰਦਾ ਔਰ ਉਹ ਸਮਝਦਾ ਕਿ ਉਹ ਫਿਰ ਉਹਦੇ 'ਚ ਗਾਲੀ ਗਲੋਚ ਆ ਜਾਏ ਔਰ ਇਸ ਤਰ੍ਹਾਂ ਦੀ ਚੀਜ਼, ਇਹ ਤੇ ਬਹੁਤ ਹੀ ਜ਼ਿਆਦਾ ਬੁਰੀ ਗੱਲ ਹੈ, ਕਾਬਿਲ ਮਜ਼ੰਮਤ ਹੈ ਹਰ ਲਿਹਾਜ਼ ਦੇ ਨਾਲ। ਔਰ ਉਹਦੇ 'ਚ ਫਿਰ ਕੁਛ ਐਸੀਆਂ ਚੀਜ਼ਾਂ ਹੋਈਆਂ ਨੇ ਮਾਜ਼ੀ ਦੇ ਕੋਈ ਰੈਫਰੈਂਸ ਜਾਂ ਮੌਜੂਦਾ, ਜਿੱਥੇ ਸੈਯਦਨਾ ਹਜ਼ਰਤ ਅਕਦਸ ਮੁਹੰਮਦ ਰਸੂਲੁल्लाह सल्लल्लाहु अलैहि वसल्लम ਦੇ ਹਵਾਲੇ ਦੇ ਨਾਲ ਐਸੀ ਕੋਈ ਗੱਲ ਕਰਨਾ ਜਾਂ ਉਹਨੂੰ ਹਾਈਲਾਈਟ ਕਰਨਾ, ਉਹ ਸਭ ਤੋਂ ਜ਼ਿਆਦਾ ਕਾਬਿਲ ਮਜ਼ੰਮਤ ਔਰ ਖੁਦਾ ਖੌਫੀ ਦਾ ਮਕਾਮ ਹੈ। ਤੇ ਇਹ ਕੋਈ ਐਸੀ ਚੀਜ਼ ਨਹੀਂ ਜਿਹੜੀ ਤੁਹਾਨੂੰ ਪਤਾ ਨਹੀਂ ਜਾਂ ਮੈਨੂੰ ਪਤਾ ਨਹੀਂ ਜਾਂ ਦੂਸਰਿਆਂ ਨੂੰ, ਇਹ ਸਭ ਦੇ ਸਾਹਮਣੇ ਹੀ ਹੈ। ਤੇ ਇਹ ਇੱਕ ਤੇ ਵੈਸੇ ਹੀ ਅੱਲਾਹ ਤਾਲਾ ਦੀ ਨਜ਼ਰ 'ਚ ਵੀ ਬੁਰੀ ਗੱਲ ਹੈ, ਉੱਤੋਂ ਰਮਜ਼ਾਨ ਦਾ ਮੁਕੱਦਸ ਮਹੀਨਾ ਹੈ। ਤੇ ਔਰ ਫਿਰ ਇਹ ਦੂਸਰਾ ਉਹਦਾ ਇਹ ਪਹਿਲੂ ਹੈ ਕਿ ਕੋਈ ਵੀ ਬੰਦਾ ਅਗਰ ਉਹ ਬੈਠ ਕੇ ਕਰਦਾ ਔਰ ਆਪਣੇ ਆਪ ਨੂੰ ਅਹਿਮਦੀ ਦੇ ਤੌਰ 'ਤੇ ਪੇਸ਼ ਕਰਦਾ, ਤੇ ਜਿਹੜਾ ਸਾਡਾ ਦੁਸ਼ਮਣ ਹੈ ਉਹ ਤੇ ਅੱਗੇ ਹੀ ਯਾਨੀ ਉਹਨਾਂ ਦਾ ਰਵੱਈਆ ਔਰ ਮਾਮਲਾ ਤੁਹਾਡੇ ਸਾਹਮਣੇ ਨੇ, ਔਰ ਇਹੋ ਜਿਹੀ ਚੀਜ਼ ਨੂੰ ਜ਼ਿਆਦਾ ਹਾਈਲਾਈਟ ਕਰਦੇ ਨੇ। ਤੇ ਮਤਲਬ ਖੁਲਾਸਾ ਕਲਾਮ ਇਹ ਹੈ ਕਿ ਕੋਈ ਵੀ ਇਹਦਾ ਜਿਹੜਾ ਪਹਿਲੂ ਹੈ ਉਹ ਦਰੁਸਤ ਨਹੀਂ ਹੈ। ਤੇ ਹੁਣ ਬਹਿਸ ਮੁਬਾਹਿਸੇ 'ਚ ਪੈਣ ਦੀ ਬਜਾਏ ਜੋ ਵੀ 1-2 ਦਿਨ ਤੋਂ ਹੋਇਆ, ਕੋਈ ਬੱਚੇ ਤੇ ਨਹੀਂ ਨਾ, ਛੋਟੇ ਕਾਕੇ ਕਿ ਜਿਨ੍ਹਾਂ ਨੂੰ ਹਰ ਵੇਲੇ ਉਂਗਲੀ ਫੜ ਕੇ ਚਲਾਉਣਾ ਪਏ, ਸਾਰੇ ਸਮਝਦਾਰ ਨੇ ਇਸ ਚੀਜ਼ ਦੇ ਹਵਾਲੇ ਦੇ ਨਾਲ। ਤੇ ਅਕ੍ਰੋਸ ਦਾ ਬੋਰਡ ਜੋ ਵੀ ਇਹਦੇ 'ਚ ਇਨਵਾਲਵ ਹੈ ਇਸ ਕਿਸਮ ਦੀ ਗੁਫ਼ਤਗੂ ਔਰ ਬਦਜ਼ਬਾਨੀ ਦੇ ਵਿੱਚ, ਉਹ ਕਾਬਿਲ ਮਜ਼ੰਮਤ ਹੈ, ਇਸਲਾਮੀ ਤਾਲੀਮਾਤ ਦੇ ਖਿਲਾਫ ਹੈ, ਸਈਦਨਾ ਹਜ਼ਰਤ ਅਮੀਰੁਲ ਮੋਮਿਨੀਨ ਦੀ ਹਿਦਾਇਤ ਦੇ ਖਿਲਾਫ ਹੈ। ਕਰਨਾ ਇਹ ਚਾਹੀਦਾ ਹੈ, ਇੱਥੇ ਅਗਰ ਅਹਿਸਾਸ ਹੋ ਜਾਏ, ਥੋੜਾ ਬੈਠੋ, ਹਰ ਇੱਕ ਜਿਹੜਾ ਵੀ 2, 4, 5, 10 ਜਿਹੜੇ ਵੀ ਦੋਸਤ ਇਹਦੇ ਸ਼ਾਮਲ ਨੇ, ਬੈਠ ਕੇ ਆਪਣਾ ਸੱਚੇ ਦਿਲ ਨਾਲ, ਇਮਾਨਦਾਰੀ ਨਾਲ, ਕਿਉਂਕਿ ਬੰਦਾ ਦੂਸਰੇ ਦੇ ਸਾਹਮਣੇ ਤੇ ਛੁਪਾ ਸਕਦਾ ਚੀਜ਼, ਆਪਣੇ ਦਿਲ ਖੁਦ ਫਤਵਾ ਦੇ ਦਿੰਦਾ, ਔਰ ਫਿਰ ਅੱਲਾਹ ਤਾਲਾ ਤੋਂ ਵੱਧ ਕੇ ਦਿਲ ਤੇ ਕਿਸੇ ਦੀ ਨਿਗਾਹ ਨਹੀਂ ਹੁੰਦੀ। ਤੇ ਆਪਣਾ ਬੈਠ ਕੇ ਜਾਇਜ਼ਾ ਲੈਣਾ ਚਾਹੀਦਾ ਕਿ ਇਹ ਜਿਹੜਾ ਮੈਂ ਇਹਦੇ 'ਚ ਮੇਰਾ ਕੀ ਕਿਰਦਾਰ ਸੀ, ਕਿੱਥੇ ਗਲਤੀ ਹੋਈ ਹੈ ਜਾਂ ਕਿਸ ਤਰ੍ਹਾਂ ਬਿਹਤਰੀ ਹੋ ਸਕਦੀ ਹੈ। ਤੇ ਆਪਣੀ ਜ਼ਾਤੀਆਤ ਤੋਂ, ਜ਼ਾਤੀ ਅਨਾਵਾਂ ਤੋਂ ਔਰ ਜ਼ਾਤੀ ਬੁਗਜ਼ੋ ਅਨਾਤ ਤੋਂ ਉੱਠ ਕੇ ਕਿਸੇ ਦੂਜੇ ਨੂੰ ਹੀ ਸਿਰਫ ਇੱਕ ਦੂਏ ਨੂੰ ਮੁਰਦੇ ਇਲਜ਼ਾਮ ਠਹਿਰਾਉਣ ਦਾ ਸਭ ਤੋਂ ਬਿਹਤਰੀਨ ਮੇਰੇ ਖਿਆਲ 'ਚ ਇਹ ਤਰੀਕਾ ਹੁੰਦਾ ਕਿ ਇਨਸਾਨ ਆਪਣਾ ਜਾਇਜ਼ਾ ਲਏ ਕਿ ਮੈਂ ਕਿੱਥੇ ਗਲਤ ਹੋਇਆ, ਤੇ ਉਹਦੇ ਤੇ ਇਸਤਗਫਾਰ ਕਰੇ। ਵੀ ਰੁਕ ਜਾਓ ਹਾਂ 2-3 ਦਿਨ। ਰਮਾਦਾਨ ਦਾ ਮਤਲਬ ਹੈ, ਰਮਜ਼ਾਨ ਦਾ ਇਹਦਾ ਰਮਾਦਾਨ ਦਾ ਮਤਲਬ ਹੁੰਦਾ ਰੁਕ ਜਾਣਾ। ਤੇ ਜਿੱਥੇ ਜਾਇਜ਼ ਕੰਮ ਜਿਹੜੇ ਹੁੰਦੇ ਨੇ ਖੁਦਾ ਤਾਲਾ ਦੀ ਖਾਤਰ ਇਸ ਮਹੀਨੇ 'ਚ, ਅਸੀਂ ਉਹਨਾਂ ਤੋਂ ਵੀ ਰੁਕ ਜਾਂਦੇ ਹਾਂ। ਖਾਣਾ ਪੀਣਾ ਮਸਲਨ ਜਾਇਜ਼ ਹੈ, ਹੋਰ ਇਸੇ ਤਰ੍ਹਾਂ ਉਹ ਮਤਲਬ ਇਹ ਖੁਦਾ ਤਾਲਾ ਦੀ ਖਾਤਰ, ਉਹਦੇ 'ਚ ਖੁਦਾ ਤਾਲਾ ਦੀਆਂ ਹਿਕਮਤਾਂ ਨੇ, ਅਸੀਂ ਉਹਨਾਂ 'ਚ ਰੁਕ ਜਾਂਦੇ ਹਾਂ। ਤੇ ਜਿਹੜੇ ਆਮ ਤੌਰ 'ਤੇ ਜਿਹੜੇ ਕੰਮ ਨਹੀਂ ਕਰਨੇ, ਉਹ ਅਗਰ ਅਸੀਂ ਰਮਜ਼ਾਨ 'ਚ ਕਰੀਏ ਤੇ ਦੇਖੋ ਅਸੀਂ ਖੁਦਾ ਦੀ ਨਜ਼ਰ 'ਚ ਫਿਰ ਕਿੱਥੇ ਖੜੇ। ਤੇ ਇਸ ਲਈ ਮੇਰੀ ਜਿਹੜੇ ਵੀ ਭਾਈ ਨੇ, ਵਿਦਆਊਟ ਨੇਮਿੰਗ ਐਨੀਬਾਡੀ, ਜਿਹੜੇ ਵੀ ਇਸ 1-2-3 ਦਿਨ ਦੀ ਸੂਰਤ ਹਾਲ 'ਚ ਜਿਹੜੇ ਮੁਲਵਸ ਰਹੇ ਨੇ,
ਉਹਨਾਂ ਕੋਲੋਂ ਦਸਤਬਸਤਾ ਇਹੀ ਦਰਖਾਸਤ ਹੈ ਕਿ ਥੋੜਾ ਜਿਹਾ ਸਬਰ ਕਰਨ ਔਰ ਗੈਪ ਲੈ ਲੈਣ, ਪਿੱਛੇ ਹੋ ਜਾਣ, 2-3 ਦਿਨ ਛੱਡ ਦਿਓ ਸੋਸ਼ਲ ਮੀਡੀਆ, ਕੁਛ ਨਹੀਂ ਹੁੰਦਾ। ਅੱਲਾਹ ਤਾਲਾ ਦੇ ਅੱਗੇ ਸਜਦਾ ਰਹੇ, ਦੁਆ ਕਰੋ ਆਪਣੇ ਲਈ ਵੀ, ਔਰ ਜਿਹੜੇ ਦੂਸਰਾ ਭਾਈ ਹੈ ਜਿਹਦੇ ਤੋਂ ਤਕਲੀਫ ਹੈ ਪਹੁੰਚੀ ਔਰ ਜਿਹਦੀ ਵਜ੍ਹਾ ਤੋਂ ਇਹ ਸਾਰਾ ਕੁਝ ਹੋਇਆ ਹੈ, ਉਹਦੇ ਲਈ ਵੀ ਦੁਆ ਕਰੋ, ਤੇ ਫਿਰ ਦੇਖੋ ਕਿ ਉਹਦਾ ਕੀ ਨਤੀਜਾ ਨਿਕਲੇਗਾ, ਬਜਾਏ ਇੱਕ ਦੂਏ ਨੂੰ ਚੈਲੰਜ ਕਰੀ ਜਾਣੇ ਦੇ ਜਾਂ ਇੱਕ ਦੂਸਰੇ ਤੇ ਹਮਲਾ ਮਤਲਬ ਕਰੀ ਜਾਣੇ ਦੇ। ਬਸ ਇੰਨੀ ਮੇਰੀ ਦਰਖਾਸਤ ਸੀ। ਤੇ ਤਾਹਿਰ ਭਾਈ ਤੁਸੀਂ ਇਹਨੂੰ ਫਿਲਹਾਲ ਬੰਦ ਕਰ ਦਿਓ, ਤੁਸੀਂ ਵੀ 2-3 ਦਿਨ ਦਾ ਗੈਪ ਕਾਈਂਡਲੀ ਲੈ ਲਓ। ਜੀ ਠੀਕ ਹੈ ਰਾਜਾ ਸਾਹਿਬ, ਅਸੀਂ ਗੈਪ ਲਿਆ ਸੀ, ਪਰ ਹਾਂਜੀ ਕੋਈ ਵੀ ਅਗਰ ਕੋਈ ਵੀ ਆ ਕੇ ਕੋਈ ਵੀ ਬੰਦਾ ਅਗਰ ਤੁਹਾਨੂੰ ਆ ਕੇ ਕਹੇ ਨਾ, ਸਾਨੂੰ ਦੇਖ ਲਓ, ਫਿਰ ਉਹੀ ਗੱਲ ਹੋਈ ਤਾਂ ਮੈਂ ਇਹ ਦੋਵਾਂ ਨੇ ਕਿਹਾ ਜੀ ਅਸੀਂ ਆਪਸ ਵਿੱਚ ਗੱਲ ਕਰਨੀ ਆ, ਮੈਂ ਇਹਨਾਂ ਦੀ ਗੱਲ ਵੀ ਕਰਾਤੀ ਹੈ। ਨਹੀਂ ਨਿਕਲੂਗਾ ਵੀ ਨਤੀਜਾ ਤੁਸੀਂ ਹਾਂਜੀ ਦੇਖ ਲਿਆ ਨਾ, ਤੇ ਤੁਸੀਂ ਵੀ 2-3 ਦਿਨ ਦਾ ਗੈਪ ਲੈ ਲਓ। ਜੀ ਠੀਕ ਹੈ, ਮੈਂ ਜੋ ਤੁਸੀਂ ਕਹੋਗੇ। ਮਨਾਨ ਭਾਈ ਗੱਲ ਅਹਿਮਦ ਭਾਈ ਮੇਰੀ ਇੱਕ ਸਿਰਫ ਦਰਖਾਸਤ ਹੈ, ਅਸੀਂ ਇੱਥੇ ਕੋਈ ਇਹਦੇ ਤੇ ਡਿਸਕਸ਼ਨ ਨਹੀਂ ਕਰਾਂਗੇ। ਨਹੀਂ ਤੁਸੀਂ ਇੱਕ ਬੰਦੇ ਨੂੰ ਹਾਈਲਾਈਟ ਕਰਦੇ ਹੋ, ਦੂਸਰੇ ਨੂੰ ਕਿਉਂ ਨਹੀਂ ਕਰਦੇ? ਨਹੀਂ ਮੈਂ ਕਿਸੇ ਨੂੰ ਨਹੀਂ ਕੀਤਾ ਹਾਈਲਾਈਟ। ਕੀਤਾ ਤੁਸੀਂ ਨਾ ਕਿ ਇੱਕ ਬੰਦੇ ਦੀ ਵਜ੍ਹਾ ਦੇ ਨਾਲ ਅਗਰ ਇਹ ਹੋ ਰਿਹਾ ਹੈ। ਨਹੀਂ ਤੁਸੀਂ ਗਲਤ ਹਾਈਲਾਈਟ ਹੀ ਹੁੰਦਾ ਨਾ। ਇੱਕ ਬੰਦਾ ਕਹਿੰਦਾ ਕਿ 6 ਸਾਲ ਦੁਬਾਰਾ 1 ਮਿੰਟ 6 ਸਾਲ ਦੀ ਔਰਤ ਦੇ ਨਾਲ ਨਿਕਾਹ ਨਹੀਂ ਜ਼ਨਾ ਹੁੰਦਾ। ਜਦੋਂ ਤੁਸੀਂ ਇਹਦੇ ਚ ਬਹਿਸ ਚ ਪਾਓਗੇ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਗੁਸਤਾਖੀ ਕੀਤੀ ਹੈ, ਉਹਦਾ ਵੀ ਐਲਾਨ ਕਰੋ ਨਾ, ਬਾਈਕਾਟ ਦਾ ਐਲਾਨ ਕਰੋ, ਤੁਹਾਡਾ ਵੀ ਪਤਾ ਲੱਗ ਜੇ। ਮੈਂ ਤੁਹਾਨੂੰ ਅਰਜ਼ ਕਰ ਦੇਣਾ, ਮੈਂ ਇੱਥੇ ਜਿਹੜੀ ਗੁਫ਼ਤਗੂ ਕੀਤੀ ਹੈ ਤੇ ਪਹਿਲਾਂ ਵੀ ਕੋਈ ਕਿਸੇ ਫਰਦੇ ਵਾਹਿਦ ਨੂੰ ਹਾਈਲਾਈਟ ਨਾ ਪਹਿਲਾਂ ਕੀਤਾ ਨਾ ਹੁਣ। ਰਾਜਾ ਭਾਈ ਕਹਿ ਰਿਹਾ, ਮੇਰੀ ਗੱਲ ਸੁਣ ਲਓ ਨਾ ਅਹਿਮਦ ਭਾਈ, ਮੈਂ ਇਹ ਕਹਿ ਰਿਹਾ ਕਿ ਜੋ ਵੀ ਇਹਦੇ ਚ ਕਿਸੇ ਲਿਹਾਜ਼ ਨਾਲ ਮੁਲਵਸ ਹੈ, ਔਰ ਜਿਸ ਨੇ ਵੀ ਸੈਯਦਨਾ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਹਵਾਲੇ ਦੇ ਨਾਲ ਬੇਇੱਜ਼ਤੀ ਕੀਤੀ ਹੈ, ਬਦਜ਼ਬਾਨੀ ਕੀਤੀ ਹੈ, ਮੈਂ ਕਿਸੇ ਦਾ ਨਾਂ ਨਾ ਪਹਿਲਾਂ ਲਿਆ ਸੀ ਨਾ ਮੈਂ ਹੁਣ ਲੈ ਰਿਹਾ, ਕਿਉਂਕਿ ਇੱਥੇ ਕਿਸੇ ਦੀ ਫਰਦੇ ਵਾਹਿਦ ਦੀ ਕੋਈ ਅਹਿਮੀਅਤ ਹੀ ਨਹੀਂ ਹੈ। ਉਹ ਤੇ ਗੱਲ ਇਹ ਹੈ ਕਿ ਉਹ ਤੇ ਹਸਤੀ ਇੰਨੀ ਮੁਕੱਦਸ ਤਰੀਨ ਹੈ ਕਿ ਉਹਨਾਂ ਤੇ ਤਾਂ ਸਾਡੇ ਮਤਲਬ ਮਾਂ ਬਾਪ ਔਲਾਦ ਹਰ ਚੀਜ਼ ਕੁਰਬਾਨ ਹੈ, ਤੇ ਇਸ ਲਈ ਉਹਦੇ 'ਚੋਂ ਕੋਈ ਐਸੀ ਨਹੀਂ ਹੈ ਰੂ ਰਿਆਇਤ ਵਾਲੀ ਗੱਲ। ਮੈਂ ਸਿਰਫ ਇਸ ਟਾਈਮ ਉਸ ਚੀਜ਼ ਤੋਂ ਇਲਾਵਾ ਇਹ ਗੱਲ ਕਰ ਰਿਹਾ ਕਿ ਜਿਹੜੀ ਆਪਸ ਦੇ ਵਿੱਚ ਇਹ ਜੋ ਕੁਝ ਹੋ ਰਿਹਾ ਨਾ, ਇਹਦੇ 'ਚ ਜਦੋਂ ਤੱਕ ਅਸੀਂ ਡਿਸਕਸ਼ਨ ਕਰਾਂਗੇ ਨਾ, ਉਹ ਤੂੰ ਇਹ ਕੀਤਾ, ਉਹਨੇ ਇਹ ਕੀਤਾ, ਇਹਦਾ ਹੱਲ ਨਹੀਂ ਨਿਕਲਣਾ। ਖੁਦਾ ਦਾ ਵਾਸਤਾ ਆਪਣੇ ਆਪ ਨੂੰ ਥੋੜਾ ਜਿਹਾ ਟਾਈਮ ਦਿਓ, ਸਾਰੇ ਜਿਹੜੇ ਵੀ ਉਹਦੇ ਵਿੱਚ ਹੈ ਨੇ, ਔਰ ਥੋੜਾ ਅੱਲਾਹ ਤਾਲਾ ਇਹ ਤੇ ਬੈਠੇ ਅੱਲਾਹ ਤਾਲਾ ਦੀ ਖਾਤਰ। ਜੇ ਅੱਲਾਹ ਦੀ ਖਾਤਰ ਨਹੀਂ ਤੇ ਫਿਰ ਮਤਲਬ ਫਿਰ ਤੇ ਠੀਕ ਹੈ, ਫਿਰ ਜੋ ਮਰਜ਼ੀ ਇਨਸਾਨ ਕਰੀਗਾ, ਲੇਕਿਨ ਫਿਰ ਇਹ ਦੇਖਣਾ ਚਾਹੀਦਾ ਕਿ ਅੱਲਾਹ ਤਾਲਾ ਦੀ ਤਾਲੀਮ ਇਹਦੇ 'ਚ ਕੀ। ਔਰ ਇਸ ਟਾਈਮ ਅਸੀਂ ਜਿਹੜੇ ਅਹਿਮਦੀ ਮੁਸਲਮਾਨ ਆ, ਸਾਡੇ ਲਈ ਜ਼ਾਹਿਰ ਹੈ ਇਹ ਜਿਹੜੀਆਂ ਤਾਲੀਮਾਤ ਨੇ ਸਾਨੂੰ ਸਮਝਾਉਣ ਲਈ ਸਾਡਾ ਤੇ ਇੱਕ ਹੈ ਨਾ ਰਹਿਨੁਮਾਈ ਕਰਨੇ ਵਾਲਾ, ਤੇ ਉਹਨਾਂ ਦੀ ਤਰਫੋਂ ਰਹਿਨੁਮਾਈ ਹੁੰਦੀ ਰਹਿੰਦੀ ਹੈ, ਹੋਈ ਵੀ ਹੈ। ਤੇ ਮੈਨੂੰ ਸਭ ਤੋਂ ਪਹਿਲਾਂ ਔਰ ਤੁਹਾਨੂੰ ਵੀ ਆਪਣੀ ਜਗ੍ਹਾ ਤੇ ਇਹ ਜਾਇਜ਼ਾ ਲੈਣਾ ਚਾਹੀਦਾ ਕਿ ਕਿੱਥੇ ਗਲਤੀ ਹੋਈ ਹੈ, ਬਜਾਏ ਬਲੇਮ ਗੇਮਿੰਗ ਦੇ। ਉਹ ਪਾਕ ਦਫਾ ਹਜ਼ਰਤ ਮਸੀਹ ਮੌਲਾ ਇਸਲਾਮ ਨੇ ਫਰਮਾਇਆ, ਆਂਦਰ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ, ਇਹ ਹਦੀਸ ਹੈ ਜਿਹਦਾ ਮਫਹੂਮ ਇਹ ਨਿਕਲਦਾ, ਉਹਦੇ ਅਲਫਾਜ਼ ਅਗਾਂ ਪਿਛਾਂ ਤਰਤੀਬ ਹੋ ਸਕਦੀ ਹੈ ਕਿ ਜਦੋਂ ਗੁੱਸਾ ਆਏ ਜੇ ਖੜੇ ਹੋ ਤੇ ਬਹਿ ਜਾਓ, ਜੇ ਬੈਠੇ ਹੋ ਤੇ ਲੇਟ ਜਾਓ, ਤੇ ਜਾਂ ਇਹ ਕਿ ਪਾਣੀ ਪੀਓ। ਦੇਖੋ ਕਿੰਨੀ ਬਾਰੀਕ, ਆਖਰ ਜ਼ਾਹਿਰ ਹੈ ਇਹ ਫਿਤਰੀ ਚੀਜ਼ਾਂ ਨੇ ਨਾ, ਤੇ ਸੈਯਦਨਾ ਰਸੂਲੁल्लाह ਸੱਲੱਲਾਹੁ ਅਲੈहि ਵਸੱਲਮ ਦੀਆਂ ਕਾਫੀ ਇਸ ਤਰ੍ਹਾਂ ਦੀ ਚੀਜ਼ਾਂ 'ਚ ਰਹਿਨੁਮਾਈ ਲਈ ਹਦੀਸਾਂ ਨੇ। ਉਹ ਛੋਟੀਆਂ ਚੀਜ਼ਾਂ ਦਾ ਕਿਸ ਤਰ੍ਹਾਂ ਖਿਆਲ ਰੱਖਿਆ, ਔਰ ਅਗਰ ਤੁਸੀਂ ਇਹ ਤਜਰਬਾ ਕਰੋ ਤੇ ਇਹ ਚੀਜ਼ਾਂ ਫਾਇਦਾ ਦਿੰਦੀਆਂ ਨੇ। ਮਸੀਹ ਮੌਲਾ ਇਸਲਾਮ ਨੇ ਫਰਮਾਇਆ ਕਿ ਜੋਸ਼ ਦੇ ਵਕਤ ਹੋਸ਼ ਜਿਹੜਾ ਨਾ ਉਹਨੂੰ ਨਹੀਂ ਖੋਣਾ ਚਾਹੀਦਾ। ਤੇ ਉਹ ਅਗਰ ਅਸੀਂ ਦੇਖੀਏ ਆਪਣੀ ਜ਼ਿੰਦਗੀ ਜਦੋਂ ਇਹ ਸੂਰਤ ਹਾਲ ਹੁੰਦੀ ਹੈ, ਬਾਅਦ 'ਚ ਜਾ ਕੇ ਜਿੰਨਾਂ ਚੀਜ਼ਾਂ ਤੇ ਅਸੀਂ ਸ਼ਰਮਿੰਦਾ ਹੋਣਾ, ਉਹ ਉਸ ਵਕਤ ਅਗਰ ਥੋੜਾ ਸਬਰ ਕਰ ਲਈਏ ਔਰ ਜੋਸ਼ ਤੇ ਹੋਸ਼ ਨੂੰ ਗਾਲਬ ਕਰ ਲਈਏ, ਤੇ ਅੱਲਾਹ ਤਾਲਾ ਦੀ ਨਜ਼ਰ 'ਚ ਵੀ ਇੱਜ਼ਤ ਵੱਧ ਜਾਂਦੀ ਹੈ, ਔਰ ਲੋਕ ਵੀ ਉਸ ਚੀਜ਼ ਨੂੰ ਅੱਛੀ ਨਜ਼ਰ ਨਾਲ ਦੇਖਦੇ। ਇਸ ਲਈ ਮੇਰੀ ਇੱਕ ਭਾਈ ਦੇ ਤੌਰ ਤੇ ਸਿਰਫ ਇਹ ਦਰਖਾਸਤ ਹੈ ਇਸ ਟਾਈਮ, ਮਤਲਬ ਜੋ ਵੀ ਸਾਡੇ ਇਹਦੇ 'ਚ ਦੋਸਤ ਮੁਲਵਸ ਨੇ, ਉਹਨਾਂ ਨੂੰ ਥੋੜਾ ਆਪਣੇ ਆਪ ਨੂੰ ਟਾਈਮ ਦਿਓ। ਇਹ ਸੋਸ਼ਲ ਮੀਡੀਆ ਕੋਈ ਫਰਜ਼ ਨਹੀਂ, ਰਮਜ਼ਾਨ ਦਾ ਮਹੀਨਾ, ਇਬਾਦਤ ਵੱਲ ਤਵੱਜੋ ਦੇਣੀ ਚਾਹੀਦੀ ਹੈ। ਔਰ ਇਹ ਜਿਹੜੀ ਸੂਰਤ ਤੇ ਤਾਹਿਰ ਭਾਈ ਫਿਰ ਤੁਸੀਂ, ਤੁਹਾਡੇ ਕੋਲ ਵੀ ਇਹੀ ਦਰਖਾਸਤ ਹੈ ਜੀ। ਠੀਕ ਹੈ ਰਾਜਾ ਸਾਹਿਬ, ਮੇਰੇ ਅਗਰ ਤੁਹਾਨੂੰ ਕੋਈ ਵੀ ਆ ਕੇ ਕਹੇ ਕਿਸੇ ਵੀ ਵਜ੍ਹਾ ਤੋਂ ਕਿ ਤੁਸੀਂ ਲਾਓ ਬ੍ਰੌਡ ਪਲੇਟਫਾਰਮ, ਤੁਸੀਂ ਨਹੀਂ ਪ੍ਰੋਵਾਈਡ ਕਰਨਾ, ਵੇਖੋ ਨਾ ਆਪਣੇ ਰਾਜਾ ਸਾਹਿਬ, ਫਿਰ ਉਹਨਾਂ ਨੂੰ ਵੀ ਤੁਸੀਂ ਜੀ ਉਹ ਠੀਕ ਹੈ, ਹਾਂਜੀ ਠੀਕ ਹੈ, ਉਹ ਗੱਲ ਕਰਨੇ ਜਰੀਏ ਬਣਾ ਦਿਓ ਬੇਸ਼ੱਕ। ਅਹਿਮਦ ਸਾਹਿਬ ਉਹਨਾਂ ਦੇ ਨੁਮਾਇੰਦੇ ਨੇ, ਉਹ ਵੀ ਤੁਸੀਂ ਫਿਲਹਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਤੇ ਉਹ ਇਨਸ਼ਾਅੱਲਾ ਠੀਕ ਹੈ, ਤੁਹਾਡਾ ਆਪਣਾ ਕੰਸਰਨ ਵੀ ਆਪਣੀ ਜਗ੍ਹਾ ਠੀਕ ਹੈ, ਲੇਕਿਨ ਤੁਸੀਂ ਕਮ ਅਜ਼ ਕਮ ਪਰਸਨਲੀ ਆਪਣੇ ਆਪ ਨੂੰ ਥੋੜਾ ਜਿਹਾ ਨਾ ਰਮਜ਼ਾਨ 'ਚ ਲੈ ਜਾਓ ਕੁਛ ਦਿਨਾਂ ਲਈ, ਤੇ ਫਿਰ ਇਨਸ਼ਾਅੱਲਾ ਠੀਕ ਹੈ। ਜਜ਼ਾਕ ਅੱਲਾਹ।
ਓਕੇ ਜੀ, ਮਿਹਰਬਾਨੀ ਜੀ। ਅਮਰਜੋਤ ਸਾਹਿਬ ਠੀਕ ਹੈ ਫਿਰ? ਠੀਕ ਹੈ ਸਰ, ਜਜ਼ਾਕ ਅੱਲਾ ਸਰ ਤੁਹਾਡਾ, ਤੁਸੀਂ ਐਡਾ ਪਿਆਰਾ ਪਲੇਟਫਾਰਮ ਮੁਹੱਈਆ ਕਰਦੇ ਹੋ, ਬਹੁਤ ਸ਼ੁਕਰੀਆ ਸਰ ਤੁਹਾਡਾ। ਨਹੀਂ ਜੀ, ਅਸੀਂ ਤੇ ਸਾਡੇ ਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਹ ਜਿਹੜਾ ਇੱਥੇ ਤੁਸੀਂ ਉਹ ਮਤਲਬ ਕਿ ਅਸੂਲ ਤੈਅ ਕੀਤੇ ਨੇ, ਕਰਨਾ ਚਾਹੁੰਦਾ, ਲੇਕਿਨ ਏਡਾ ਲਾਨਤੀ ਤੇ ਹਰਾਮੀ ਬੰਦਾ ਮੈਂ ਜ਼ਿੰਦਗੀ ਵਿੱਚ ਨਹੀਂ ਵੇਖਿਆ ਜਿੱਡਾ ਵੱਡਾ ਇਹ ਲਾਨਤੀ ਤੇ ਹਰਾਮੀ ਹੈ। ਇਹਨੇ ਐਸੀਆਂ ਐਸੀਆਂ ਗੱਲਾਂ ਇੱਥੇ ਆ ਕੇ ਇਲਜ਼ਾਮ ਲਾਈ ਜਾਂਦੇ ਨੇ, ਆਪਣੇ ਤੋਂ ਹੀ ਇਲਜ਼ਾਮ ਲਾਈ ਜਾਂਦੇ ਕਿ ਸੈਫੀ ਨੇ ਇਹ ਕਿਹਾ, ਸੈਫੀ ਨੇ ਇਹ ਕਿਹਾ, ਸੈਫੀ ਨੇ ਇਹ ਕਿਹਾ। ਉਹ ਬਈ ਕਿੱਥੇ ਕਿਹਾ, ਕਿਦੋਂ ਕਿਹਾ? ਉਹ ਤੁਹਾਡੀਆਂ ਤੇ ਰਿਕਾਰਡਿੰਗਾਂ ਮੌਜੂਦ ਨੇ, ਜੋ ਮਰਜ਼ੀ ਕਰਦੇ ਰਹੋ ਕਿ ਉਹਨੇ ਇਹ ਕਹਿਤਾ। ਮੁਬਸ਼ਰ ਨੂੰ ਕਿਉਂ ਦਿੰਦੇ ਹੋ ਰਿਸ਼ਤਾ? ਮੁਬਸ਼ਰ ਨੇ ਕੀ ਕੀਤਾ ਤੁਹਾਡੇ ਨਾਲ? ਉਧਰ ਨੱਚਦੇ, ਉਹਨੇ ਤਾਂ ਫੇਰ ਵੀ ਕਿਹਾ ਮੇਰੇ ਤੋਂ ਗਲਤੀ ਹੋ ਗਈ ਸੀ, ਮਾਫੀ ਮੰਗ ਲਈ। ਇਹ ਤਾਂ ਬੰਦਾ ਕੱਲ ਤੱਕ ਵੀ ਗਾਲਾਂ ਕੱਢ ਰਿਹਾ ਸੀਗਾ ਨਬੀ ਪਾਕ ਨੂੰ, ਉਹਨਾਂ ਦੀਆਂ ਅਜ਼ਵਾਜ ਨੂੰ, ਹਜ਼ਰਤ ਮਸੀਹ ਮੌਦ अलैहिस्सलाम ਦੇ ਬਾਰੇ ਚ ਨੇ ਗੰਦੇ ਤਰੀਨ ਅਲਫਾਜ਼ ਇਸਤੇਮਾਲ ਕੀਤੇ ਨੇ ਇਸ ਗੰਦੇ ਇਨਸਾਨ ਨੇ। ਪਤਾ ਨਹੀਂ ਕਿੱਥੋਂ ਇਹ ਗੰਦਾ ਨੁਤਫਾ, ਪਤਾ ਨਹੀਂ ਕਿਹਦੀ ਔਲਾਦ ਏ, ਕੀ ਇਹਦਾ ਅੱਬਾ ਸੀਗਾ, ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਹੜੀ ਮਾਂ ਦੇ ਰਹਿਮ ਵਿੱਚ ਇਹ ਭਲਿਆ ਏ। 9 ਮਹੀਨੇ ਰਿਹਾ, ਪਤਾ ਨਹੀਂ ਕਿਸ ਤਰ੍ਹਾਂ ਦੀ ਉਹ ਮਾਂ ਸੀ ਇਹਦੀ, ਕਿਸ ਤਰ੍ਹਾਂ ਦਾ ਇਹਦਾ ਭਰਾ ਨੇ ਇਹਦੇ, ਕਿਸ ਤਰ੍ਹਾਂ ਦੀਆਂ ਇਹਦੀਆਂ ਭੈਣਾਂ ਨੇ, ਕਿਸ ਤਰ੍ਹਾਂ ਦਾ ਇਹ ਬੰਦਾ ਏ ਗੰਦਾ ਤਰੀਨ। ਉੱਤੋਂ ਕਹਿੰਦਾ ਮੈਂ ਹਾਫਜ਼ ਆ। ਉਹ ਕੱਲ ਸਿਕਰ ਨੇ ਕਿਹਾ ਤੂੰ ਇਸ ਬੰਦੇ ਨੂੰ ਕਹਿੰਦਾ ਹੁੰਦਾ ਸੀ ਰਜ਼ੀ ਅੱਲਾਹ ਤਾਲਾ ਅਨਹੂ। ਉਹ ਇਹ ਰਜ਼ੀ ਅੱਲਾਹ ਤਾਲਾ ਅਨਹੂ ਹੈਗਾ ਸੀਗਾ ਹਜ਼ਰਤ ਅਲੀ ਅਕਬਰ। ਉਹ ਹਰਾਮੀਓ, ਕੋਈ ਖਿਆਲ ਕਰੋ ਹਰਾਮੀਓ, ਜਿਹਦੇ ਇਹਦੇ ਕੋਲ ਬਹਿ ਕੇ ਦੀ ਸਪੋਰਟ ਕਰਦੇ ਹੋ। ਉਹ ਲਾਨਤੀਓ ਜਮਾਤ ਨੂੰ ਤੁਸੀਂ ਕੀ ਪੇਸ਼ ਕਰ ਰਹੇ ਹੋ ਟਿਕਟਾਕ ਦੇ ਉੱਤੇ ਆ ਕੇ? ਉਹ ਜਾਨੀ, ਉਹ ਕੋਈ ਖਿਆਲ ਕਰ ਹਰਾਮੀਆ, ਉਹ ਲੈਲਪੁਰੀਆ ਹਰਾਮੀਆ ਲਾਨਤੀਆ, ਕੋਈ ਖਿਆਲ ਕਰ ਹੈ। ਉਹ ਲਾਨਤੀਓ ਇਹਦੇ ਤੋਂ ਡਰਦੇ ਪਏ ਹੋ ਤੁਸੀਂ? ਉੱਥੇ ਲਾਈਵਾਂ ਲਾ ਕੇ ਗਾਲਾਂ ਕੱਢ ਰਹੇ ਹੋ ਮਾਵਾਂ ਭੈਣਾਂ ਦੀਆਂ। ਉਹ ਗੁੱਡੂ ਦੇਖ ਲਓ, ਲਾਲਪੁਰੀਆ ਸਾਹਿਬ ਦਾਵਾ ਕਰਦੇ ਨੇ ਮੇਰਾ ਮੁੰਡਾ ਵੀ ਮਰਬੀ, ਮੇਰਾ ਭਰਾ ਵੀ ਮਰਬੀਆਂ ਦੇ ਹੈ ਨਾ ਮਰਬੀ ਨੇ, ਦੋਨੇ ਸ਼ਾਤਮਾ ਕੋਲ ਨੇ। ਉਹ ਗੁੱਡੂ ਦੇਖ ਲਓ, ਉਹ ਗੁੱਡੂ ਦੇਖ ਲਓ ਖੁਸਰੀ ਜਿਹੀ, ਉਹ ਖੁਸਰੀ ਆਵਾਜ਼ ਦੇ ਤੋਂ ਨਿਕਲਦੀ ਨਹੀਂ ਹੈ ਖੁਸਰੀ, ਤੇ ਤੂੰ ਗਾਲਾਂ ਕੱਢ ਰਿਹਾ ਹੈ। ਉਹ ਸੈਫੀ, ਉਹ ਸੈਫੀ, ਉਹ ਖੁਸਰਿਆ, ਉਹ ਖੁਸਰੀ, ਗੁੱਡੂ ਖੁਸਰੀ ਗਾਲਾਂ। अस्सलामुअलैकुम वरहमतुल्लाहि वबरकातुहू। ਵਾਲੇकुम अस्सलाम। ਉਹ ਭਾਈ ਉਹਦਾ ਪੁੱਤਰ ਅਗਰ ਜਾਮਿਆ ਵਿੱਚ ਹੈਗਾ, ਉਹਦਾ ਪੁੱਤਰ, ਉਹ ਕਹਿੰਦਾ ਮੇਰਾ ਪੁੱਤਰ ਜਾਮਿਆ ਵਿੱਚ ਜੱਟ ਲੈਲਪੁਰੀਆ, ਇਹਦੀਆਂ ਉਹ ਜਿਹੜੀ ਉਹ ਆਡੀਓ ਇਹਦੀ ਅਲੀ ਅਕਬਰ ਦੀ ਉੱਥੇ ਜਾ ਕੇ ਚਲਾਏਗਾ ਜਾਮਿਆ ਦੇ ਵਿੱਚ। ਇਹ ਆਡੀਓ ਦਿਖਾਏਗਾ ਉੱਥੇ ਕਿ ਮੇਰਾ ਅੱਬਾ ਬੈਠਾ ਹੈ ਜੱਟ ਲੈਲਪੁਰੀਆ, ਮੇਰਾ ਅੱਬਾ ਹੈ। ਤੇ ਇਹ ਅਲੀ ਅਕਬਰ ਜੱਟ ਸਾਹਿਬ ਦਾ ਭਾਈ ਨਜ਼ਮਾ ਪੜਦਾ ਜੀ, ਵੇਖ ਲਓ ਮਤਲਬ ਕਿ ਨਜ਼ਮਾ ਪੜਦਾ ਉੱਥੇ ਚਲਾਏਗਾ, ਇਹ ਜਾਨੀ ਚਲਾਏਗਾ। ਖਾਣਾ ਮੰਦਰ ਲੱਗਦਾ ਜੱਟ ਲੈਲਪੁਰੀਆ। ਉਹ ਬਗੈਰ ਤੋਂ ਕੱਲ ਦੀ ਸਾਡਾ ਉਹਨੇ ਸਿਰ ਖਾਦਾ ਹੋਇਆ ਕਿ ਇਹਨੇ ਉੱਥੇ ਮੈਸੇਜ ਕੀਤਾ ਹੈ ਉਹਨਾਂ ਦੀ ਲਾਈਵ ਤੇ ਜਾ ਕੇ ਕਿ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम डैश डैश के बेटे हैं। ਉਹ ਕੋਈ ਸੋਚ ਸਕਦਾ ਹੈ ਐਵੇਂ ਦੀ ਗੱਲ? ਉਹ ਮੈਂ ਕੋਈ ਜੇ ਗੱਲ ਕੀਤੀ, ਮੈਂ ਤਾਂ ਹਦੀਸਾਂ ਤੋਂ ਕੀਤੀ ਇਹ ਗੱਲ। ਉਹ ਮੈਂ ਤਾਂ ਕੋਈ ਐਸੀ ਗੱਲ, ਤੁਸੀਂ ਮੇਰੇ ਤੇ ਇਲਜ਼ਾਮ ਲਾਈ ਜਾ ਰਹੇ ਨੇ ਝੂਠ। ਅੱਛਾ ਫਿਰ ਐਸੇ ਲਾਂਤੀ ਦੇ ਇਲਜ਼ਾਮ ਲਾਉਂਦੇ ਪਏ ਨੇ, ਖੁਦ ਗਾਲਾਂ ਕੱਢ ਰਹੇ ਨੇ। ਇਲਜ਼ਾਮ ਲਾਣਾ, ਗਾਲ ਕੱਢਣਾ ਹੁੰਦਾ ਨਾ ਐਵੇਂ ਦੀਆਂ ਹਸਤੀਆਂ ਨੂੰ।
ਅਹਿਮਦ ਜੱਟ ਕੱਲ ਖੁਦ ਗਾਲਾਂ ਕੱਢ ਰਿਹਾ ਸੀਗਾ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ, ਉਹਨਾਂ ਦੇ ਉੱਤੇ ਇਲਜ਼ਾਮ ਲਾ ਕੇ। ਉਹ ਮੇਰਾ ਤੂੰ ਮੈਸੇਜ ਵਿਖਾ ਜਿੱਥੇ ਮੈਂ ਮੈਂਸ਼ਨ ਕੀਤਾ ਹੋਵੇ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਐਵੇਂ ਦੀ ਕੋਈ ਉਹਨਾਂ ਦਾ ਨਾਮ ਲਿਖਿਆ ਹੋਵੇ ਮੇਰੇ ਮੈਸੇਜ ਦੇ ਵਿੱਚ। ਉਹ ਇਹਨੇ ਤਾਂ ਮੈਸੇਜ ਕੀਤਾ ਹੈ ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ डैश डैश के बेटे थे, ਨਾਮ ਲਿਖ ਕੇ ਮੈਸੇਜ ਕੀਤਾ ਇਹਨੇ ਬਗੈਰਤਾ। ਉਹ ਤੂੰ ਖੁਦ ਲੋਕਾਂ ਨੂੰ ਗਾਲਾਂ ਕੱਢਦਾ ਰਿਹਾ ਬਗੈਰਤਾ। ਅਹਿਮਦ ਜੱਟ ਤੂੰ ਖੁਦ ਗਾਲਾਂ ਕੱਢਦਾ ਰਿਹਾ ਹੈ, ਗੰਦੀਆਂ ਗਾਲਾਂ ਕੱਢਣ ਦਾ ਕਲਚਰ ਤੂੰ ਲੈ ਕੇ ਆਇਆ ਸੀ ਟਿਕਟਾਕ ਦੇ ਉੱਤੇ, ਗੰਦੇ ਇਨਸਾਨ। ਇਸ ਲਈ ਕੱਲ ਤੈਨੂੰ ਮੰਡਿਆ ਥੋੜਾ ਜਿਹਾ, ਤੈਨੂੰ ਦੱਸਿਆ ਕਿ ਤੇਰੀ ਇਹ ਔਕਾਤ ਹੈ। ਉਹ ਰਕਸ਼ਾ ਡਰਾਈਵਰ ਮੁਹੰਮਦ ਅਹਿਮਦ ਸਾਹਿਬ ਆ ਦੇਖ ਲਓ ਜੀ, ਸਮੀਰ ਦੀ ਬਰਾੜ ਲੱਗੀ ਹੈ ਤੇ ਨੌਜ਼ ਬਿੱਲਾ ਨੇ ਕਿਹਾ ਜੀ ਉਹਦਾ ਨਾਮ ਲੈ ਕੇ ਤੁਹਾਡਾ ਨਬੀ। ਹਾਂ ਤੋਬਾ ਨੌਜ਼ ਬਿੱਲਾ, ਮੈਂ ਪੜ੍ਹ ਨਹੀਂ ਸਕਦਾ, ਸਕਰੀਨਸ਼ਾਟ ਹਾਈਲਾਈਟ ਕੀਤਾ, ਪੜ੍ਹ ਲਓ ਬੇਸ਼ੱਕ। ਇਹ ਹਾਫਜ਼ ਹੈ, ਇਹ ਰੱਬਾ ਵਿੱਚ ਰਹਿੰਦਾ ਰਿਹਾ ਹਾਫਜ਼ ਹੈ। ਰੰਡੀ ਦਾ ਬੱਚਾ ਕਹਿਣਾ ਇਹ ਗੱਲ ਨਹੀਂ ਆ ਆਪਣੇ ਮੁਹੰਮਦ ਅਹਿਮਦ ਸਾਹਿਬ। ਆਸਾ ਲਾਂਤੀ ਬੰਦੇ ਦੀ ਤੁਸੀਂ ਸਪੋਰਟ ਕਰ ਰਹੇ ਹੋ, ਉੱਥੇ ਬਹਿ ਕੇ ਗਾਲਾਂ ਕਢਵਾ ਰਹੇ ਹੋ ਗਾਲਾਂ। ਅਸੀਂ ਤਾਂ ਮੈਂ ਤੈਨੂੰ ਕਹਿੰਦਾ ਕਿ ਇਹ ਗੰਦੀ ਵਾਲਦਾ ਦਾ ਬੱਚਾ ਹੈ। ਇਹਦੀ ਵਾਲਦਾ ਜਿਹੜੀ ਬਜ਼ੁਰਗ ਔਰਤ ਹੈ ਨਾ, ਉਹਨੇ ਇਹਦੀ ਤਰਬੀਅਤ ਨਹੀਂ ਸਹੀ ਕਰ ਸਕੀ। ਮੈਨੂੰ ਤਾਂ ਹੋਰ ਵੀ ਪਤਾ ਚੱਲਿਆ ਕਿ ਇਹਦੇ ਤੋਂ ਕੋਈ ਉਹ ਸ਼ਾਮੀ ਵੀ ਇਹਨੂੰ ਕਿਤੇ ਸ਼ਾਮੀ ਤੋਂ ਵੀ ਇਹ ਕੋਈ ਕਰਵਾਉਂਦਾ ਰਿਹਾ ਕੰਮ ਸ਼ਾਮ। तो खुद कहते हैं कि सैफी साहब आप सुन भी लिया करें, ये मुझे आपकी बात गलत लगी है कि देखिए उसकी वालदा को आप कुछ ना कहें। भाई वो हमारी वालदों को क्यों गालियां निकाल रहा है फिर? उसकी वालदा कोई हाजन है? उसकी वालदा कोई मतलब कौन है उसकी वालदा यार? उसकी वालदा कोई दुनिया में अलग से पैदा हुई है या उसकी माँ को कोई अनटचेबल है उसकी माँ? मैं उसकी माँ को कैरेक्टरलेस औरत कहता हूँ, कैरेक्टरलेस औरत है उसकी माँ। बदतमीज है सैफी साहब, आप बात करने की क्या बदतमीजी है इसके अंदर? जब आप एक बदतमीज इंसान खुद हो, आप उसको नहीं कह रहे कि वो गालियां निकाल रहा है। मैंने उसकी वालदा का जिक्र किया है, आप उसकी वालदा का क्यों जिक्र कर रहे हैं? जब गंदी औलाद माँ पैदा करेगी तो लोग माँ को कहेंगे ना। सैफी साहब बात भाई बात है, जब गंदी औलाद माँ पैदा करेगी अली अकबर जैसी, पिए ना अली अकबर जैसे जब गंदी औलाद पैदा होएगी तो मैं तो कहूंगा ना कि इसकी बड़ा भाई भी गंदा है, इसका खुद भी गंदा है। जो बंदा खुद कहता है, जो अली अकबर खुद कहता है, अली अकबर खुद कहता है कि मैंने रवा में बच्चों की गांड मारता रहा हूं मैं, बताओ मुझे ये सही बात की है उसने? आपको किसी ने रवा में ऐसे लोग रहते हैं, रवा में ऐसे लोग रहते हैं, बताओ मुझे। उधर लोगों को बताते हैं कि आज रात को मैंने अपनी बीवी के साथ ऐसे काम किया, ऐसे काम। इतना गंदा इंसान है यार ये, आप उसकी बात कर रहे हो। मैं उसकी वालदा को क्यों ना कुछ सुन के बात चलते हैं। आप बोलने का आपने सिर्फ बोलने का रखा हुआ कि इतराज ना करें, बात करें ना, इतराज ना करें। मैं इतराज नहीं कर रहा, मुझे किसी से कुछ लेना देना नहीं है, ठीक है ना। इन्होंने अभी ताहिर साहब ने एक मैसेज दिखाया, उसका मैंने स्क्रीनशॉट भी लिया है, ठीक है। अब आपने एक सैफी साहब पहले बात की थी कि अली अकबर ने बोला है अहमदियों की वालदा के बारे में और बहनों के बारे में। क्या आपके पास उनकी उसकी रिकॉर्डिंग है? जी है रिकॉर्डिंग, आप मुझे सेंड कर सकते हैं? मैं आपको सेंड, मेरे पास नंबर नहीं है आपका, वो भी भाई आ जाएगा, वो आपको सुना देगा। इनके पास भी होएगी, ताहिर भाई के पास भी होएगी, जिसमें उसने कहा है कि अहमदियों की जो माएँ है। हाँ जी, वो कोई मसला नहीं, कोई ना कोई भाई आके आपको भी सुना देता है, ऑनलाइन सुना देता है आपको आके, ऐसी कोई बात नहीं है। मेरे पास मोबाइल यही है और इसी में वो रिकॉर्डिंग में इसलिए चला नहीं सकता यहाँ से। जी अस्सलाम वालेकुम। जी वालेकुम सलाम। अच्छा ये ऐसा करें कि मुझे ना तरफ से ये रिकॉर्डिंग जो है ना सेंड कर, ताहिर साहब तो जो रिकॉर्डिंग है ना जरा मैंने सेंड करना। भाई मेरे बात ये होती है, अगर मैंने उसकी माँ को पहले कुछ कहा हो ना, किसी से कुछ आप मुझे पकड़ ले आके कहे सैफी तू ओदी माँ पहलू गाल कटी यार, मैंने आपसे बात ही नहीं की। नहीं मैं आपसे बात नहीं कर रहा, मैं दूसरे भाई को बता रहा हूँ कि अगर मैंने कोई गाली निकाली हो ना उसकी माँ को, तो मुझे आप आके पकड़ लें बस कि तुमने उसकी माँ को पहले गाली निकाली। बाद में जो रिकॉर्डिंग केड़ी है मैं पहले का कह नहीं रहा सैफी साहब, मैं बाद में उसकी माँ को बाद में उसकी माँ को बेशक खंबे पे लटका दूं, उसे मेरी माँ तक गया, मैं उसकी माँ को खंबे पे लटका दूं, मेरी मर्जी है ना। अब वो ना जाता मैं भी ना जाता। ਸੈਫੀ ਸਾਹਿਬ ਇੱਕ ਮਿੰਟ ਗੱਲ ਕਰ ਲੈਂਦੇ ਮਹਿਮੂਦ ਸਾਹਿਬ ਨਾਲ, ਮੈਂ ਮਿਊਟ ਲਾ ਕੇ ਬੋਲਣ ਡਿਆ ਸੀ। ਇਹ ਮਹਿਮੂਦ ਭਾਈ ਕੱਲ ਜੋ ਰਾਤੀ ਅਸੀਂ ਬਰਾੜ ਲਾਈ ਸਾਨੂੰ ਇੱਕ ਆਪਣੇ ਮੋਹਤਰਮ ਦੋਸਤ ਜਿਹੜੇ ਨੇ ਅਹੁਦੇਦਾਰ, ਉਹਨਾਂ ਦਾ ਫੋਨ ਆਇਆ। ਅੱਛਾ ਜੀ। ਉਹਨਾਂ ਕਿਹਾ ਜੀ ਉਹਨਾਂ ਦੀ ਬਰਾੜ ਮੈਂ ਬੰਦ ਕਰਾਤੀ, ਤੁਸੀਂ ਬਰਾੜ ਬੰਦ ਕਰ ਦਿਓ। ਅਸੀਂ ਕਿਹਾ ਠੀਕ ਹੈ। ਉਸੇ ਵੇਲੇ ਤੁਸੀਂ ਜੋ ਗਏ ਉਸੇ ਵੇਲੇ ਬਰਾੜ ਬੰਦ ਹੋ ਗਈ ਹੈ। ਅੱਛਾ। ਅੱਜ ਫਿਰ ਲਾ ਕੇ ਤੇ ਅਲੀ ਅਕਬਰ ਸਾਹਿਬ ਉੱਥੇ ਜਮਾਤ ਦੇ ਬੰਦਿਆਂ ਨੂੰ ਕਹਿ ਰਹੇ ਜੋ ਵੀ ਆ, ਬੜਾ ਕੁਝ ਕਿਹਾ ਨੇ। ਇੱਥੇ ਮੁਹੰਮਦ ਅਹਿਮਦ ਸਾਹਿਬ ਆਏ ਸਨ, ਹੋ ਸਕਦਾ ਥੱਲੇ ਹੀ ਹੋਣ, ਫਿਰ ਆ ਜਾਣ, ਉਹਨਾਂ ਨੂੰ ਵੀ ਉਹ ਗੱਲਾਂ ਬੁਰੀਆਂ ਲੱਗੀਆਂ ਨੇ। ਹੈ
ਉਹ CCD ਸਾਹਿਬ ਨੇ ਵਾਅਦਾ ਕੀਤਾ ਕਿ ਮੈਂ ਬਰਾੜ ਨਹੀਂ ਲਾਵਾਂਗਾ। ਕੁਝ ਦਿਨਾਂ ਲਈ ਉਹਨਾਂ ਕਿਹਾ ਜੀ ਚੁੱਪ ਕਰ ਦਿਓ, ਨਾ ਲਾਓ ਬਰਾੜ ਨਾ। ਅੱਛਾ। ਇਹਤਰਾਮਨ ਉਹਨਾਂ ਨੇ ਮਤਲਬ ਕਿ ਉਹ ਸਾਡੇ ਬੜੇ ਮੁਅੱਜ਼ਜ਼ ਨੇ, ਤੁਹਾਨੂੰ ਮੈਂ ਨਾਮ ਹੀ ਉਹਨਾਂ ਦਾ ਫੋਨ 'ਚ ਦੱਸ ਦਾਂਗਾ, ਠੀਕ ਹੈ, ਜਿਨ੍ਹਾਂ ਦਾ ਅਕਸਰ ਇਹ ਨਾਮ ਹੀ ਲੈਂਦਾ ਹੈ, ਅਲੀ ਅਕਬਰ ਹੈ। ਉਹ ਬੜੇ ਪਿਆਰੇ ਮੋਹਤਰਮ ਦੋਸਤ ਨੇ। ਉਹ ਮਤਲਬ ਕਿ ਜਮਾਤ 'ਚ ਉਹਨਾਂ ਦਾ ਕਾਫੀ ਅਮਲ ਦਖਲ ਹੈ। ਇਹ ਬੰਦਾ ਬਾਰ-ਬਾਰ ਉਹਨਾਂ ਨੂੰ ਵੀ ਟਾਰਗੇਟ ਕਰਨ ਡਿਆ। ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਵੀ ਨਾ ਲਾਓ ਨਾ, ਤੇ ਪਰ ਇਹ ਫੇਰ ਅੱਜ ਬਾਜ਼ ਨਹੀਂ ਆਇਆ। ਅੱਛਾ, ਤੁਸੀਂ ਯਾਰ ਰਿਕਾਰਡਿੰਗ ਤੇ ਉਹ ਜਿਹੜੀ ਰਿਕਾਰਡਿੰਗ ਹੈ ਨਾ, ਅਥਵਾਲ ਭਾਈ ਇਹਨਾਂ ਨੂੰ ਸੈਂਡ ਕਰ ਦਿਓ ਜੀ। 8 ਮਿੰਟ ਦੀ ਰਿਕਾਰਡਿੰਗ ਹੈ ਤੁਹਾਡੇ ਕੋਲ। ਹਾਂਜੀ ਬਿਲਕੁਲ, ਉਹਨਾਂ ਨੂੰ ਸੈਂਡ ਕਰ ਦਿਓ। ਜਿਹੜੀ ਕੱਲ ਉੱਥੇ ਬਾਬਾ ਜੀ ਨੇ ਸੁਣਾਈ ਕਿਹਾ ਸੀਗਾ ਕਿ ਮੈਂ ਰਿਕਾਰਡਿੰਗ ਕਰਨਾ, ਇਸ ਤਰ੍ਹਾਂ ਕਰਨਾ। ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਕਿਸੇ ਦੇ ਨਾਲ ਕੋਈ ਗੱਲ ਕਰਾਂ ਜਾਂ ਕੋਈ ਬੰਦਾ। ਨਹੀਂ ਮਹਿਮੂਦ ਸਾਹਿਬ, ਤੁਸੀਂ ਮੈਨੂੰ ਸਟ੍ਰਿਕਟਲੀ ਮਨਾ ਕੀਤਾ ਹੈ ਤਾਂ ਨਹੀਂ ਮੈਂ ਕੱਲੀਆਂ ਨਹੀਂ। ਹੁਣ ਤੁਸੀਂ ਇਹ ਜਿਹੜੀ ਮੈਂ ਹੁਣ ਰੋਜ਼ ਦੀ ਬਕਵਾਸ ਸੁਣਨ ਡਿਆ ਨਾ, ਜ਼ਰਾ ਮੈਂ ਕਹਿੰਦਾ ਕਿ ਮੈਂ ਦੇਖਣਾ ਹੁਣ ਕੌਣ ਹੈ। ਜੀ ਬਿਲਕੁਲ, ताहिर भाई मैं ना ਇੱਥੇ ਅਸੀਂ ਇਹ ਯਾਰ ਤਬਲੀਗ ਕਰਨ ਦੇ ਆ ਬੈਠੇ। मोहम्मद भाई मैं जाने लगा हूँ माजरत के साथ। ताहिर भाई मैं आपको इनबॉक्स में नंबर अपना सेंड कर देता हूँ व्हाट्सएप का। सो वो जो रिकॉर्डिंग है वो आप मुझे प्लीज़ जो सैफी भाई कह रहे थे वो आप मुझे सेंड कर बता देंगे। आप अहमदी हैं कि फिर? जी जी अल्हम्दुलिल्लाह मैं जी पर मैं इस आईडी पे नहीं बता सकता हूँ कि मैं, ठीक है ना। दूसरा वो भी इसको सेंड कर दे, वो वाला मैसेज भी इनको सेंड कर दें जिसमें इन्होंने मोहम्मद सल्लल्लाहु अलैहि वसल्लम को गाली निकाली है। वो मैं भी महमूद भाई को दिखा दी। क्योंकि देखिए बात ये है दरअसल कि अली अकबर भाई जो हैं उनसे मेरा पर्सनल में रब्ता है, और मैं ज़्यादा ना आपको बताऊं कि मैं बराडों पे नहीं घूमता। ये मैंने स्क्रीनशॉट इस चीज़ का ले लिया। ये नीचे हाईलाइट किया रेड में। एक बंदे को, ये अली अकबर साहब की आईडी है, एक बंदे को कह रहा है कि तुम्हारे नबी जो है नौज बिल्ला मोहम्मद सल्लल्लाहु अलैहि वसल्लम रंडी कब्र। यार गल ना करो प्लीज, ਮੈਨੂੰ ਘੱਲ ਦਿਓ ਜੀ। ਅਸੀਂ ਇਹ ਤਬਲੀਗ ਇੱਥੇ ਬੈਠੇ ਕਰਨ ਡਏ ਆ। ਤੁਸੀਂ ਇਹਦਾ ਸਕਰੀਨਸ਼ਾਟ ਲੈ ਲਓ ਨਾ ਆਪਣੇ ਮੁਹੰਮਦ ਅਹਿਮਦ ਭਾਈ। ਅੱਛਾ ਬਾਕੀ ਭਾਈਜਾਨ ਤਾਰ ਭਾਈ ਤੁਹਾਡੀ ਬਰਾੜ ਤੋਂ ਫਿਰ ਮੈਂ ਗੱਲ ਕਰ ਰਿਹਾ। ਅਲੀ ਅਕਬਰ ਨੱਠਦਿਆਂ ਨੂੰ ਵਾਹ ਇੱਕੋ ਵੰਗਰੇ ਨੇ। ਤੂੰ ਗਾਲ ਕੱਢੇਗਾ ਮੈਂ ਤੇਰੀ ਮਾਂ ਨੂੰ ਨਹੀਂ ਛੱਡਾਂਗਾ। ਜੀ ਜੀ ਫਿਰ ਤੇ ਉਹ ਜਿਹੜੀ ਉੱਥੇ ਕੱਲੀ ਛੱਡੀ ਹੋਈ ਹੈ ਨਾ ਉੱਥੇ, ਅਗਲੇ ਮਹੀਨੇ ਤੇ ਜਿਹੜੀ ਉਹ ਅਗਲੇ ਮਹੀਨੇ ਮਿਲਾਂ ਤੇ ਮੈਂ ਤੁਹਾਨੂੰ ਇਹਦੇ ਕੋਲ ਫਰੈਂਕਫੋਰਟ ਤੁਹਾਨੂੰ ਇਹਦੇ ਕੋਲ ਲੈ ਜਾਵਾਂਗਾ ਜੇ ਆਂਦੇ ਜੇ। ਮੈਂ ਦੱਸਣਾ ਫਿਰ ਮਿਲਣਾ ਤਾਂ ਸਹੀ ਨਾ, ਫਿਰ ਦੇਖ ਲੈਂਦੇ ਆ ਕਿਹੜਾ ਕੁ ਜਣਾ। ਇਹਨੂੰ ਮਿਲ ਲੈਂਦੇ ਆ। ਅਸੀਂ ਭਾਈ ਕਿਸੇ ਨੂੰ ਅੱਜ ਤੱਕ ਆਪਣੇ ਵੇਖ ਲਓ, ਆਪਣੇ ਮਹਿਮੂਦ ਭਾਈ ਭਾਈ ਨੂੰ ਰੋਕਿਆ, ਸਾਫੀ ਭਾਈ ਉਹਨੂੰ ਰੋਕਿਆ, ਉਹਨੂੰ ਬਿਲਕੁਲ ਰੋਕਤਾ। ਉਹ ਗੱਲ ਕਰਦਾ ਹੁਣ ਹੈ, ਬਿਲਕੁਲ ਰੋਕਤਾ ਉਹਨੂੰ। ਟਿਕਟੌਕ ਤੇ ਉਹ ਟਿਕਟੌਕ ਤੇ ਹੀ ਨਹੀਂ ਆਏਗਾ, ਗੱਲ ਹੀ ਨਹੀਂ ਛੱਡਦਾ। ਇਹ ਮੈਂ ਉਧਰ ਨਾ ਇੱਥੇ ਰਾਤੀ ਬੈਠਾ ਸੁਣ ਰਿਹਾ ਸੀ ਵਾਗਿਆਂ ਦਾ ਤੇ ਇਸ ਤਰ੍ਹਾਂ ਵਾਗਿਆਂ ਨੂੰ ਸਿਰਫ ਇੰਨਾ ਪੁੱਛ ਲੈਣਾ ਕਿ ਜਿਹੜੇ ਵੀ ਦੋਸਤ ਨਾਮ ਲੈਣ ਦੇ ਸਣ ਕੇ ਉੱਤੇ ਕੋਈ ਮਾਨਹਾਈਮ ਦੇ ਵਿੱਚ ਕੋਈ ਬੰਦਾ ਰਹਿੰਦਾ ਮਹਿਮੂਦ, ਹੁਣ ਜਾਣਦੇ ਜੇ ਭਾਈਜਾਨ। ਉਹ ਵੀ ਸਾਰੇ ਰੱਵਾ ਨੂੰ ਜਾਣਦੇ ਨੇ, ਰੱਵਾ ਵੀ ਉਹਨਾਂ ਨੂੰ ਸਾਰਾ ਜਾਣਦਾ ਹੈ, ਠੀਕ ਹੈ। ਉਹ ਗੱਲ ਇਸ ਤਰ੍ਹਾਂ ਨਹੀਂ ਹੋਈ ਸੀਗੀ। ਮੈਂ ਇਹ ਗੱਲ ਕੀਤੀ ਸੀ, ਉਹ ਵਾਗਿਆਂ ਨੂੰ ਸਿਰਫ ਪੁੱਛ ਲੈਣਾ। ਹਾਂ ਉਹ ਮੈਂ ਪੁੱਛ ਲਵਾਂਗਾ, ਕੋਈ ਮਸਲਾ ਨਹੀਂ ਹੈਗਾ ਆਪਣੇ, ਕੋਈ ਮਸਲਾ ਨਹੀਂ। ਮੈਂ ਸਿਰਫ ਇਹ ਗੱਲ ਕੀਤੀ ਸੀ ਕਿ ਤੂੰ ਹੁਣ ਉੱਥੇ ਬਦਮਾਸ਼ ਬਣਿਆ ਫਿਰਦਾ ਹੈ, ਜਾਂ ਤੂੰ ਲੋਕਾਂ ਨੂੰ ਫੋਨਾਂ ਦੇ ਉੱਤੇ ਕਹਿਣਾ ਹੈ ਕਿ ਫਲਾਂ ਬੰਦੇ ਤੂੰ ਮੇਰਾ ਪੁੱਛ ਲਓ, ਫਲਾਂ ਬੰਦੇ ਤੂੰ ਮੇਰਾ ਪੁੱਛ ਲਓ, ਤੇ ਰੱਵਾ ਤੂੰ ਬਾਹਰ ਨਿਕਲ ਕੇ ਨਾ ਇੱਧਰ ਲਾਲੀਆਂ ਟੁਰ ਕੇ ਆਖੀ ਤੇ ਮੈਂ ਤੈਨੂੰ ਦੱਸਾਂਗਾ ਕਿ ਤੈਨੂੰ ਕੋਈ ਟਕਰਿਆ ਹੈ, ਠੀਕ ਹੈ। ਇਹ ਮੈਂਡਰ ਕ੍ਰਾਸ ਕਰਕੇ ਨਾ ਉੱਥੇ ਨਾਰਾ ਮਾਰੀ ਤੇ ਮੇਰਾ ਆਵਾਜ਼ ਲਵੀਂ ਉੱਥੇ, ਤੇ ਤੈਨੂੰ ਉੱਥੇ ਆ ਜਾਣਗੇ, ਸਾਈਂ ਪਹੁੰਚ ਜਾਣਗੇ, ਕੋਈ ਮਸਲਾ ਨਹੀਂ ਹੈਗਾ। ਤੇ ਦੂਜਾ ਇੱਧਰ ਚਨਿਓਟ ਦਾ ਪੁਲ ਕ੍ਰਾਸ ਕਰਕੇ ਉੱਥੇ ਨਾਰਾ ਮਾਰੀ। ਤੂੰ ਜੇ ਏਦਾਂ ਬਦਮਾਸ਼ ਹੈ, ਜਦੋਂ ਲੋਕਾਂ ਨੂੰ ਫੋਨ ਕਰਕੇ ਕਹਿਣਾ ਹੈ ਕਿ ਮੇਰਾ ਫਲਾਂ ਤੂੰ ਪੁੱਛੋ ਤੇ ਫਲਾਂ ਤੂੰ ਪੁੱਛੋ ਤੇ ਮੈਂ ਇਹ ਆ ਤੇ ਮੈਂ ਉਹ ਆ, ਤੇ ਤੈਨੂੰ ਮੈਂ ਸਿੱਧਾ ਕਰ ਦਿਆਂਗਾ। ਤੈਨੂੰ ਵੀ ਪਤਾ ਚੱਲ ਜਾਏਗਾ ਕਿ ਤੂੰ ਕਿਸੇ ਬੰਦੇ ਦੇ ਪੁੱਤਰ ਨਾਲ ਟਕਰਿਆ ਹੈ। ਤੇ ਸਾਡਾ ਵੀ ਕਿਸੇ ਤੋਂ ਵੀ ਪੁੱਛ ਲੋਗੇ ਨਾ ਤਾਂ ਉਹ ਵੀ ਤੁਹਾਨੂੰ ਦੱਸ ਦੇਣਗੇ ਕਿ ਕੱਲ ਬੰਦਾ ਬੈਠਾ ਸੀ ਤੁਹਾਡੇ ਕੋਲ, ਤੁਸੀਂ ਮੈਨੂੰ ਰਿਕੁਐਸਟ ਕਰ ਲਈ ਸੀਗੀ, ਉਹ ਬੰਦਾ ਬੈਠਾ ਸੀਗਾ ਤੁਹਾਡੇ ਦੋਸਤ ਸਨ ਸ਼ਾਹੀ ਸਾਹਿਬ ਨਾ। ਹਾਂਜੀ ਹਾਂਜੀ ਹਾਂਜੀ। ਕਹਿ ਲੋ ਕਿ ਬੰਦੇ ਨੂੰ ਜ਼ਰੂਰੀ ਨਹੀਂ ਕਿ ਬੰਦੇ ਨੂੰ ਤਾਰਫ ਕਰਾਉਣਾ ਪਵੇ, ਸਿਰਫ ਬੰਦਾ ਦੱਸੇ ਨਾ ਤੇ ਬੰਦਾ ਖੁਦ ਪਹਿਚਾਣ ਜਾਂਦਾ ਕਿ ਬੰਦਾ ਕੌਣ ਆ। ਹਾਂਜੀ ਬਿਲਕੁਲ, ਸਾਰਿਆਂ ਦੀ ਇੱਜ਼ਤ ਕਰੀਦੀ ਹੈ ਭਾਈਜਾਨ ਮਹਿਮੂਦ ਭਾਈ, ਸਾਰਿਆਂ ਦੀ ਇੱਜ਼ਤ ਕਰੀਦੀ ਹੈ। ਕਿਸੇ ਵੀ ਵੱਡੇ ਨੇ ਆਖਿਆ ਹੈ ਨਾ ਸਾਨੂੰ ਰੱਬਾ ਬਦਲ ਕੀਤਾ ਗਿਆ ਜੇ, ਤੁਹਾਨੂੰ ਮੈਂ ਵੀ
ਬ੍ਰੇਕਿੰਗ ਨਿਊਜ਼ ਦੇ ਦਾਂ ਇੱਕ ਬੰਦਾ ਰੱਬਾ ਬਦਲ ਮੈਂ ਕੀਤਾ ਤੁਹਾਨੂੰ ਗਿਆ ਇਹਨਾਂ ਦੀ ਰਿਕਾਰਡਿੰਗ ਭੇਜਾਂਗਾ, ਉਹਦੇ 'ਚ ਬੰਦਾ ਕਲੇਮ ਕਰ ਰਿਹਾ ਕਿ ਮੈਂ ਬੱਚਿਆਂ ਦੀਆਂ ਗਾਂਡ ਮਾਰਦਾ ਰਿਹਾ ਉੱਥੇ। ਯਾਰ ਮੈਂ ਕਿਸੇ ਦੀ ਮੁਤਲਕ ਗਲਤ ਗੱਲ ਸੁਣਦਾ ਨਹੀਂ ਤੇ ਨਾ ਮੈਂ ਕਰਨਾ। ਮੈਂ ਕਹਿੰਦਾ ਕਿ ਜਿਹੜੇ ਬੰਦੇ ਜਿਹੜਾ ਕੋਈ ਜਣਾ ਹੈਗਾ ਉਸ ਬੰਦਾ ਸਾਹਮਣੇ ਜਾ ਕੇ ਗੱਲ ਕਰੇ, ਸਾਹਮਣੇ ਬੈਠ ਕੇ ਗੱਲ ਕਰੇ, ਪਤਾ ਲੱਗ ਜਾਂਦਾ ਕੌਣ ਜਣਾ। ਇਸ ਤਰ੍ਹਾਂ ਬਰਾਡਾ ਤੇ ਬੈਠ ਕੇ ਤੇ ਬੰਦਾ ਜਾਂ ਟੈਲੀਫੋਨਾਂ ਦੇ ਉੱਤੇ ਤੇ ਬਥੇਰੀ ਬੰਦੇ ਗੱਲ ਜਾਂ ਸਹੀ ਬਕਵਾਸ ਕਰ ਲੈਂਦੇ ਨੇ ਕਿ ਉਹ ਫਲਾਨਾ ਤੇ ਉਹ ਫਲਾਨਾ ਤੇ ਉਹ ਫਲਾਨਾ। ਜਿਸਲੇ ਬੰਦਾ ਸਾਹਮਣੇ ਜਾਵੇ ਉਸਲੇ ਬੰਦਾ ਗੱਲ ਕਰੇ ਬੈਠ ਕੇ। ਹਾਂ ਬਈ ਮੈਂ ਤਾਂ ਉਹ ਕਹਿਣਾ ਕਿ ਟਾਈਮ ਬਣਾ ਲੈਣੇ ਆ, ਅਗਰ ਟਾਈਮ ਮੈਂ ਯਾਰ ਵੈਸੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੀ ਕਦੀ ਗੱਲ ਨਹੀਂ ਸੀ ਸੁਣੀ। ਅੱਲਾ ਦੇ ਫਲ ਨਾਲ ਅੱਜ ਤੱਕ ਜਮਾਤ ਦਾ ਕਹਿ ਲਓ ਕਿ ਇੰਨਾ ਵਕਾਰ ਰਹਿਣਾ ਸਾਡਾ ਅੱਲਾ ਦੇ ਫਲ ਨਾਲ ਸਾਰੇ ਪਾਸੇ ਜਮਾਤੀ ਨਿਜ਼ਾਮ ਸੀਗਾ। ਲੇਕਿਨ ਇੱਥੇ ਬੈਠ ਕੇ ਜਿਹੜੀ ਮੈਂ ਸੁਣਨ ਡਿਆ ਵਾਂ ਇੰਨਾ ਗੰਦ ਯਾਰ ਇੱਥੇ ਲੋਕਾਂ ਦੇ ਵਿੱਚ ਭਰਿਆ ਹੋਇਆ। ਦੇਖੋ ਜੀ ਮਹਿਮੂਦ ਸਾਹਿਬ, ਤੁਸੀਂ ਹੁਣ ਇੱਥੇ ਗੱਲ ਕਰ ਰਹੇ ਹੋ ਨਾ, ਇੱਕ ਬੰਦਾ ਕਹਿੰਦਾ ਹੈ, ਕਲੇਮ ਕਰਦਾ ਹੈ ਜੱਟ ਲੈਲਪੁਰੀਆ ਕਿ ਮੇਰਾ ਪੁੱਤਰ ਮਰਬੀ ਬਣਨ ਦੇ ਆਖਰੀ ਸਾਲ ਵਿੱਚ ਹੈ, ਮੇਰਾ ਭਰਾ ਨਜ਼ਮਾਂ ਪੜ੍ਹਦਾ MTA ਦੇ ਉੱਤੇ। ਇਹ ਉੱਥੇ ਰਿਕਾਰਡਿੰਗਾਂ ਪੇਸ਼ ਕਰ ਸਕਦਾ ਹੈ ਗਾਲਾਂ ਦੀਆਂ, ਜਾਂ ਉੱਥੇ ਜਿਹੜੀਆਂ ਨਬੀ ਪਾਕ ਨੂੰ ਕੱਢੀਆਂ ਗਈਆਂ ਨੇ, ਅਜ਼ਵਾਜ ਨੂੰ ਕੱਢੀਆਂ ਗਈਆਂ ਨੇ, ਹਜ਼ਰਤ ਮਸੀਹ ਮੌਦ ਅਲੈਹਿਸਸਲਾਮ ਦੇ। ਤੁਸੀਂ ਇਹ ਰਿਪੀਟ ਨਾ ਗੱਲਾਂ ਕਰੋ। ਮੈਂ ਨਹੀਂ, ਇੱਕ ਬੰਦਾ ਤੁਹਾਡੇ ਅੱਗੇ ਸਵਾਲ ਕਰਦਾ, ਕਰਨ ਵਾਲਾ ਔਰ ਸੁਣਨ ਵਾਲਾ ਦੋਨੋਂ ਗੁਨਾਹਗਾਰ ਨੇ। ਮੈਂ ਇੱਕ ਮਿੰਟ ਗੱਲ, ਤੁਸੀਂ ਇੱਕ ਬੰਦਾ ਤੁਹਾਡੇ ਆ ਕੇ ਸਵਾਲ ਕਰਦਾ ਹੈ ਕਿ ਯਾਰ ਮੈਂ ਤੁਹਾਡੀ ਜਮਾਤ ਦੇ ਬਾਰੇ ਸਵਾਲ ਕਰਨ ਆਇਆ, ਮਸੀਹ ਮੌਦ ਉੱਤੇ ਕੋਈ ਲਾਂਦਾ ਹੈ ਕੋਈ ਜੀ ਕਿ ਇਹ ਗੱਲ ਦੱਸੋ, ਇਹਦਾ ਕੀ ਜਵਾਬ ਹੈ, ਤੇ ਤੁਸੀਂ ਉਹਨੂੰ ਇਹ ਕਹੋਗੇ ਕਿ ਤੂੰ ਹਜ਼ਰਤ ਮਸੀਹ ਮੌਦ ਦੇ ਉਸ ਤੇ ਚੜ ਜਾਂਦਾ ਹੈ, ਚੜ ਗਿਆ ਹੈ ਆ ਕੇ, ਕਹੋਗੇ ਤੁਸੀਂ? ਕਦੀ ਸੋਚ ਸਕਦੇ ਹੋ ਤੁਸੀਂ? ਓਕੇ ਤਾਂ ਖੁਦਾ ਹਾਫਿਜ਼। ਓਕੇ ਜੀ, ਅੱਲਾਹ ਹਾਫਿਜ਼। ਭਾਈ ਆ ਜਾਂਦੇ ਨੇ, ਉਹ ਯਾਰ ਉਹਦੀ ਮਾਂ ਨੂੰ ਨਾ ਕੁਛ ਕਹੋ, ਉਹਦੀ ਮਾਂ ਬਜ਼ੁਰਗ ਹੈ, ਉਹਦੀ ਮਾਂ ਬਜ਼ੁਰਗ ਹੈ, ਤੇ ਹੁਣ ਕੀ ਅਸੀਂ ਦੂਜੀਆਂ ਅਹਿਮਦੀਆਂ ਦੀਆਂ ਮਾਵਾਂ ਨੂੰ ਜੋ ਮਰਜ਼ੀ ਕਹਿੰਦਾ ਰਵੇ, ਤੇ ਉਹਦੀ ਮਾਂ ਹਾਜੇ ਨਹੀਂ ਯਾਰ, ਉਹ ਹਾਜ ਕਿਸ ਦਿੰਦੀ ਹੈ? ਉਹ ਤਾਂ ਮਹੱਲੇ ਵਿੱਚ ਭਾਵੇਂ ਉਹਨੇ ਗੰਦ ਪਾਇਆ ਹੋਵੇ, ਸਾਨੂੰ ਕੀ ਪਤਾ। ਏਡਾ ਗੰਦਾ ਬੱਚਾ ਤੇ ਮਾਂ ਕਿਵੇਂ ਦੀ ਹੋਏਗੀ ਇਹਦੀ? ਯਾਰ ਤੁਸੀਂ ਖੁਦ ਦੱਸੋ ਨਾ, ਏਡਾ ਗੰਦਾ ਬੱਚਾ ਹੋਵੇ ਕਿਸੇ ਮਾਂ ਦਾ, ਤਾਂ ਉਹਦੀ ਮਾਂ ਕਿਵੇਂ ਦੀ ਹੋਏਗੀ? ਏਡਾ ਲਾਨਤੀ ਬੱਚਾ ਹੋਵੇ, ਕਿਸੇ ਨੂੰ ਬਖਸ਼ੇ ਹੀ ਨਾ। ਕੋਈ ਬੰਦਾ ਗੱਲ ਕਰੇ ਕਿਸੇ ਨਾਲ ਜਾ ਕੇ ਗੈਰ ਅਹਿਮਦੀ ਨਾਲ, ਉਹਨੂੰ ਗਾਲਾਂ ਕੱਢਣ ਲੱਗ ਜਾਵੇ। ਉਹ ਇਹਨੇ ਅਹਿਮਦ ਜੱਟ ਨੂੰ, ਇਹਨੇ ਅਹਿਮਦ ਜੱਟ ਤੂੰ, ਗੁੱਜੂ ਤੂੰ 1.5-2 ਘੰਟੇ ਗਾਲਾਂ ਕਢਵਾਈਆਂ ਉਸ ਦਿਨ ਸਾਰੇ ਅਹਿਮਦੀਆਂ ਨੂੰ। ਕੋਈ ਅਹਿਮਦੀ ਨਹੀਂ, ਹਜੇ ਵੀ ਰਿਕਾਰਡਿੰਗ ਮੈਂ ਕੱਢੀ ਹੈ ਰਿਕਾਰਡਿੰਗ ਨੂੰ। ਅਹਿਮਦ ਜੱਟ ਕਹਿੰਦਾ ਰਿਕਾਰਡਿੰਗ ਪੇਸ਼ ਕਰੋ, ਉਹ ਦੂਜਾ ਦੇਖ ਲਓ ਮੁਨਾਫਿਕ ਕਹਿੰਦਾ ਰਿਕਾਰਡਿੰਗ ਪੇਸ਼ ਕਰੋ, ਰਕਸ਼ਾ ਡਰਾਈਵਰ। ਉਹ ਜੱਟ ਲੈਲਪੁਰੀਆ ਤੇਰਾ ਪੁੱਤਰ ਮੁਰੱਬੀ ਬਣ ਰਿਹਾ, ਉਹਦੇ ਸਾਹਮਣੇ ਲਾਈ ਖਾਈਆਂ ਰਿਕਾਰਡਿੰਗਾਂ। ਜ਼ਰਾ ਪੁੱਛੀ ਉਹਨੂੰ ਕਿ ਸਹੀ ਕੰਮ ਹੈਗਾ ਜਮਾਤ ਇਹ? ਦੱਸ ਤੈਨੂੰ ਇਹ ਤਰਬੀਅਤ ਕਰ ਰਹੀ ਹੈ ਤੇਰੀ ਜਮਾਤ ਉੱਥੇ? ਇਹ ਰੱਬਾ ਵਿੱਚ ਰਿਹਾ ਬੰਦਾ, ਇਹ ਰੱਬਾ ਦੇ ਮਾਹੌਲ ਵਿੱਚ ਪਲਿਆ ਬਣਿਆ ਅਲੀ ਅਕਬਰ। ਓਏ ਅਸੀਂ ਤਾਂ ਬਾਅਦ ਵਿੱਚ ਅਹਿਮਦੀ ਹੋਏ, ਜਾਂ ਸਾਡਾ ਤੇ ਰੱਬਾ ਨਾਲ ਤਲੁਕ ਹੀ ਕੋਈ ਨਹੀਂ, ਤੇ ਰੱਬਾ ਵਿੱਚ ਰਿਹਾ ਬੰਦਾ। ਇਹਦੀ ਤਰਬੀਅਤ ਵੇਖ ਲਓ, ਇਹ ਦੱਸ ਰਿਹਾ ਕਿ ਰੱਬਾ ਵਿੱਚ ਇਹ ਕੰਮ ਹੁੰਦੇ ਨੇ। ਇਹ ਬੰਦਾ ਕਹਿੰਦਾ, ਇਹਦੀ ਰਿਕਾਰਡਿੰਗ ਮੌਜੂਦ ਹੈ ਰਾਜਰ ਦੇ ਸਾਹਮਣੇ, ਡੋਗਰ ਦੇ ਸਾਹਮਣੇ, ਕਿ ਮੈਂ ਬੱਚਿਆਂ ਦੀ ਗਾਂਡ ਮਾਰਦਾ ਰਿਹਾ ਉੱਥੇ। ਆ ਵੇਖੋ ਮਲਕ ਸਾਹਿਬ ਤੇ ਸਾਥੀ ਆ ਵੇਖੋ, ਸੀਕਰ ਦੀ ਬਰਾੜ ਦੇ ਥੱਲੇ ਜਾ ਕੇ ਮੈਸੇਜ ਕਰਨ ਡਿਆ, ਉੱਤੇ ਉਹਨੇ ਪੋਸਟਰ ਲਾਇਆ ਗਲਤ, ਤੁਮ ਸਭ ਕੀ ਬਹਿਨ ਕੀ। ਅੱਗੋਂ ਤੁਸੀਂ ਪੜ੍ਹ ਲਓ। ਇਹ ਦੇਖ ਲਓ, ਇਹਦੀ ਸਪੋਰਟ ਕਰ ਰਹੇ ਹੋ ਤੁਸੀਂ। ਆ ਵੇਖ ਲਓ ਮਲਕ ਸਾਹਿਬ, ਹੈ ਇਹਦੀ ਸਪੋਰਟ ਕਰ ਰਹੇ ਹੋ, ਇਸ ਲਾਂਤੀ ਦੀ, ਇਸ ਗਾਂਡੂ ਹਾਫਿਜ਼ ਦੀ ਸਪੋਰਟ ਕਰ ਰਹੇ ਹੋ ਤੁਸੀਂ। ਔਰ ਲਾਂਤੀ ਦੇ ਬੱਚਿਆ, ਤੂੰ ਕਹਿੰਦਾ ਤੂੰ ਗਾਲਾਂ ਕੱਢੇਗਾ, ਤੈਨੂੰ ਕੋਈ ਗਾਲਾਂ ਨਾ ਕੱਢੇ, ਤੈਨੂੰ ਪੂਰੀਆਂ ਦਿੱਤੀਆਂ ਜਾਣਗੀਆਂ ਗਾਲਾਂ, ਤੇਰੇ ਗਲੇ ਤੱਕ ਦਿੱਤੀਆਂ ਜਾਣਗੀਆਂ ਗਾਲਾਂ। ਗੁੱਡੂ ਖੁਸ਼ੀ ਦੇ ਵੀ ਗਲੇ ਤੱਕ ਦਿੱਤੀਆਂ ਜਾਣਗੀਆਂ। ਰਹੀਲ ਸਾਹਿਬ ਸਪੋਰਟ ਕਰਨ ਦੇ ਨੇ ਜੀ। ਇਹ ਵੇਖੋ ਰਹੀਲ ਸਾਹਿਬ, ਇਹ ਦੂਸਰਾ ਸਕਰੀਨਸ਼ਾਟ ਵੀ ਆ ਗਿਆ ਜੀ। ਹਾਂ ਮੈਂ ਰਿਕਾਰਡਿੰਗ, ਉਹ ਕਿਹੜੀ ਰਿਕਾਰਡਿੰਗ ਹੋਏ? ਤੈਨੂੰ ਰਿਕਾर्डिंगा सुन के तेरे हवा नहीं निकली अंदरों तेरे? बताओ, जो वो गालियां निकालता है वो सही करता है? बताओ मुझे, जो नबियों को गालियां निकालता है, जो हज़रत मसीह मौद अलैहिस्सलाम को गालियां दे रहा है, जो उम्मुल मोमिनीन को गालियां दे रहा है, क्या वो ठीक कर रहा है काम? मेरे जैसे जो नए लोग आ रहे हैं जमात में, उनको क्या यार आप यार बताओ, जो बात गलत है वो गलत है। नया पुराने की क्या बात है? बंदे जो आ रहे हैं वो क्या तासुर दे रहे हैं यार? जो नए पुराने की क्या बात है? जो बात गलत है वो गलत है। नए पुराने की क्या बात है? अब एक बंदा कहे मैं बच्चों की गांड मारता रहा हूँ, उधर बच्चों के साथ मैं ज्यादती करता रहा हूँ। भाई एक बंदा जब टिकटॉक पे बैठ के खुद अपने आप को नंगा कर रहा है, एक बंदा खुद अपने आप को नंगा कर रहा है, वो कह रहा है मैं बच्चों की गांड मारता रहा हूँ वहां पे। बताओ मुझे, वो सही काम कर रहा है? जमात की खिदमत कर रहा है वो यहाँ पे, और उसके साथ हाफिज लिखा हुआ है, वो कुरान का हाफिज है।
वो अपने आप को हाफिज कहता है कि कुरान का हिफ्ज किया हुआ है उसने। अब बात सुनने की हिम्मत भी रखा करे ना। तो कैसा गांडू हाफिज है, मुझे समझ नहीं आ रही कि गांडू हाफिज कैसे रखा करे ना। अब बात सुनते सुनो ना, देखिए उसने अपनी माँ पेश की बहरीन को, उसने अपनी माँ पेश की हबीबुल्लाह को, माफिया मांगी नासिर भट्ट को, अपनी माँ पेश करके उसने माफिया मांगी है। तो उसको को यार मुझे भी पेश कर दे अपनी माँ यार, उसको को मुझे भी पेश कर दे। हिम्मत भी करें। बात तो सुनो ना, जब उसने 3-4 लोगों को माफी मांग के, 3-4 लोगों से माफी मांग के अपनी माँ पेश की है ना उसने, तो मुझे भी पेश कर दे। मुझे भी गाली निकाली है, मुझे भी माँ पेश कर दे, मैं माफ कर दूंगा उसको। मेरे भी पाँव को हाथ लगाए कुत्ते की तरह चाटे मेरे पाँव आके और अपनी माँ पेश कर दे, मैं उसको माफ कर दूंगा। इसलिए कि मैंने उसको पहले गाली नहीं निकाली यार। किसी और की बात सुनने की भी हिम्मत रखें ना भाई। जिसने मुझे गाली निकाली है मैं उसकी माँ चोद दूंगा, मैं उसकी माँ चोद दूंगा जिसने मुझे गाली निकाली है। जो भी मुझे गाली निकालेगा मैं उसकी माँ चोद दूंगा। वो बुजुर्ग है, 90 साल की है, 80 साल की है, 50 साल की है। हाँ, जिसने मुझे गाली निकाली मैं नहीं छोड़ूंगा उसको यार। मैं क्यों छोड़ू? मेरा इस्तेहकाक है ना, मैं बदला ले रहा हूँ। उसने मुझे गाली निकाली है पहले, मैं उसका बदला ले रहा हूँ। इसमें क्या बुरी बात है? जो मुझे गाली निकालेगा, कोई भी निकालेगा, मैं उसकी माँ चोद दूंगा। मैंने तो पहले कहा कोई गैर अहमदी मुझे गाली ना निकाले। मुझे सीकर ने निकाली थी गाली, उसको मैंने दल्ला बना के छोड़ा है। अब उसको मैंने सुअर का बच्चा बना के छोड़ा था मैंने। उसने मुझे गाली निकाली थी ना माँ की, पहले उसको मैंने कहा था गाली ना कड्डी, उन्हें कट दी थी गाल। फिर मैं उन्होंने सूरनी का बच्चा बनाया उन्होंने, मैंने दसिया कि तेरी मैं माँ किवें सूरनी बनावांगा। मैं तो ऐसा ही हूँ, जो मुझे गाली निकालेगा मैं तो उसकी माँ चोद दूंगा। सीधी सी बात है। इसमें अहमदी गैर अहमदी की क्या बात है भाई? क्यों को गाली निकाले? हम गाली सुनने के लिए बैठे हैं। ये बदमाश सारे जो गालियां निकालेंगे, फिर साजे नालों वड्डा केड़ा बदमाश गालां कड्डण विच। अभी तो एक गाली निकाल रहा हूं मैं सिर्फ। ये अहमद जट ने गालियां निकाली, कल उसको मैंने कह दिया तुम कुत्ते के बच्चे हो यार, तुमने गालियां निकाली 1.5-2 घंटे मुझे। तुम लानती इंसान हो, आज मस्जिद बना फिरते हो तुम यार। और कल सीकर ने भी उसको कुत्ते की तरह जलील कर दिया वहां पे। भाई ये मुझे अपनी माँ पेश करे, जैसे इसने हबीबुल्लाह को पेश की है, नासिर भट्ट को पेश की है, बहरीन को पेश की है। जिन जिन लोगों के साथ इसने सुलह की है ना, उनको गालियां निकाली थी इसने ना, फिर उसने उनके साथ सुलह की। सुलह इसने कैसे की उनके साथ? उनको माँ पेश की अपनी कि यार मैंने माफ कर दो, मेरी माँ हाजिर है, मुझे भी माँ पेश कर दे। कमेंट पढ़े आपके साहब का दोस्त थे जो उनका, मैं उसको माफ कर दूंगा। अगर मुझे मेरी माँ को गाली निकाली है, मुझे अपनी माँ पेश करे, मैं उसको माँ बना के रखूंगा, बस मैं उसको माफ कर दूंगा। पहले गाली उसने दी है और मैं अहमदी गैर अहमदी का चक्कर ही नहीं है, तो पर्सनल है ना। इसमें तो वो बात ही नहीं कोई अमान की, ना ईमान की, अहमदी होने की, गैर अहमदी होने की। पर्सनल उसने गाली निकाली है माँ को, बहरीन से गालियां निकलवाई हैं उसने बिला वजह। तब तो मैं तो उसकी माँ को चोदूंगा। वो बेशक बुजुर्ग है, बेशक उसके बाल चिट्टे हैं, ये इधर कुत्ते की तरह इधर कुत्ता बना हुआ है जर्मनी में, वो माँ उसकी वहां पे बैठी है, तो मैं तो नहीं छोड़ूंगा इसकी माँ को। तो मुझे भी जो इस्तेहकाक हासिल है ना, मुझे ना कुछ को मैं कुछ नहीं कहूंगा। मुझे सीकर ने गाली निकाली थी, आज तक वो अपने हाथ लगा लगा के चेक कर रहे हैं, अभी तक उसकी ब्लीडिंग नहीं रुकी। मैंने उसको ब्लीड कर दिया मैंने उसको। तो इसने मुझे गाली निकाली, मेरा नाम लेके गाली निकाली, मैं इसकी बुजुर्ग माँ को चोदूंगा ही चोदूंगा, नहीं छोड़ूंगा इसकी माँ को मैं। भड़की हुई आग में ये पयामी लाहौरी फरीक इबादुद दुनिया वकूदुन नार बन गए। नंबर 7, निहायत ही कमीना से कमीना और रजील से रजील फितरत वाला और अहमद से अहमद इंसान। नंबर 8 फिर असहाबे अखदूद पयामी। नंबर 9 और गुड्डू खुसरी तू साडा मुकाबला करेगा, मोहम्मद अहमद हुसैनी के नुतफे तू साडा मुकाबला करेगा। और तेरा तो मोहम्मद अहमद, तेरा तो नुतफे विच फर्क है, तू तो हुसैनी दा बच्चा है। ਉਹ ਹੁਸੈਨੀ ਜਿਹੜਾ ਗਾਲਾਂ ਕਢਵਾਉਂਦਾ ਉੱਥੇ ਨਬੀਆਂ ਨੂੰ, ਤੂੰ ਅਖਲਾਕ ਦੇ ਦਰਸ ਦੇਗਾ ਮੁਹੰਮਦ ਅਹਿਮਦ, ਜਿਹੜੇ ਤੂੰ ਉਹਦੇ ਹੁਸੈਨੀ ਦੇ ਟੱਟੇ ਮੂੰਹ ਵਿੱਚ ਪਾ ਕੇ ਬੈਠਾ ਰਹਿੰਦਾ ਤੂੰ ਸਾਰਾ ਦਿਨ। ਤੇ ਉਹ ਹੁਸੈਨੀ ਜਿਹਨੇ ਨਬੀ ਪਾਕ ਨੂੰ ਤੇ ਜ਼ਮਸੀਹ ਮੌਦ ਨੂੰ ਉੱਥੇ 1.5 ਘੰਟਾ ਗਾਲਾਂ ਕਢਵਾਈਆਂ ਨੇ ਗੰਦੀਆਂ ਗੰਦੀਆਂ, ਤੂੰ ਆ ਕੇ ਅਖਲਾਕ ਦੇ ਦਰਸ ਦੇਗਾ? ਤੂੰ ਹੁਸੈਨੀ ਦੇ ਬਗੈਰ ਕੁਛ ਨਹੀਂ ਤੇਰੀ ਜ਼ਿੰਦਗੀ। ਤੇਰੀ ਅਗਲੀ ਨਸਲ ਵੀ ਹੁਸੈਨੀ ਦੇ ਨਾਮ ਤੋਂ ਹੀ ਚੱਲਣੀ ਹੈ। ਤੇਰੀ ਇਹ ਔਕਾਤ, ਤੂੰ ਇਸ ਤਰ੍ਹਾਂ ਦਾ ਅਹਿਮਦੀ ਹੈ। ਤੂੰ ਅਸੀਂ ਇਸ ਤਰ੍ਹਾਂ ਦੇ ਨਹੀਂ ਹੈਗੇ ਬਈ। ਸਾਨੂੰ ਜੋ ਹੈ ਅਸੀਂ ਉਵੇਂ ਹੀ ਆ, ਸਾਹਮਣੇ ਖਲੋਤੇ ਆ। ਸੈਫੀ ਸਾਹਮਣੇ ਖਲੋਤਾ, ਜਿਹੜਾ ਗਾਲ ਕੱਢੇਗਾ
ਜੇ ਮਾਂ ਨੂੰ ਕੱਢੇਗਾ, ਉਹਦੀ ਮਾਂ ਵੀ ਚੋਦੀ ਜਾਏਗੀ, ਭਾਵੇਂ ਬਜ਼ੁਰਗ ਹੈ, ਉਹਦੇ ਬੱਚੇ 60 ਸਾਲ ਦੇ ਨੇ, 70 ਸਾਲ ਦੇ ਨੇ, 80 ਸਾਲ ਦੇ ਨੇ, 50 ਸਾਲ ਦਾ ਬੱਚਾ ਹੈਗਾ, ਉਹਦੀ ਮਾਂ 90 ਸਾਲ ਦੀ ਹੈ, ਉਹ ਵੀ ਚੋਦੀ ਜਾਏਗੀ, ਉਹ ਵੀ ਰਗੜੀ ਜਾਏਗੀ, ਨਹੀਂ ਛੋੜੀ ਜਾਏਗੀ। ਉਹ ਗੁੱਡੂ ਖੁਸਰੀ ਦੀ ਮਾਂ ਹੋਵੇ, ਉਹਦੀ ਭੈਣ ਹੋਵੇ, ਉਹਦੀ ਧੀ ਹੋਵੇ, ਇਹਦੀ ਅਲੀ ਅਕਬਰ ਦੀ ਮਾਂ ਹੋਵੇ, ਵੱਡੀ ਤਾਂ ਅਲੀ ਅਕਬਰ ਦੀ ਮਾਂ ਹੀ ਹੈ ਨਾ ਜਿਹੜੀ ਉਹ ਹਾਜਨ ਹੈ, ਜਿੱਦੀ ਸਾਰੇ ਕਹਿੰਦੇ ਨੇ ਉਸकी ਮਾਂ को कुछ ना कहो, बुजुर्ग औरत है। नबस तो चलती है ना, नबस तो नहीं ना बंद हुई है जे, नबस चलती है ना, चला के रखांगे इंशाल्लाह, कोई मसला नहीं है जी। सैफी साहब क्या हाल है, ठीक है भाई? ठीक ठाक है यार, क्या माशाल्लाह। बहुत अच्छी लगा आपने जो जिस तरह आप नबी सल्लल्लाहु अलैहि वसल्लम के लिए बात कर रहे हैं, मुझे अच्छा लगा कि जिस तरह ये देखें, ये हर जगह पे गंदे लोग होते हैं, आप लोगों में भी है, हम लोगों में भी है भाई। यार आप चले जाओ यार यहाँ से यार, हमारा आपस का मामला है, आपके लोगों ने भी कोई काम नहीं किया। सीकर ने गंदी गाली दी थी नबी पाक सल्लल्लाहु अलैहि वसल्लम को यार, गंदी गाली। सबूत दे दें, आप सबूत दे दें। आमर हक ने गंदी गाली दी थी उनकी पैदाइश को यार। सियाल सुल्तान जिसके साथ आप बैठे होते हैं, उसे गंदी गालियां दी थी अज़वाज को और नबी पाक को यार। आमर नजीर ने गंदी गाली दी है नबी पाक सल्लल्लाहु अलैहि वसल्लम को। क्या बात करते हो यार तुम? आगे हो यार अपने सबूत की। ये आपने कभी सबूत ही नहीं सुने कि सीकर ने गाली दी नहीं है कभी? आप कह रहे सबूत दे दो। मैं भी कह देता हूँ, सैफी साहब ने भी सीकर ने बताओ क्या कहा था, सीकर ने बताओ क्या कहा था, मैं नहीं आप ना बोले। उसने कहा ये से भी बुंड मरवाता रहा है और कहता है कि मैं उधर बच्चों की बुंड मारता रहा हूँ। बहन चोद गश्ती के बच्चे, तुम रवा में रहते थे, कुत्ते के बच्चे, कौन सा हिफज किया तुमने गांडू? और लानती, तुम तो शक्ल से ही गांडू लगते हो बहन चोद। उधर कहते हो कि मैं बच्चों की गांड मारता रहूं, कुत्ते के बच्चे। इन्हें पकड़ते क्यों नहीं हो तुसी यार इस लानती नु भैन चोद नु? ਇਹ ਮੰਡੀ 'ਚ ਬਹਿ ਕੇ ਪੱਟੇ ਦੇ ਚਰਚ ਪੀਂਦਾ ਰਿਹਾ ਹੈ। ਇਹਨੂੰ ਇਹ ਕਿਵੇਂ ਦੀਆਂ ਗੱਲਾਂ ਕਰ ਰਿਹਾ ਇੱਥੇ ਬਹਿ ਕੇ, ਕਿਵੇਂ ਦੀਆਂ ਗੱਲਾਂ ਕਰ ਰਿਹਾ ਬੰਦਾ ਯਾਰ? ਮੈਂ ਰਿਕਾਰਡਿੰਗ ਪੇਸ਼ ਕਰਾਂਗਾ। ਇਹਨੇ ਕਿਹਾ ਮੈਂ ਬੱਚੇ ਦੀ ਗਾਂਡ ਮਾਰਦਾ ਰਿਹਾ। ਸੈਫੀ ਭਾਈ ਯਾਰ ਛੱਡੋ ਯਾਰ ਅਸੀਂ ਇਹਦੀ ਬਹਿਤ ਨਹੀਂ ਕੀਤੀ ਹੋਈ ਨਾ। ਲਾਨਤੀ ਬੰਦਾ ਹੈ ਯਾਰ, ਇਹ ਗਾਲੀਆਂ ਨਿਕਾਲਦਾ। ਦੇਖੋ ਮੇਰੀ ਗੱਲ ਸੁਣੋ, ਮੈਨੂੰ ਪਤਾ ਹੈ, ਮੈਂ ਇਹਨੂੰ ਫੁੱਲ ਅਵੋਇਡ ਕਰਦਾ, ਮੈਨੂੰ ਸਭ ਕੁਝ ਪਤਾ ਹੈ। ਮੈਂ ਵੀ ਆਪਣੀ ਜ਼ਬਾਨ ਦੀ ਵਜ੍ਹਾ ਤੋਂ ਦਫਾ ਕਰੋ ਉਹਨੂੰ ਯਾਰ। ਐ ਵੀ ਰਮਜ਼ਾਨ ਦੇ ਵਿੱਚ ਨਾਲੇ ਭਾਈ ਤੁਹਾਨੂੰ ਵੀ ਬੜੀਆਂ ਮੈਨੂੰ ਪਤਾ ਹੈ, ਇਹਨੇ ਮੇਰਾ ਵੀ ਬੜਾ ਪਿੱਛਾ ਇਹਨੇ ਸ਼ੁਰੂ ਚ ਕੀਤਾ ਹੈ, ਬਸ ਵਰਥ ਨਹੀਂ ਹੈ ਤਾਏ ਸਾਹਿਬ, ਵਰਥ ਨਹੀਂ ਹੈ। ਗੱਲ ਇਹ ਹੈ, ਠੀਕ ਹੈ ਨਾ? ਤੇ ਜਿਹੜੇ ਐਮ ਦੀ ਸਮਝਦੇ ਨੇ ਤੇ ਗੁੱਡ ਲੁੱਕ ਟੂ them, ਬਾਅਦ ਚ ਆਪ ਹੀ ਇਹਨਾਂ ਨੂੰ ਪਤਾ ਲੱਗਾ। ਬਸ ਪਿੱਛੋਂ ਕੇ ਮਜ਼ਾ ਦੇਖਿਆ ਕਰੋ ਬਸ ਮੇਰੀ ਇੰਨੀ ਜੀ ਗੱਲ है मेरा भरा यार। सब आज मतलब कि वालियां मैं रमजान का ख्याल कर रहा हूँ यार। मेरी माँ को गाली इसने बताऊं क्या कहा, नाम लेके अहमदियों के कहता है। ਕਾਫੀ ਸਾਹਿਬ ਅਹਿਮਦ ਜੱਟ ਸਾਹਿਬ ਵਾਲਿਆਂ ਦਾ ਮੁੰਡਾ ਲੱਭਣ ਡਏ ਨੇ ਤੇ ਮੈਂ ਕਿਹਾ ਉੱਤੇ ਆ ਜਾਓ। ਆ ਜਾਣ ਉੱਤੇ ਲੱਭ ਲਵਣ ਆ ਕੇ ਵਾਗਿਆਂ ਦਾ ਮੁੰਡਾ ਇਹਨਾਂ ਦੇ ਘਰ ਹੀ ਲੱਭਣਾ ਹੈਗਾ ਕੋਈ ਨਾ ਕੋਈ। ਨਹੀਂ ਉਹ ਵਾਲਿਆਂ ਦਾ ਮੁੰਡਾ ਕਹਿੰਦੇ ਨੇ, ਵਾਲਿਆਂ ਦਾ ਵੀ ਇਹਨਾਂ ਦੇ ਘਰ ਹੀ ਲੱਭਣਾ ਕੋਈ ਨਾ ਕੋਈ ਜੰਮਿਆ ਹੋਏਗਾ ਤੇ ਲੱਭਣਗੇ। ਕਰੋ ਯਾਰ ਬਸ ਇੰਨੀ ਜੀ ਗੱਲ मैं कहने ਤੁਹਾਨੂੰ दफा करो भाई। नॉलेज भाई देखे, मैं खुदा की कसम इस बंदे के, मुझे जरतश्त भाई ने कहा यार इसका नाम नहीं लेना। मैंने कहा भाई मैं नहीं लेता नाम इसका। इसने कई दफा अंसर रजा को गालियां निकाली, भाई को, मुरब्बी साहब को। कई दफा इसने बड़े बड़े बंदों को जलील करने की कोशिश की है। मैंने कभी नहीं इसको काउंटर किया आगे से जाके, कुछ नहीं कहा। ओ यार इसने बिला वजह ही मेरी माँ को गाली निकाल दी है यार, बिला वजह ही यार। मेरे नाल भी शुरू किया सी। मैं बस मुंह नहीं लाना इनू, मैं बस दफा ही हो जाना, जिथे भी होवे मैं जाना ही नहीं है, बस एंड ऑफ स्टोरी। तू मुझे जानता ही नहीं है, मेरी तेरे साथ है ही नहीं है ना, मैं तुझे जानता हूँ भाई। तू कौन है यार? मैं नहीं जानता तुझे। तू मेरी माँ को क्यों गाली निकाल रहा है भाई? वजह कोई रीजन है ना? तू क्या समझ तक तू अहमदी है तो मैं तुझे छोड़ दूंगा? ਤੁਹਾਡੀ ਮਾਂ ਸੀ ਜਦੋਂ ਹਜ਼ਰਤ ਆਇਸ਼ਾ ਰਜ਼ੀ ਤਾਲਾ ਨੂੰ ਜਦੋਂ ਛੱਡਦਾ ਤੇ ਤੁਸੀਂ ਕੌਣ ਹੋ? ਨਾਉਜ਼ੁਬਿल्ला। ਬਸ ਮੈਂ ਜਾ ਰਹੀ, ਮੈਨੀ ਜੇ ਗੱਲ ਤੁਹਾਨੂੰ ਯਾਦ ਕਰਾਣੀ ਸੀ। ਦਫਾ ਕਰੋ ਮੇਰਾ ਭਰਾ। ਆਪਣਾ ਲੈਵਲ ਦੇਖੋ, ਉਹਦਾ ਲੈਵਲ ਦੇਖੋ ਤੇ ਆਪਣਾ ਲੈਵਲ ਦੇਖੋ ਬਸ। ਜਦੋਂ ਕੁੱਤਾ ਭੌਂਕਦਾ ਹੈ ਨਾ, ਵਾਪਸ ਨਹੀਂ ਭੌਂਕਦੇ। ਬਸ ਇੰਨੀ ਜੀ ਗੱਲ ਹੈ ਮੇਰਾ ਭਰਾ। ਗੋਡ ਬਲੈਸ ਯੂ। ਵੀ ਨੋ ਵਾਟ ਜਿਹੜੇ ਜਿਨ੍ਹਾਂ ਨੂੰ ਅਕਲ ਹੈ ਨਾ, ਉਹਨਾਂ ਨੂੰ ਪਤਾ ਹੈ ਕੌਣ ਕੀ ਹੈ ਬਸ। ਠੀਕ ਹੈ ਨਾ? ਡੋਂਟ ਵਰੀ। ओके भाई ठीक है, जज़ाकल्लाह। मोहन भाई खुदा दी कसम रमजान दा बड़ा ख्याल है यार। अल्लाह दी कसम रोजे भी रखी दे ने, सारा कुछ करीदा है। पर यार तुसी दसो, कोई बंदे दा कोई अटैक कीता होवे, कोई गलत गल कीती होवे, तुसी वैसे ही किते ਤੁਹਾਡਾ ਆਪਸ ਵਿੱਚ ਤੁਸੀਂ ਇੱਕ ਬਰਾੜ ਉੱਤੇ ਬਹਿ ਜਾਂਦੇ ਹੋ ਕਿਸੇ ਗੱਲ ਦੇ ਉੱਤੇ, ਤੁਹਾਡਾ ਤੇ ਉਹਦਾ ਮੌਕਫ ਖਰਾਬ ਹੋ। ਤੁਸੀਂ ਕਹਿੰਦੇ ਮੇਰਾ ਇਹ ਮੌਕਫ ਹੈ, ਤੇਰਾ ਇਹ ਮੌਕਫ ਹੈ। ਕੋਈ ਬਦਤਮੀਜ਼ੀ ਨਹੀਂ, ਮਾਹੌਲ ਸਕੂਨ ਆਰਾਮ ਨਾਲ ਸ਼ਾਂਤੀ ਦੇ ਨਾਲ ਗੱਲ ਕਰ ਰਹੇ ਆ। ਤੁਹਾਨੂੰ ਪਤਾ ਹੈ, ਤੁਸੀਂ ਆਮਰ ਹੱਕ ਨਾਲ ਮੇਰੀ 1.5-2 ਘੰਟੇ ਗੱਲ ਹੋਈ ਸੀ। ਉਹਨੇ ਮੈਨੂੰ ਕੁਛ ਨਹੀਂ ਕਿਹਾ। ਮੈਂ 1.5-2 ਘੰਟੇ ਕੋਈ ਕਿਸੇ ਕਿਸਮ ਦਾ ਗਲਤ ਲਫ਼ਜ਼ ਨਹੀਂ ਇਸਤੇਮਾਲ ਕੀਤਾ। ਅਸੀਂ 1.5-2 ਘੰਟੇ ਭਾਈ ਸਨ ਉਸ ਟਾਈਮ। ਅੱਜ ਕੱਲ ਆਪਣੇ ਥਿੰਕ ਕੁਛ ਹੋ ਗਏ ਨੇ। ਪਹਿਲੋਂ ਇਹ ਸੀਗੇ ਓਪਨ ਆਈ, ਇਹਨਾਂ ਦੀ ਬਰਾਡ ਉੱਤੇ 1.5-2 ਘੰਟੇ ਗੱਲ ਹੋਈ ਏ। ਨਾ ਉਹਨੇ ਮੈਨੂੰ ਕੁਛ ਕਿਹਾ, ਨਾ ਮੈਂ ਉਹਨੂੰ ਕੁਛ ਕਿਹਾ।
ਇਸ ਬੰਦੇ ਨੇ ਬਿਲਾ ਵਜ੍ਹਾ ਹੀ ਨਾ ਕੋਈ ਗੱਲ ਤੇ ਨਾ ਕੋਈ ਬਾਤ ਮੈਨੂੰ ਮੇਰਾ ਨਾਮ ਲੈ ਕੇ ਗਾਲ ਕੱਢ ਦਿੱਤੀ ਹੈ ਯਾਰ, ਬਿਲਾ ਵਜ੍ਹਾ ਹੀ ਯਾਰ। ਉਹ ਭਾਈ ਤੂੰ ਕੌਣ ਹੈ? ਨਾ ਤੇਰੀ ਕੋਈ ਹਿਸਟਰੀ ਹੈ, ਨਾ ਤੇਰਾ ਕੋਈ ਖਾਨਦਾਨ ਹੈ, ਨਾ ਤੇਰਾ ਕੋਈ ਮੂੰਹ ਹੈ, ਨਾ ਤੇਰਾ ਕੋਈ ਮੱਥਾ ਹੈ, ਪਤਾ ਨਹੀਂ ਕਿਹਨਾਂ ਦਾ ਤੂੰ ਬੱਚਾ ਹੈ। ਵੀ ਡੋਂਟ ਨੋ ਯੂ, ਮੈਂ ਤੈਨੂੰ ਨਹੀਂ ਜਾਣਦਾ, ਆਈ ਡੋਂਟ ਨੋ ਯੂ। ਤੂੰ ਕੌਣ ਹੈ ਯਾਰ? ਵੀ ਤੂੰ ਮੈਨੂੰ, ਮੇਰਾ ਤੇਰੇ ਨਾਲ ਕੋਈ ਤਾਲੁਕ ਨਹੀਂ ਹੈਗਾ। ਹੁਣ ਪਤਾ ਨਹੀਂ ਸੀਸੀਡੀ ਨਾਲ ਤੇਰਾ ਕਿਵੇਂ ਦਾ ਤਾਲੁਕ ਹੈ। ਉਹ ਜਿਹੜਾ ਦੂਜਾ ਅੱਜ ਬਿਠਾ ਕੇ ਗਾਲਾਂ ਕਢਵਾ ਰਿਹਾ ਸੀ ਰੋਨਾਲਡੋ, ਉਹਦੇ ਨਾਲ ਪਤਾ ਨਹੀਂ ਤੇਰਾ ਕਿਵੇਂ ਦਾ ਤਾਲੁਕ ਹੈ। ਮੈਨੂੰ ਨਹੀਂ ਪਤਾ ਕਿਵੇਂ ਦੇ ਤੁਹਾਡੇ ਤਾਲੁਕਾਤ ਨੇ। ਤੁਸੀਂ ਹੋਮੋਸੈਕਚੁਅਲ ਹੋ, ਕੀ ਤੁਹਾਡੇ ਹਿਸਾਬ ਕਿਤਾਬ ਨੇ, ਆਈ ਡੋਂਟ ਨੋ। ਮੇਰਾ ਕੋਈ ਲੈਣਾ ਦੇਣਾ ਵੀ ਨਹੀਂ। ਮੇਰਾ ਤੇ ਅੱਜ ਤੱਕ ਐਵੇਂ ਦਾ ਕੋਈ ਬੇਲੀ ਵੀ ਨਹੀਂ ਸੀਗਾ ਜਿਹਨੂੰ ਕੋਈ ਐਵੇਂ ਦੇ ਕੋਈ ਜਰਾਸੀਮ ਸਨ। ਅਸੀਂ ਤਾਂ ਐਵੇਂ ਦੇ ਬੰਦੇ ਨੂੰ ਆਪਣੇ ਕੋਲ ਨਹੀਂ ਫਟਕਣ ਦੇਈਦਾ ਸੀਗਾ, ਬਲਕਿ ਚਪੇਟਾ ਮਾਰੀ ਹੁੰਦੀਆਂ ਸਨ ਮੂੰਹ ਦੇ ਉੱਤੇ ਕਿ ਇਹਨੂੰ ਦਫਾ ਕਰੋ, ਇਹ ਗੰਦਾ ਬੰਦਾ ਹੀ, ਇਹ ਮਵੇਸ਼ੀਆ ਹੈ, ਜਾਂ ਬੱਚੇ ਲੋਕਾਂ ਦੇ ਬੱਚੇ ਖਰਾਬ ਕਰਦਾ, ਛੋਟੇ ਛੋਟੇ ਸ਼ਿਕਾਰੀ ਹੈਗਾ ਹੈ। ਉਹ ਤੇਰੇ ਵੰਗਰੇ ਕੁੱਤੇ ਨੂੰ ਤਾਂ ਉੱਥੇ ਤੂੰ ਹੁੰਦਾ ਪਾਕਿਸਤਾਨ, ਤੈਨੂੰ ਤਾਂ ਗੋਲੀ, ਤੂੰ ਤੇ ਰੱਵਾ ਵਿੱਚ ਰਹਿ ਕੇ ਬਚ ਗਏ ਹੈ। ਤੂੰ ਕਿਤੇ ਹੋਰ ਪਿੰਡ ਵਿੱਚ ਹੁੰਦਾ, ਕਿਤੇ ਹੋਰ ਹੁੰਦਾ, ਤੈਨੂੰ ਤਾਂ ਗੋਲੀ ਮਾਰ ਦੇਣੀ ਸੀ ਸਾਈਆਂ ਨੇ ਉੱਥੇ ਪਿੰਡ ਦੇ ਵਿੱਚ। ਜਿਹੜੇ ਤੇਰੇ ਗੰਦੇ ਕੰਮ ਨੇ ਤੇਰੇ, ਤੂੰ ਖੁਦ ਕਹਿ ਰਿਹਾ ਕਿ ਮੈਂ ਬੱਚਿਆਂ ਨਾਲ ਇਹ ਹਰਕਤਾਂ ਕਰਦਾ ਰਿਹਾ ਯਾਰ। ਪਤਾ ਨਹੀਂ ਤੈਨੂੰ ਕਿਵੇਂ ਬਰਦਾਸ਼ਤ ਕੀਤਾ ਹੈ, ਮੈਂ ਤਾਂ ਹੈਰਾਨ ਹੁੰਨਾ। ਆਈ ਡੋਂਟ ਨੋ, ਮੈਨੂੰ ਕੋਈ ਕੇਅਰ ਨਹੀਂ ਹੈ। ਪਰ ਤੂੰ ਮੇਰੀ ਮਾਂ ਨੂੰ ਗਾਲ ਕੱਢੇਗਾ ਭਾਈ, ਮੈਂ ਭਰਾਵਾਂ ਨੂੰ ਕਵਾਂਗਾ ਕਿ ਯਾਰ ਮੈਂ ਨਹੀਂ ਕੱਢਦਾ ਗਾਲਾਂ, ਮੈਂ ਨਹੀਂ ਕੱਢਦਾ। ਮੈਂ ਸੀਕਰ ਨੂੰ ਕੱਢੀਆਂ ਸਨ, ਸੀਕਰ ਨੇ ਮੇਰੀ ਮਾਂ ਨੂੰ, ਬਾਬਰ ਦੇ ਕਾਜ਼ਮੀ ਨੇ ਮਿਲ ਕੇ ਮੇਰੀ ਮਾਂ ਨੂੰ ਗਾਲ ਕੱਢੀ ਸੀ। ਮੈਂ ਉਹਨਾਂ ਕੋਲ ਬਹਿੰਦਾ ਸੀ, ਮੈਂ ਉਹਨੂੰ ਕਿਹਾ ਸੀਗਾ ਸੀਕਰ ਹੈ ਤੂੰ ਗਲਤੀ ਕੀ ਕਰ ਰਿਹਾ ਹੈ, ਨਾ ਕਰੀਏ ਹਰਕਤ, ਮੈਂ ਨਹੀਂ ਤੈਨੂੰ ਛੱਡਣਾ, ਫਿਰ ਮਾਫੀ ਮੰਗ ਲੈ ਚੁੱਪ ਕਰਕੇ। ਇਹਨੇ ਹੁਣ ਮਾਫੀ ਮੰਗੀ ਹੈ ਨਾ, ਹਬੀਬੁੱਲਾ ਕੋਲੋਂ ਮਾਫੀ ਮੰਗੀ ਇਹਨੇ, ਨਾਸਰ ਬੱਟ ਕੋਲੋਂ ਮੰਗੀ ਇਹਨੇ ਮਾਫੀ। ਉਸ ਤੋਂ ਬਾਅਦ ਬਹਿਰੀਨ ਨਾਲ ਇਹਨੇ ਆਪਣੇ ਤਲੁਕਾ ਸਹੀ ਕੀਤੇ ਨੇ ਮਾਫੀ ਮੰਗ ਕੇ। ਉਸ ਤੋਂ ਬਾਅਦ ਇਸ ਬੰਦੇ ਨੇ ਕੀ ਕਹਿੰਦੇ ਨੇ, ਜਿੰਨੇ ਵੱਡੇ ਭਰਾ ਨੇ ਸਾਡੇ ਸਾਰੇ, ਉਹਨਾਂ ਪਹਿਲੋਂ ਮੀਰ ਦੀ ਕੀ ਔਕਾਤ ਹੈ, ਲਤੀਫ ਮੀਰ ਕੌਣ ਹੈ ਬਗੈਰ ਦੰਦਾਂ ਵਾਲਾ ਬਾਬਾ, ਤੇ ਅੰਸਰ ਰਜ਼ਾ ਦੀ ਕੀ ਔਕਾਤ ਹੈ। ਇਹ ਸਾਰਿਆਂ ਨੂੰ ਕਹਿੰਦਾ ਰਿਹਾ ਨਾ, ਗਾਲਾਂ ਕੱਢਦਾ ਰਿਹਾ। ਹੁਣ ਕਹਿੰਦਾ ਅੰਸਰ ਰਜ਼ਾ ਸਾਹਿਬ, ਮੀਰ ਸਲੀਮ ਸਾਹਿਬ, ਮੀਰ ਲਤੀਫ ਭਾਈ, ਨਾਸਰ ਬੱਟ ਭਾਈ, ਉਹਨਾਂ ਨਾਲ ਕੀਤੀ ਹੈ ਨਾ ਇਹਨੇ, ਮਾਫੀ ਮੰਗੀ ਹੈ ਨਾ। ਇਹ ਮੇਰੇ ਤੋਂ ਮਾਫੀ ਮੰਗ ਲਵੇ, ਕਹੇ ਯਾਰ ਹਾਂ ਯਾਰ ਸੈਫੀ ਮੇਰੇ ਤੋਂ ਗਲਤੀ ਹੋਈ ਹੈ, ਮੈਂ ਤੇਰੀ ਵਾਲਦਾ ਦਾ ਇਸ ਤਰ੍ਹਾਂ ਕਰਕੇ ਮੈਨੂੰ ਨਹੀਂ ਕਹਿਣਾ ਚਾਹੀਦਾ ਸੀਗਾ, ਮੈਂ ਤੇਰੇ ਤੋਂ ਮਾਫੀ ਮੰਗਦਾ, ਮੈਨੂੰ ਮਾਫ ਕਰ ਦਿਆਂਗਾ ਯਾਰ, ਕੋਈ ਚੱਕਰ ਨਹੀਂ ਹੈਗਾ। ਲੇਕਿਨ ਬਈ ਗਾਲ ਭਾਵੇਂ ਅਹਿਮਦੀ ਹੈ, ਭਾਵੇਂ ਗੈਰ ਅਹਿਮਦੀ, ਭਾਵੇਂ ਬਦਮਾਸ਼ ਹੈ, ਭਾਵੇਂ ਨਹੀਂ ਹੈ ਬਦਮਾਸ਼, ਸ਼ਰੀਫ ਇਨਸਾਨ ਹੈ ਭਾਈ। ਮੈਨੂੰ ਤੁਸੀਂ ਆਖੋ ਨਾ ਮਹਿਮੂਦ ਭਾਈ ਜਾਂ ਦੂਜੇ ਨੇ ਰਾਜਪੂਤ ਸਾਹਿਬ, ਤੇ ਯਾਰ ਕੀ ਕਹਿੰਦੇ ਨੇ, ਤੁਸੀਂ ਆਖੋ ਨਾ ਕਿ ਮੈਂ ਉਹ ਗਾਲ ਸੁਣ ਕੇ ਤੇ ਮੈਂ ਆਖਾਂ ਨਹੀਂ ਯਾਰ ਉਹ ਵੱਡਾ ਬਦਮਾਸ਼ ਹੈ, ਉਹ 6 ਫੁੱਟ ਦਾ 8 ਫੁੱਟ ਦਾ ਉਹ ਬੰਦੇ ਖਾਂਦਾ ਹੈ, ਉਹ ਬਹੁਤ ਵੱਡਾ ਬਦਮਾਸ਼ ਹੈ, ਉਹਨੇ ਕਬਰਿਸਤਾਨ ਭੜੇ ਹੋਏ ਨੇ ਬੰਦੇ ਮਾਰ ਮਾਰ ਕੇ। ਮੈਂ ਜਿਵੇਂ ਦਾ ਵੀ ਹਾਂ ਨਾ, ਮੈਂ ਉਹਨੂੰ ਨਹੀਂ ਛੱਡਾਂਗਾ ਯਾਰ, ਮੈਂ ਉਹਨੂੰ ਨਹੀਂ ਛੱਡਾਂਗਾ। ਫਿਜ਼ੀਕਲੀ ਮੈਂ ਕੁਝ ਕਰ ਨਾ ਸਕਾਂ, ਨਾ ਕਰ ਸਕਾਂ, ਪਤਾ ਨਹੀਂ ਮੁਲਾਕਾਤ ਹੋਵੇ ਨਾ ਹੋਵੇ, ਮੈਂ ਟਿਕਟਾਕ ਉੱਤੇ ਤਾਂ ਨਹੀਂ ਉਹਨੂੰ ਛੱਡਾਂਗਾ ਨਾ। ਮੈਂ ਆਪਣਾ ਬਦਲਾ ਤਾਂ ਲਵਾਂਗਾ ਨਾ, ਮੈਨੂੰ ਬਦਲਾ ਲੈਣ ਦਾ ਹੱਕ ਹਾਸਲ ਹੈਗਾ, ਪੂਰਾ ਹੱਕ ਹਾਸਲ ਹੈ, ਤਾਂ ਮੈਂ ਬਦਲਾ ਲਵਾਂਗਾ। ਮੈਂ ਬਹਿਰੀਨ ਨਾਲ ਕਦੀ ਨਹੀਂ ਬਦਤਮੀਜ਼ੀ ਕੀਤੀ, ਉਹਨੇ ਮੈਨੂੰ ਗਾਲ ਕੱਢੀ, ਮੈਂ ਫਿਰ ਉਹਨੂੰ ਮੈਨੂੰ ਗਾਲ ਕੱਢ ਰਿਹਾ, ਤੇ ਮੈਂ ਤੂੰ ਕੀ ਸਮਝਦਾ ਮੈਂ ਤੈਨੂੰ ਗਾਲ ਨਹੀਂ ਕੱਢਾਂਗਾ? ਠੀਕ ਹੈ ਨਾ। ਮੇਰੇ ਲਈ ਮੇਰੀ ਮਾਂ, ਮੇਰੇ ਰਿਸ਼ਤੇਦਾਰ, ਮੇਰੀਆਂ ਔਰਤਾਂ ਮੇਰੇ ਲਈ ਸੈਦਾਨੀਆਂ ਨੇ। ਅਗਰ ਕੋਈ ਮੇਰੀ ਮਾਂ ਭੈਣ ਨੂੰ ਗਾਲ ਕੱਢੇਗਾ ਤੇ ਮੈਂ ਉਹਨਾਂ ਦੀਆਂ ਕਿਉਂ ਨਹੀਂ ਕੱਢਾਂਗਾ, ਉਹਨਾਂ ਨੂੰ ਗਾਲ ਵੀ। ਉਹ ਭਾਵੇਂ ਸੈਦਾਨੀਆਂ ਨੇ, ਭਾਵੇਂ ਸ਼ਹਾਨੀਆਂ ਨੇ, ਭਾਵੇਂ ਜੋ ਵੀ ਹੈ, ਮੈਂ ਛੱਡਾਂਗਾ? ਮੈਂ ਕਦੀ ਵੀ ਨਹੀਂ ਛੱਡਾਂਗਾ, ਮੈਂ ਵੀ ਟੰਗਾਂਗਾ। ਤੇ ਜੇ ਮੈਂ ਪਹਿਲੋਂ ਗਾਲ ਕੱਢੀ ਹੈ ਕਿਸੇ ਨੂੰ, ਮੈਨੂੰ ਆ ਕੇ ਪਕੜ ਲਓ ਕਿ ਯਾਰ ਤੂੰ ਵਾਅਦਾ ਕੀਤਾ ਹੈ ਸੈਫੀ, ਤੂੰ ਗਾਲ ਕੱਢੀ ਸੀ ਪਹਿਲੋਂ, ਮੈਂ ਬੰਦੇ ਲੈ ਆਵਾਂਗਾ, ਇਸ ਬੰਦੇ ਨੇ ਮੈਨੂੰ ਪਹਿਲੋਂ ਗਾਲ ਕੱਢੀ ਸੀ, ਬਿਲਾ ਵਜ੍ਹਾ ਗਾਲ ਕੱਢੀ ਸੀ, ਤੇ ਇਹ ਮੈਨੂੰ ਨਾ ਦੱਸੇ ਇਹ ਕੋਈ ਡਰਦੇ ਹੋਣਗੇ, ਉਹਦੇ ਕੋਲ ਡਾਕਟਰ ਜ਼ਕਰੀਆ ਹੋਣੀ ਜਾਂ ਇਹ ਰੱਬਾ ਵਾਲੇ ਡਰਦੇ ਹੋਣਗੇ, ਮੈਂ ਨਹੀਂ ਡਰਦਾ। ਤੇ ਮੈਂ ਕੱਲ ਵੀ ਕਿਹਾ ਸੀਗਾ ਕਿ ਬਦਮਾਸ਼ ਜਿੰਨੇ ਕਿ ਤੁਸੀਂ ਹੋ ਨਾ ਅਲੀ ਅਕਬਰ, ਜਿੰਨਾ ਤੂੰ ਫੋਨ ਕਰਕੇ ਕਹਿਣਾ ਹੈ ਨਾ ਲੋਕਾਂ ਨੂੰ ਕਿ ਤੂੰ ਬਹੁਤ ਵੱਡਾ ਬਦਮਾਸ਼ ਹੈ ਤੇ ਤੂੰ ਪਤਾ ਨਹੀਂ ਕੀ ਹੈ, ਤੇ ਮੈਂ ਕੱਲ ਵੀ ਕਿਹਾ ਸੀਗਾ ਕਿ ਤੂੰ ਜਿੱਦਾਂ ਬਦਮਾਸ਼ ਹੈ ਨਾ, ਰੱਬਾ ਤੋਂ ਬਾਹਰ ਨਿਕਲ ਕੇ ਮੈਨੂੰ ਦਿਖਾ ਦੇਣਾ, ਤੂੰ ਬਦਮਾਸ਼ੀ ਕਰਕੇ ਵਿਖਾ। ਉਹ ਜਮਾਤ ਦਾ ਸਿਸਟਮ ਹੈ ਨਾ, ਉੱਥੇ ਤੇਰੇ ਵੰਗਰੇ ਕੋਈ ਕੰਨ ਟੁੱਟੇ ਚੱਲ ਪੈਂਦੇ ਨੇ, ਕੋਈ ਨਹੀਂ ਖੈਰ ਆ ਜੀ, ਚੱਲ ਪੈਂਦੇ ਨੇ ਤੇਰੇ ਵੰਗਰੇ ਕੰਨ ਟੁੱਟੇ। ਜਮਾਤ ਵਾਲੇ ਕਹਿੰਦੇ ਕੋਈ ਨਹੀਂ ਯਾਰ, ਜਿਵੇਂ ਦਾ ਵੀ ਗੰਦ ਹੈਗਾ ਇਹਦੇ ਉੱਤੇ ਉਹ ਰੱਖੋ, ਇਹਦੇ ਉੱਤੇ ਟੋਕਰੀ ਰੱਖ ਦੋ, ਕੋਈ ਨਹੀਂ ਖੈਰ ਆ, ਬਾਹਰ ਨਿਕਲ ਕੇ ਜ਼ਰਾ ਬਦਮਾਸ਼ੀ ਕਰ, ਤੈਨੂੰ ਪਤਾ ਚੱਲ ਜਾਵੇ ਤੈਨੂੰ। ਤਾਂ ਮੈਂ ਵਾਗਿਆਂ ਦੀ ਮਿਸਾਲ ਇਸ ਲਈ ਦਿੱਤੀ ਸੀ, ਵਾਗਿਆਂ ਦਾ ਅਗਰ ਤੂੰ ਮੁੰਡਾ ਲੱਭਦਾ ਹੈ ਨਾ, ਤਾਂ ਅਹਿਮਦ ਜੱਟ ਆਪਣੇ ਘਰ ਲੱਭੀ, ਕਿਸੇ ਨਾ ਕਿਸੇ ਜ਼ਨਾਨੀ ਨੇ ਰੱਖਿਆ, ਉਹ ਹੋਏਗਾ ਕਿਸੇ ਨਾ ਕਿਸੇ ਜ਼ਨਾਨੀ ਦੇ ਘਰ ਜੰਮਿਆ ਹੋਏਗਾ, ਤੇਰੇ ਘਰ ਕੋਈ ਨਾ ਕੋਈ ਪੈ ਗਿਆ ਹੋਏਗਾ, ਵਾਗਾ ਤਾਂ ਲੱਭ ਜਾਏਗਾ ਤੈਨੂੰ ਕੋਈ ਨਾ ਕੋਈ ਵਾਗਿਆਂ ਦਾ ਮੁੰਡਾ।
ਤੇ ਉਹ ਜਨਾਬ ਉਹ ਮੈਂ ਇਸ ਲਈ ਕਿਹਾ ਸੀਗਾ ਕਿ ਮੈਨੂੰ ਪਤਾ ਹੈ ਕਿੰਨੇ ਕਿ ਤੁਸੀਂ ਬਦਮਾਸ਼ ਹੋ, ਉੱਥੇ ਵਾਗਿਆਂ ਦੇ ਸਾਹਮਣੇ ਤੁਸੀਂ ਖੰਘਦੇ ਨਹੀਂ ਹੈਗੇ ਹੋ। ਸਾਫੀ ਭਾਈ ਆ ਮੈਂ ਜੱਟ ਆਇਆ ਤੇ ਤੁਸੀਂ ਨਾ ਆਪਸ ਮੂੰਹ ਤੋਂ ਗੱਲ ਕਰ ਲਓ, ਮੈਂ ਵਿੱਚ ਕੋਈ ਦਖਲ ਨਹੀਂ ਦੇਣਾ, ਜੋ ਤੁਹਾਡੇ ਕੋ ਕਰਨ ਹੋਏਗਾ। ਯਾਰ ਮੈਂ ਇਹਦੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ, ਇਹ ਕੌਣ ਹੈਗਾ ਯਾਰ, ਮੇਰਾ ਇਹਦੇ ਨਾਲ ਕੀ ਤਾਲੁਕ ਹੈ? ਗੱਲ ਕਰ ਲਓ ਨਾ ਮੂੰਹ ਤੋਂ ਤੇ ਗੱਲ ਹੋ ਜਾਂਦੀ ਹੈ। ਉਹਨੇ ਰਿਕੁਐਸਟ ਕੀਤੀ ਕਿ ਮੈਂ ਮੂੰਹ ਤੋਂ ਤੇ ਗੱਲ ਕਰਨੀ ਹੈ, ਤੇ ਨਾ ਮੈਂ ਅਹਿਮਦ ਜੱਟ ਨੂੰ ਲਾਵਾਂਗਾ ਤਾਂ ਮੈਂ ਸੈਫੀ ਨੂੰ ਲਾਵਾਂਗਾ, ਜੋ ਤੁਹਾਡੇ ਦਿਲ ਚ ਭਾਈ ਜਾਨ ਮੈਂ ਇਹਦੇ ਨਾਲ ਗੱਲ ਹੀ ਨਹੀਂ ਕਰਨੀ। ਮੇਰੇ ਇਹਨੇ ਗਾਲਾਂ ਕੱਢੀਆਂ ਹੋਈਆਂ ਨੇ ਮੇਰੀ ਮਾਂ ਭੈਣ ਨੂੰ, ਮੈਂ ਇਹਨੂੰ ਕੱਲ ਕੱਢ ਲਈਆਂ ਨੇ, ਤੇ ਬਾਕੀ ਵਾਗਿਆਂ ਦਾ ਮੁੰਡਾ ਇਹਨੂੰ ਚਾਹੀਦਾ ਹੈਗਾ ਆਪਣੇ ਘਰ ਲੱਭ ਲਵੇ ਜਾ ਕੇ, ਮੇਰਾ ਇਹਦੇ ਨਾਲ ਕੀ ਤਾਲੁਕ ਹੈਗਾ? ਨਹੀਂ ਚਲੋ ਅਹਿਮਦ ਜੱਟ ਆ ਗਿਆ, ਗੱਲ ਕਰ ਲਓ। ਅੱਛਾ ਇਕਬਾਲ ਸਾਹਿਬ ਮੈਂ ਦੁਬਾਰਾ ਰਿਕਾਰਡਿੰਗ ਕਰਵਾ ਦਵਾਂ, ਦੁਬਾਰਾ ਤੁਹਾਨੂੰ ਇੱਕ ਰਿਕਾਰਡਿੰਗ ਕਰਾ ਦੇਣਾ, ਜਿਹੜਾ ਮੈਨੂੰ ਥੱਲੇ ਲਾਵੇ ਕੋਈ ਮੋਡਰੇਟਰ ਤੇ ਜਾਂ ਹੋਸਟ। ਨਹੀਂ ਮੋਡਰੇਟਰ ਕੋਈ ਵੀ ਨਹੀਂ ਵਕਤੀ ਤੌਰ ਤੇ, ਮੈਂ ਉਹ ਦੱਸ ਰਿਹਾ ਨਾ। ਹੁਣ ਇਸ ਬੰਦੇ ਨੂੰ ਇਹ ਪੁੱਛੋ ਕਿ ਇੱਥੇ ਰਿਕਾਰਡਿੰਗ ਆਵੇ आपस में मरब्बी साहब उनका भाई सिकंदर भाई, मेरा ये क्लेम नहीं है। जट लालपुरिया ने खुद बताया था कि उनका जो बड़ा बेटा है ना वो मरब्बी बन रहा है और आखिरी साल में है मरब्बी बनने के। वाकई को खास ही दर्द दिती है, मैं ये कहना खास दर्द दिती है बच्चे नु। हाँ जी, इस बच्चे को खास दर्द दिती जेडी तकलीफ इहनू दोबारा छिड़ गई है। हाँ जी, ये बच्चा कल दियां गालां सारे कड्डण दिया है। हाँ जी, वो तो नजर सारे आ रहा है। हाँ जी ठीक है, होर कुछ? हाँ ये बच्चे नू सारे देख रहे ने कि बच्चों जो वाघिया ने दर्द इहनू दित्ती सी, वही सारे लोग कल तो देख रहे ने कि इस बच्चे नाल की हो रहा, वाघिया दा किन्ना कु दर्द सी। नहीं म्यूट क्यों करन डे हो ना, हुण ओनू ना करो ना म्यूट, हुण जेड़ा करन डया कि ओनू गल करन दिओ। मैं सिर्फ ये कह रहा कि तुसी कल दे जट साहब अहमद जट भाई कोई भी मॉडरेटर नहीं है ते मैं हां नहीं म्यूट ना करो ओनू भी, मैं नहीं करना। ये नहीं मतलब कि तुसी मन्नू करोगे, मन्नू नहीं करोगे तो ओनू नहीं करोगे, ओनू करोगे। मैं नहीं ओनू करन दिया, खुद ही होए ने साफी साहब। हां खुला छड्डो। हां वो फोन कोई आ गया या कोई गल आई, फोन ते ज़ाहिर गल है ना, पिछे एम्बुलेंसां ते हुंदियां ने। नहीं एम्बुलेंस कल दियां तेनू मैं कल दियां पूरा तेनू क्या कि जोर ला जिन्ना तू ला होनी चाहिए ना अहमद जट साहब, क्योंकि ਤੁਸੀਂ ਸਾਰਾ ਉੱਥੇ ਜਾ ਕੇ ਉਹ ਜਿਹੜੀ ਲੱਪਿਆਤੀ ਪੜ੍ਹਨੀ ਯਾਰ ਤਾਰ ਭਾਈ ਮੈਂ ਤਾਂ ਉਹਦੇ ਨਾਲ ਗੱਲ ਕਰਨਾ ਹੈ ਨਾ, ਹੁਣ ਉਹਦੇ ਨਾਲ ਕਰਨ ਦਿਓ। ਹਾਂਜੀ ਲੱਪਿਆਤੀ ਜਿਹੜੀ ਉੱਥੇ ਜਾ ਕੇ ਬਰਾੜ ਤੇ ਪੜ੍ਹਨੀ ਹੈ ਨਾ ਅਲੀ ਅਕਬਰ ਦੇ ਕੋਲ, ਉਹ ਵੀ ਮਤਲਬ ਕਿ ਮੈਨੂੰ ਉਹ ਸਾਰੀ ਮੈਂ ਪੜ੍ਹਨ ਡਿਆ ਉਹ ਟੈਨਸ਼ਨ ਨਾ ਲਵੋ ਤੁਸੀਂ ਹੁਣ ਇਸ ਵਾਸਤੇ ਚੁੱਕਿਆ ਕਿ ਤੁਸੀਂ ਮੇਰੇ ਨਾਲ ਜੰਬਾ ਲਾਣਾ। ਹਾਂਜੀ ਉਹ ਸੈਫੀ ਸਾਹਮਣੇ ਉਹਦੇ ਨਾਲ ਕਰੋ ਨਾ, ਉਹ ਸੈਫੀ ਕਰਨ ਡਿਆ ਨਾ, ਸੈਫੀ ਕਿਹੜਾ ਥੱਥਾ ਏ, ਉਹ ਕਰਨ ਡਿਆ ਨਾ, ਉਹਨੂੰ ਕਰਨ ਦੋ। ਤੁਸੀਂ ਵਿੱਚ ਨਾ ਹੁਣ ਐਂਬੂਲੈਂਸ ਬਣੋ, ਉਹ ਬੈਠਾ ਉਹਨੂੰ ਕੋ ਕੱਢੇ ਗਾਲਾਂ, ਤੁਸੀਂ ਮਿਊਟ ਲਾ ਲਓ। ਹੁਣ ਤੁਸੀਂ ਬਰਾਡ ਸ਼ੇਅਰ ਕੀਤੀ ਏ, ਕਾਹਦੇ ਵਾਸਤੇ ਸ਼ੇਅਰ ਕੀਤੀ ਜੇ? ਹੁਣ ਇੱਥੇ ਬੈਠਾ ਮੈਂ ਉਹਨੂੰ ਕੱਢ ਗਾਲ। ਇਹਨੂੰ ਤੇ ਕੱਲ ਕਿਹਾ ਸੀ ਕਿ ਰਿਕਾਰਡਿੰਗ ਲਾ ਉੱਥੇ, ਕਿਹੜੀ ਇਹਦੀ ਮੈਂ ਮਾਂ ਨੂੰ ਗਾਲ ਕੱਢੀ, ਕਿਹੜੀ ਇਹਦੀ ਮੈਂ ਭੈਣ ਨੂੰ ਗਾਲ ਕੱਢੀ ਏ। ਇਹ ਤੇ ਕੱਲ ਦਾ ਇਹਨੂੰ ਕੋਈ ਖਾਸ ਗਾਲਾਂ ਕੱਢਣ ਡਿਆ ਹਰ ਇੱਕ ਬੰਦੇ ਨੂੰ। ਤਾਹਰ ਭਾਈ ਗੱਲ ਸੁਣ ਲਓ ਠੀਕ ਹੈ ਯਾਰ, ਮੈਂ ਪਹਿਲੋਂ ਕਿਹਾ ਮੇਰਾ ਇਸ ਬੰਦੇ ਨਾਲ ਕੋਈ ਤਾਲੁਕ ਨਹੀਂ ਹੈ, ਮੇਰਾ ਇੱਕ ਨਾਲ ਭਰਾ ਵੱਲੀ ਸੀਗਾ, ਇਹਨੇ ਮੈਨੂੰ ਗਾਲਾਂ ਕੱਢੀਆਂ, ਮੇਰਾ ਖਤਮ ਹੋ ਗਿਆ। ਉਹ ਤੂੰ ਦੱਸ ਤੇ ਸਹੀ ਨਾ, ਕੱਲ ਦਾ ਮੈਨੂੰ ਗੱਲ ਕਰ ਲੈਂਦੇ ਯਾਰ, ਮੈਨੂੰ ਗੱਲ ਕਰ ਲੈਂਦੇ। ਦੱਸ ਕਿਹੜੀ ਗਾਲ ਕੱਢੀ? ਮੈਨੂੰ ਗੱਲ ਤੇ ਕਰ, ਉਹ ਮੈਨੂੰ ਗੱਲ ਤੇ ਕਰ ਲੈਂਦੇ, ਗੱਲ ਤੇ ਕਰ ਲੈਂਦੇ। ਅੱਛਾ ਦੇਖੋ ਯਾਰ, ਇਹਨੇ ਯਾਰ ਨਾ ਉਸ ਦਿਨ ਮੈਨੂੰ ਉੱਤੇ ਬੁਲਾ ਕੇ, ਮੈਂ ਬਰਾਜ ਤੇ ਜਾਂਦਾ ਸੀ, ਇਹਨੇ ਮੈਨੂੰ ਟਵਾਲ ਬਾਈ ਕੱਢੀਆਂ ਗਾਲਾਂ ਮਾਵਾਂ ਭੈਣਾਂ ਦੀਆਂ। ਜੇ ਆਂਦੇ ਜੇ ਟਾਈਮ ਲਾ ਦਈਏ, ਜੇ ਕਿਸੇ ਦੇ ਵਿੱਚ ਨਹੀਂ ਬੋਲਣਾ, ਨਹੀਂ ਲੋੜ ਹੀ ਨਹੀਂ। ਅੱਛਾ ਤੇ ਇਹਨੇ ਗੁੱਡੂ ਤੋਂ ਵੀ ਮੈਨੂੰ ਪਹਿਲੋਂ ਗਾਲ ਕਢਾਈ, ਫਿਰ ਉਸ ਤੋਂ ਬਾਅਦ ਇਹਨੇ ਇਲਜ਼ਾਮ ਮੇਰੇ ਤੇ ਲਾ ਦਿੱਤਾ ਕਿ ਸੈਫੀ ਨੇ ਗਾਲ ਕੱਢੀ ਸੀ, ਠੀਕ ਹੈ। ਅੱਛਾ ਤੇ ਉਹ ਕੱਢ ਲਈਆਂ ਇਹਨੇ ਗਾਲਾਂ ਮੈਨੂੰ ਮਾਵਾਂ ਭੈਣਾਂ ਦੀਆਂ ਕੱਢੀਆਂ। ਪੇਸ਼ ਕਰਦੇ ਉਹਦੇ ਵਿੱਚ ਸੁਣ, ਅੱਛਾ ਉਹਦੇ ਵਿੱਚ ਜਿੰਨੇ ਪਹਿਲਾਂ ਗਾਲ ਕੱਢੀ ਹੋਏ ਹਰਾਮ ਦਾ ਹੋਏਗਾ, ਠੀਕ ਹੋ ਗਿਆ? ਠੀਕ ਹੈ ਠੀਕ। ਅੱਛਾ ਉਹ ਰਿਕਾਰਡਿੰਗ ਲਾਇਆ। ਅੱਛਾ ਉਸ ਤੋਂ ਬਾਅਦ ਇਹਨੇ ਯਾਰ ਮੈਨੂੰ ਬਹੁਤ ਗਾਲਾਂ ਕੱਢੀਆਂ, ਮੇਰੇ ਖਿਲਾਫ ਪ੍ਰੋਪੋਗੈਂਡਾ ਵੀ ਕਰਦਾ ਰਿਹਾ। ਯਾਰ ਤੂੰ ਜਿੰਨਾ ਮਰਜ਼ੀ ਤੂੰ ਕਹਿੰਦਾ ਰਹਾ, ਤੇਰੇ ਕਹਿਣ ਨੂੰ ਫਰਕ ਪੈਣਾ, ਲੋਕਾਂ ਨੂੰ ਰਿਕਾਰਡਿੰਗ ਤੇ ਸੁਣਾਓ ਨਾ, ਕਿ ਲੋਕਾਂ ਨੂੰ ਦੱਸੋ ਕਿ ਇਹ ਗਾਲਾਂ ਕੱਢੀਆਂ ਨੇ। ਮੈਨੂੰ ਹੁਣ ਬੋਲਣ ਦਾ ਮੌਕਾ ਦਿਓਗੇ, ਮੈਂ ਕਰਾਂ ਗੱਲ ਜਾਂ ਨਾ ਕਰਾਂ? ਮੈਂ ਕਰਾਂ, ਮੈਨੂੰ ਇਜਾਜ਼ਤ ਹੈ ਗੱਲ ਕਰਨ ਦੀ ਜਾਂ ਨਹੀਂ ਹੈ ਇਜਾਜ਼ਤ? ਕਰੋ ਕਰੋ ਕਰੋ। ਅੱਛਾ ਇਹਨਾਂ ਨੇ ਮੈਨੂੰ ਕੱਢੀਆਂ ਗਾਲਾਂ, ਮੈਂ ਇਹਨਾਂ ਕੋਲ ਜਾਂਦਾ ਸੀ, ਮੈਂ ਉਹ ਫਸ ਗਿਆ, ਮੈਂ ਵੈਸੇ ਹੀ ਗਿਆ ਐਜ਼ ਅ ਭਰਾ ਵੱਲੀ, ਮੈਨੂੰ ਨਹੀਂ ਪਤਾ ਸੀ ਅੰਦਰ ਖਾਤੇ ਇਹਨਾਂ ਦਾ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਰੱਬ ਜਾਣਦਾ ਹੈ, ਠੀਕ ਹੈ ਨਾ। ਮੈਨੂੰ ਉਸ ਟਾਈਮ ਕਿਸੇ ਗਰੁੱਪ ਦਾ ਪਤਾ ਸੀਗਾ ਕਿ ਮੈਂ ਗਰੁੱਪ ਵਿੱਚ ਸੀਗਾ, ਲੇਕਿਨ ਮੈਨੂੰ ਨਹੀਂ ਪਤਾ ਸੀ ਕੀ ਗਰੁੱਪ ਹੈ ਤੇ ਕੀ ਨਹੀਂ ਹੈਗਾ। ਉਸ ਤੋਂ ਬਾਅਦ ਇਹਨਾਂ ਨੇ ਇਲਜ਼ਾਮ ਮੇਰੇ ਤੇ ਇਹ ਲਾਇਆ ਉੱਥੇ ਕਿ ਜਿੰਨਾ ਕੰਮ ਹੈ ਨਾ ਇਹ ਸੈਫੀ ਨੇ ਪਵਾਇਆ ਸੀਗਾ, ਇਹ ਜਿੰਨਾ ਕੰਮ ਹੈ ਅਲੀ ਅਕਬਰ ਨੇ ਉੱਥੇ ਬਹਿ ਕੇ, ਉਹਨਾਂ ਨੇ ਹੋਰ ਵੀ ਅਹਿਮਦੀਆਂ ਨੂੰ ਗਾਲਾਂ ਕੱਢੀਆਂ, ਉਸਤਾਦੇ ਮੁਹਤਰਮ ਨੂੰ ਵੀ ਗਾਲਾਂ ਕੱਢੀਆਂ, ਸਾਰਿਆਂ ਨੂੰ ਕੱਢਤੀਆਂ ਇਹਨਾਂ ਨੇ ਗਾਲਾਂ। ਮੇਰਾ ਇਸ ਬੰਦੇ ਨਾਲ ਉਸ ਦਿਨ ਦਾ ਤਾਲੁਕ ਖਤਮ ਹੋ ਗਿਆ, ਠੀਕ ਹੈ। ਇਹ ਹੁਣ ਜਿਹਦੇ ਕੋਲ ਮਰਜ਼ੀ ਬਵੇ ਉੱਥੇ ਬਹਿ ਕੇ ਮੇਰੇ ਖਿਲਾਫ ਪ੍ਰੋਪੋਗੰਡਾ ਕਰੇ, ਜੋ ਮਰਜ਼ੀ ਕਰੇ, ਮੈਂ ਯਾਰ ਇਸ ਬੰਦੇ ਦੇ ਨਾਲ ਨਹੀਂ ਬਹਿ ਸਕਦਾ। ਮੇਰਾ ਮਸਲਾ ਇਹ ਹੈਗਾ,
ਇਹ ਫਿਰ ਗਾਲਾਂ ਕੱਢੇਗਾ, ਫਿਰ ਜਮਾਤ ਦੀ ਬਦਨਾਮੀ ਹੋਏਗੀ। ਉਹ ਕੱਲ ਸੀਕਰ ਨੇ ਵੀ ਬਦਨਾਮੀ ਕੀਤੀ, ਇਹਦੀ ਵਜ੍ਹਾ ਤੋਂ ਹੋਈ ਹੈ ਉੱਥੇ। ਉਹ ਸੀਕਰ ਜਿਹੜਾ ਸਾਡੇ ਤੋਂ ਭਟਕ ਜਾਂਦਾ ਸੀਗਾ, ਕਿ ਸੀਕਰ ਦੀ ਤੂੰ ਗੱਲ ਛੱਡ ਨਾ, ਆਪਣੀ ਕਾਰ ਉੱਥੇ ਵੀ ਜਾ ਕੇ ਕੱਲ ਵੀ ਇਹਨੇ ਉੱਥੇ ਜਾ ਕੇ ਉਹ ਜ਼ਲੀਲ ਕਰਵਾਇਆ ਜਮਾਤ ਨੂੰ। ਮੇਰੀ ਸੀਕਰ ਤੇਰੀ ਵੀ ਕਰਦਾ ਵੇ, ਠੀਕ ਹੈ, ਸੀਕਰ ਹਰ ਬੰਦੇ ਦੀ ਕਰਦਾ, ਤੇਰੀ ਥੋੜੀ ਉਹਨੇ ਕੀਤੀ ਹੈ। ਸੀਕਰ ਤੂੰ ਪੂਰਾ ਨਹੀਂ ਨਾ ਪੈ ਸਕਿਆ, ਤੂੰ ਪੂਰਾ ਨਹੀਂ ਨਾ ਪੈ ਸਕਿਆ ਕੱਲ। ਫਿਰ ਕਿਨੂੰ ਉਹਨੂੰ ਸੀਕਰ ਨੂੰ ਤੈਨੂੰ ਕਿੰਨਾ ਜ਼ਲੀਲ ਕੀਤਾ? ਪੂਰਾ ਜਦੋਂ ਬੰਦਾ ਥੱਲੇ ਲਾਇਆ ਤਾਂ ਪੂਰਾ ਕਹਿੰਦੇ ਪਈਦਾ। ਦੱਸ ਉਹੀ ਨਾ ਤਜ਼ਲੀਲ ਹੀ ਕਰਵਾਇਆ ਨਾ ਜਾ ਕੇ। ਫਿਰ ਉਹ ਜ਼ਲੀਲ ਤੁਸੀਂ ਥੋੜਾ ਹੁੰਦੇ ਹੋ, ਤੂੰ ਜਮਾਤ ਸਾਰੀ ਨੂੰ ਜ਼ਲੀਲ ਕਰਵਾ ਦਿੱਤਾ ਤੂੰ ਕੱਲ ਜਾ ਕੇ। ਫਿਰ ਜ਼ਲੀਲ ਹੋਏ ਹਜ਼ਰਤ ਮਸੀਹ ਮੌਤ ਤੱਕ ਤੋਂ ਗੱਲਾਂ ਲੱਗ ਯਾਰ। ਕੱਲ ਦਾ ਤੂੰ ਜ਼ਲੀਲ ਹੋ ਰਿਹਾ, ਕੱਲ ਦਾ ਤੂੰ ਕਿਉਂ ਰਿਹਾ ਯਾਰ? ਚੀਫ ਕਿਉਂ ਰਿਹਾ ਯਾਰ? ਮੈਂ ਤੇ ਚੀਖਾ ਨਹੀਂ ਮਾਰ ਰਿਹਾ, ਦੱਸਣ ਡਿਆ ਮੈਂ ਤੇ ਅਲੀ ਅਕਬਰ ਦੀ ਮਾਂ ਦਾ ਦੱਸ ਰਿਹਾ ਕਿ ਉਹਦੇ ਗਾਲ ਕੱਢੀ ਹੈ ਮੇਰੀ ਮਾਂ ਨੂੰ ਬਿਲਾ ਵਜ੍ਹਾ, ਮੇਰਾ ਨਾਮ ਲੈ ਕੇ। ਯਾਰ ਤੂੰ ਮੇਰੇ ਨਾਲ ਗੱਲ ਕਰਨਾ ਹੁਣ, ਫਿਰ ਅਲੀ ਅਕਬਰ ਵੱਲ ਤੁਰ ਪੈਣਾ। ਉਹ ਹਾਫਿਜ਼ ਹੈ, ਉਹ ਕਿਸ ਤਰ੍ਹਾਂ ਦਾ ਹਾਫਿਜ਼ ਹੈ? ਮੇਰੇ ਨਾਲ ਗੱਲ ਕਰਨਾ, ਅਲੀ ਅਕਬਰ ਵੱਲ ਕਿਉਂ ਜਾ ਰਿਹਾ? ਤੂੰ ਜੋ ਕਹਿ ਰਿਹਾ ਕਿ ਤੂੰ ਆਪਣੀ ਮਾਂ ਦੀ ਤਰਬੀਅਤ ਦੱਸ ਰਿਹਾ, ਮੈਂ ਤਾਂ ਉਹਦੀ ਮਾਂ ਦੀ ਦੱਸ ਰਿਹਾ ਕਿ ਉਹਦੀ ਮਾਂ ਕਿਵੇਂ ਦੀ ਹੈ। ਉਹਦੀ ਤੂੰ ਛੱਡ ਨਾ, ਤੂੰ ਮੇਰੀ ਗੱਲ ਕਰਨਾ। ਤੂੰ ਮੇਰੀ ਗੱਲ, ਤੂੰ ਵੀ ਤੇ ਗਾਲਾਂ ਕੱਢੀਆਂ ਨੇ ਨਾ, ਤੂੰ ਵੀ ਤਰਬੀਅਤ ਆਪਣੀ ਮਾਂ ਦੀ ਦੱਸੀ ਨਾ ਉਸ ਟਾਈਮ ਤੇ। ਤੂੰ ਮੈਨੂੰ ਗਾਲਾਂ ਕੱਢੀਆਂ ਸਨ, ਪਹਿਲਾਂ ਕੱਢੀਆਂ ਹੁਣ ਹਰਾਮ ਦਾ ਹੈ, ਠੀਕ ਹੈ? ਤੂੰ ਫਿਰ ਤੂੰ ਮੰਨ ਜਾ ਤੂੰ ਹਰਾਮ ਦਾ ਹੋਏਗਾ ਜੇ ਤੂੰ ਪਹਿਲਾਂ ਮੰਨ ਜਾ। ਫਿਰ ਤੂੰ ਗਾਲਾਂ ਤੂੰ ਹੀ ਕੱਢੀਆਂ ਸਨ। ਮੈਂ ਤੇ ਕਹਿਣ ਡਿਆ ਉਹ ਤੇ ਯਾਰ ਸਾਰੀ ਦੁਨੀਆ ਨੂੰ ਗਾਲਾਂ ਕੱਢੀਆਂ ਸਨ। ਤੂੰ ਪਹਿਲਾਂ ਗਾਲ ਕੱਢੀਏ। ਉਹ ਭਾਈਜਾਨ ਤੁਸੀਂ ਕੱਢੀਆਂ ਨੇ ਗਾਲਾਂ, ਤੁਸੀਂ ਮੰਨੋ। ਫਿਰ ਇਹ ਫਤਵਾ ਤੁਹਾਡੇ ਉੱਤੇ ਜਾਂਦਾ ਹੈ। ਪਹਿਲਾਂ ਗਾਲ ਕੱਢੀਏ, ਇਹ ਫਤਵਾ ਤੁਹਾਡੇ ਉੱਤੇ ਜਾਂਦਾ ਹੈ, ਮੇਰੇ ਉੱਤੇ ਨਹੀਂ ਜਾਂਦਾ। ਤੁਸੀਂ ਉੱਥੇ ਗਾਲ ਕੱਢੀਆਂ ਸਨ। ਤੁਸੀਂ ਤੁਹਾਡਾ ਸੁਣਨ ਦੇ ਵਿੱਚ ਇਹ ਆਇਆ ਕਿ ਮੈਂ ਤੇ ਕਿਸੇ ਸ਼ਾਤ ਦੀ ਗੱਲ ਨਹੀਂ ਕਰਦਾ। ਕਿਉਂ? ਕਿ ਤੁਹਾਨੂੰ ਇਹ ਚਿਹਰਾ ਵਿਖਾਇਆ ਗਿਆ ਸੈਫੀ ਸਾਹਿਬ ਨੂੰ ਜਦੋਂ ਕਿ ਸ਼ਾਤ ਕੀ ਹੁੰਦੀ ਹੈ, ਨਾਲ ਹੀ ਤੁਹਾਡੇ ਬਿਆਨ ਬਦਲ ਗਏ ਕਿ ਨਹੀਂ ਮੈਂ ਤਾਂ ਸ਼ਾਤ ਦੀ ਗੱਲ ਨਹੀਂ ਕਰਨਾ ਚਾਹੁੰਦਾ। ਮੈਂ ਕਰ ਲੈਣਾ ਤੁਹਾਨੂੰ ਥੋੜਾ ਚਿਹਰਾ ਵਿਖਾਇਆ ਭਾਈਜਾਨ, ਮੈਂ ਕਰ ਲੈਣਾ। ਮੈਂ ਸ਼ਾਤਮੀਅਤ ਦੇ ਉੱਤੇ ਗੱਲ ਕਰ ਲੈਣਾ। ਦੂਜੇ ਨੂੰ ਸ਼ਾਤਮ ਕਵੇ, ਸ਼ਾਤਮੀਅਤ ਨਹੀਂ, ਸ਼ਾਤਮੀਅਤ ਜਿਹੜੇ ਨੇ ਉਹ ਕਦੀ ਇਸ ਤਰ੍ਹਾਂ ਹੋ ਸਕਦਾ ਕਿ ਨਬੀ ਨੂੰ ਕਹਿਣਾ ਰੰਡੀ ਦਾ ਬੱਚਾ ਹੈ। ਅੱਛਾ, ਗਿਆ ਮੁਬਸ਼ਰ ਰਜ਼ਾ ਨੇ ਕਿਹਾ ਸਹੀ ਹੈ? ਮੁਬਸ਼ਰ ਰਜ਼ਾ ਨੇ ਜਿਹੜੀ ਗੱਲ ਕੀਤੀ ਰਿਕਾਰਡਿੰਗ ਚਲਾ ਰਿਹਾ ਇੱਥੇ। ਮੁਬਸ਼ਰ ਰਜ਼ਾ ਨਾਲ ਕਿਉਂ ਜਾਣ? ਉਹ ਮੁਬਸ਼ਰ ਰਜ਼ਾ ਇਹੀ ਗੱਲ ਹੈ ਨਾ, ਫਿਰ ਤੂੰ ਦੂਜੇ ਦੀ ਕਿਉਂ ਗੱਲ ਕਰਨ ਡਿਆ? ਅਲੀ ਅਕਬਰ ਦੀ ਕਰ ਰਿਹਾ, ਠੀਕ ਹੈ? ਉਧਰ ਕਿਉਂ? ਫਿਰ ਜਦੋਂ ਮੈਂ ਮੁਬਸ਼ਰ ਰਜ਼ਾ ਦੀ ਕਰਨਾ ਤੇ ਫਿਰ ਕਿਉਂ ਮਸਲਾ ਹੁੰਦਾ? ਅੱਛਾ, ਮੇਰੀ ਗੱਲ ਕਰ। ਮੈਂ ਕਿਹੜੀ ਗੱਲ ਕੀਤੀ ਹੈ? ਉੱਥੇ ਜਦੋਂ ਮੁਬਸ਼ਰ ਰਜ਼ਾ ਨੇ ਕਿਹਾ ਸੀਗਾ ਤੇ ਉਹ ਜਿਹੜਾ ਮਲਕ ਕੈਸਰ ਸੀਗਾ ਉਹ ਤਸਬੀਹਾਂ ਪੜ ਰਿਹਾ ਸੀ ਅੱਗੋਂ। ਉਹਨੇ ਕੀ ਕਿਹਾ ਸੀ? ਉਹ ਯਾਰ ਬੰਦਾ ਜੋ ਮਰਜ਼ੀ ਕਹਿੰਦਾ ਰਵੇ, ਰਸੂਲ ਅੱਲਾਹ ਨੂੰ ਨੰਗੀ ਗਾਲ ਕੱਢੀਏ। ਅਲੀ ਅਕਬਰ ਦਾ ਦੋਨਾਂ ਦਾ ਤਕਾਬਲੀ ਜਾ ਸਕਦਾ। ਕੀ ਨੰਗੀ ਗਾਲ ਕੱਢੀ ਹੈ? ਮੈਂ ਆਪਣੀ ਗੱਲ ਕਰਨ ਡਿਆ। ਕੀ ਨੰਗੀ ਗਾਲ ਕੱਢੀ ਹੈ? ਨੰਗੀਆਂ ਗਾਲਾਂ ਤੂੰ ਵੀ ਕੱਢਦਾ ਰਿਹਾ ਕਿਤੇ। ਇੱਕ ਸਾਬਤ ਕਰ। ਹਜ਼ਾਰੋਂ ਤੇਰੀਆਂ ਰਿਕਾਰਡਿੰਗਾਂ ਮੈਂ ਕਹਿੰਦਾ ਇੱਕ ਰਿਕਾਰਡਿੰਗ ਸਾਬਤ ਕਰ ਦੇ ਕਿ ਜਿਹੜਾ ਮੈਂ ਕੋਈ ਗਾਲ ਕੱਢੀ ਹੋਈ। ਅਗਰ ਤੂੰ ਸ਼ਾਤਮੀਅਤ ਦਾ ਕੇਸ ਨਹੀਂ ਖੇਲਣਾ ਸੀਗਾ, ਅਗਰ ਤੂੰ ਸ਼ਾਤਮੀਅਤ ਦਾ ਕੇਸ ਨਹੀਂ ਖੇਲਣਾ ਸੀਗਾ, ਕੱਢ ਦੇ। ਮੇਰੀ ਗੱਲ ਤਾਂ ਸੁਣ ਲੈ ਨਾ, ਗੱਲ ਤਾਂ ਸੁਣਨਾ ਹੁਣ। ਗੱਲ ਸੁਣ, ਹੌਸਲਾ ਰੱਖ। ਹੌਸਲਾ ਹੀ ਹੈ, ਹੌਸਲਾ ਤੇਰੇ ਚੋਂ ਕੱਲ ਦਾ ਖਤਮ ਹੋ ਗਿਆ। ਉਹ ਕੀ ਕਹਿੰਦੇ ਨੇ ਉਹ ਨਾ, ਇਹ ਸਿਰਫ ਤੂੰ ਤਰਬੀਅਤ ਗੱਲ ਦੀ ਸ਼ੌਕ। ਜਦੋਂ ਅਲੀ ਅਕਬਰ ਜਦੋਂ ਸ਼ਾਤਮ ਨਹੀਂ ਸੀਗਾ ਤਾਂ ਬਾਜੀ ਸਫੀਆ ਕੋਲ ਕਿਉਂ ਗਿਆ ਸੀ? ਤਾਂ ਉੱਥੇ ਜਾ ਕੇ ਕਹਿ ਰਿਹਾ ਸੀ ਕਿ ਅਲੀ ਅਕਬਰ ਨੇ ਸ਼ਾਤਮੀਅਤ ਕੀਤੀ ਹੈ। ਇਹ ਮੈਂ ਨਹੀਂ ਕਿਹਾ। ਕੌਣ ਗਿਆ ਸੀ ਅਲੀ ਅਕਬਰ? ਮੈਂ ਨਹੀਂ ਕਿਹਾ। ਕੌਣ ਗਿਆ ਸੀ ਉੱਥੇ ਬਾਜੀ ਸਫੀਆ ਕੋਲ? ਨਹੀਂ ਕਿਹਾ ਇਹ ਗੱਲ। ਨਹੀਂ ਗਿਆ ਸੀ ਉੱਥੇ ਬਾਜੀ ਸਫੀਆ ਕੋਲ? ਨਹੀਂ, ਮੈਂ ਨਹੀਂ ਕਿਹਾ। ਰਿਕਾਰਡਿੰਗ ਦਿਓ, ਰਿਕਾਰਡਿੰਗ ਪੇਸ਼ ਕਰੋ। ਅੱਛਾ, ਰਿਕਾਰਡਿੰਗ ਪੇਸ਼ ਕਰੋ ਜੀ, ਰਿਕਾਰਡਿੰਗ ਪੇਸ਼ ਕਰੋ। ਵਾਹ ਵਾਹ ਯਾਰ, ਸ਼ਰਮ ਕਰੋ ਕੁਛ। ਸ਼ਰਮ ਸੈਫੀ ਤੈਨੂੰ ਆਣੀ ਚਾਹੀਦੀ ਹੈ ਕਿ ਕੱਲ ਦਾ ਦਮ ਲਾ ਲਿਆ ਕੋਲ ਜਾ ਕੇ ਤੇ ਕੀ ਕਰ ਲਿਆ? ਮੈਨੂੰ ਇਹ ਨਹੀਂ ਸਮਝ ਆਉਂਦੀ ਕਿਹੜੀ ਦਰਦ ਤੇਰੇ ਅੰਦਰੋਂ ਉੱਠ ਗਈ। ਹਜ਼ਰਤ ਮਸੀਹ ਮੌਦ ਨੂੰ ਵੀ ਜਾ ਕੇ ਤੂੰ ਕੱਲ ਗਾਲਾਂ ਕੱਢਵਾਈਆਂ। ਹਜ਼ਰਤ ਮਸੀਹ ਮੌਦ ਦਾ ਕਾਰਡ ਤੁਸੀਂ ਜਿਹੜਾ ਖੇਡਦੇ ਹੋ, ਇਹਦੇ ਨਾਲ ਕੀ ਫਾਇਦਾ? ਸ਼ਰਮ ਹਿਆ ਕਰ, ਕੋਈ ਹਿਆ ਸ਼ਰਮ ਕਰ। ਤੈਨੂੰ ਕਰਨੀ ਚਾਹੀਦੀ ਹੈ। ਪਰ ਕਿਹੜੇ ਤੂੰ ਜੱਟਾਂ ਦਾ ਮੁੰਡਾ, ਮੈਨੂੰ ਸਮਝ ਨਹੀਂ ਆਉਂਦੀ ਲਾ ਕੇ ਜਿਹੜਾ ਕਹਿੰਦਾ ਉਹ ਰਕਸ਼ਾ ਚਲਾਉਂਦਾ ਉਹ ਕੀ ਹੈ? ਮੈਂ ਕਹਿ ਰਿਹਾ ਕਿ ਯਾਰ ਮਤਲਬ ਰਕਸ਼ਾ ਚਲਾਉਂਦੇ ਆ, ਕੋਈ ਹੋਰ ਕੰਮ ਤੇ ਨਹੀਂ ਕਰਦੇ। ਮੈਂ ਉਹੀ ਕਹਿ ਰਿਹਾ ਨਾ ਕਿ ਜਦੋਂ ਤੁਸੀਂ ਗਾਲ ਕੱਢੋਗੇ ਤੈਨੂੰ ਕਿੱਥੋਂ ਪਤਾ ਲੱਗਾ? ਮੈਂ ਤੇ ਹਾਲ ਐਲਾਨ ਮੈਂ ਖੁਦ ਦੱਸਿਆ ਹੋਇਆ। ਇਹ ਚ ਕੀ ਹੈ? ਹਾਂ ਤਾਂ ਮੈਨੂੰ ਕਿਹੜਾ ਤੂੰ ਮੇਰਾ ਮਾਰ ਰਿਹਾ? ਇਹਦੇ ਚ ਕਿਹੜੀ ਗੱਲ ਹੋ ਗਈ? ਕਿਹੜਾ ਪ੍ਰੋਫੈਸਰ ਲੱਗਾ ਹੈ? ਇੱਕ ਛੋਟੇ ਜਿਹੇ ਮੈਡੀਕਲ ਸਟੋਰ ਤੇ ਤੂੰ ਜੌਬ ਕਰਨਾ ਹੈ, ਤੈਨੂੰ ਦਰਦ ਕਿਹੜੀ ਸ਼ਾਇਦ ਦੀ? ਤੈਨੂੰ ਤੂੰ ਗੱਲ ਕਰਨ ਡਿਆ ਵੇ ਕਿਹੜੀ ਸ਼ਾਇਦ ਦੀ ਦਰਦ ਹੈ? ਤੂੰ ਇਹ ਗੱਲ ਹੈ ਕਿ ਮੈਡੀਕਲ ਸਟੋਰ ਤੇ ਕੰਮ ਕਰਨ ਡਿਆ, ਗੱਲ ਕਰੋ ਨਾ ਜੀ। ਪ੍ਰੋਫੈਸਰ ਲੱਗਾ ਤੈਨੂੰ ਕਿਹੜੀ ਸ਼ਾਇਦ ਦਰਦ ਹੋ ਰਹੀ ਹੈ ਫਿਰ ਜਦੋਂ ਤੂੰ ਰਕਸ਼ਾ ਚਲਾਉਂਦਾ ਸੀ? ਇਹਦੇ ਚ ਕਿਹੜੀ ਸ਼ਾਇਦ ਦੀ ਦਰਦ? ਮੈਨੂੰ ਤੇ ਕੋਈ ਦਰਦ ਨਹੀਂ। ਦਰਦ ਤੈਨੂੰ ਹੋਣ ਡਈ ਏ, ਦਰਦ ਤੇਰੀ ਉੱਠਣ ਡਈ ਏ। ਠੀਕ ਹੈ, ਜਿਹੜਾ ਇੱਥੇ ਚੀਕ ਦੱਸਣ ਡਿਆ ਕਿਹੜੀ ਸ਼ਾਇਦ ਤੈਨੂੰ ਦਰਦ ਹੋ ਰਹੀ ਹੈ? ਅਸੀਂ ਤੇ ਕਦੀ ਇਸ ਚੀਜ਼ ਤੇ ਬਿਨਾਂ ਸਮਝੇ ਹੀ ਨਹੀਂ। ਹਰ ਕਿਸਮ ਦੀ ਮਿਹਨਤ, ਠੀਕ ਹੈ। ਤੈਨੂੰ ਸਿਰਫ ਰਕਸ਼ਾ ਚਲਾਉਂਦਾ ਸੀ ਚਿਹਰਾ ਤੈਨੂੰ ਦਿਖਾਉਣ ਡਿਆ ਕਿ ਜਿਹੜਾ ਲੋਕਾਂ ਦੇ ਸਾਹਮਣੇ ਤੂੰ ਕਹਿਣਾ ਕਿ ਮੈਂ ਬਹੁਤ ਫੰਨੇ ਖਾਵਾਂ, ਮੈਂ ਪਤਾ ਨਹੀਂ ਕਿੰਨਾ ਕੁਝ ਪੜ ਕੇ। ਯਾਰ ਮੈਂ ਮਾਵਾ ਭੈਣਾਂ ਨੂੰ ਗਾਲਾਂ ਦਿੰਦਾ ਕੱਢਦਾ ਲੋਕਾਂ ਦੀਆਂ ਨੂੰ। ਮੈਂ ਮਾਵਾ ਭੈਣਾਂ ਨੂੰ ਗਾਲਾਂ ਤੇ ਨਾ ਕਰਦਾ। ਛੋਟੇ ਜਿਹੇ ਮੈਡੀਕਲ ਸਟੋਰ ਤੇ ਤੂੰ ਉਸਤਾਦੇ ਮੁਹਤਰਮ ਨੂੰ ਗਾਲਾਂ ਕਿਉਂ ਨਾ ਕੱਢੀਆਂ? ਮੈਂ ਮਾਵਾ ਭੈਣਾਂ ਨੂੰ ਉਹ ਸਾਰਿਆਂ ਨੂੰ ਤੂੰ ਕੱਢੀਆਂ ਨੇ। ਤੂੰ ਕੱਲ ਤੂੰ ਲੈ ਕੇ ਮੀਰ ਲਤੀਫ ਸਾਹਿਬ ਨੂੰ ਤੇਰੀ ਨਾ ਗਾਲਾਂ ਕੱਢਦਾ ਯਾਰ। ਮੈਂ ਮੀਰ ਸਲੀਮ ਸਾਹਿਬ ਨੂੰ ਤੇਰੀ ਨਾ ਗਾਲ ਕੱਢੀ ਕੱਲ ਤੇ ਤੁਰ ਕੇ। ਕੱਲ ਤੂੰ ਮੈਂ ਯਾਰ ਮੀਰ ਅੰਸਰ ਰਜ਼ਾ ਸਾਹਿਬ ਨੂੰ ਤੇਰੀ ਨਾ ਗਾਲ ਕੱਢੀ। ਨਾ ਕੀਤਾ ਏ ਮੈਂ ਤੇ ਗਾਲਾਂ ਤੇਰੀ ਨਾ ਕੱਢੀਆਂ ਅਹਿਮਦੀਆਂ ਨੂੰ। ਮੈਂ ਤੇ ਅਹਿਮਦੀਆਂ ਨੂੰ ਤੇਰੀ ਨਾ ਗਾਲਾਂ ਕੱਢੀਆਂ। ਕਿਨੂੰ? ਆ ਜਿਹੜੇ 10 ਬੰਦਿਆਂ ਨੂੰ ਗਾਲ ਕੱਢਣਾ ਅਹਿਮਦੀ ਨਹੀਂ?
ਜੇ ਉਹ ਕਿਹਨਾਂ ਨੂੰ ਗਾਲ ਕੱਢੀ ਹੈ ਜੀ, ਦੱਸੋ ਨਾਮ ਲਿਓ ਕਿਹੜੇ ਅਹਿਮਦੀ ਨੂੰ ਗਾਲ ਜਾਨੀ ਕੱਢੀ? ਹੋ ਗਿਆ, ਜੱਟ ਲਾਲਪੁਰੀ ਹੋ ਗਿਆ, ਫਿਰ ਬਾਊ ਜੀ ਯਾਰ ਆਏ, ਜਦੋਂ ਉਹ ਅੱਛਾ ਸਾਰਿਆਂ ਨੂੰ ਜਿਹੜੇ ਨੇ ਉਹ ਅਹਿਮਦੀ ਤੇ ਨਹੀਂ ਨਾ। ਕਿਹੜੇ ਉਹਨਾਂ ਨੂੰ ਕਿਹੜੀ ਗਾਲ ਕੱਢੀ ਹੈ ਜੀ, ਦੱਸਿਓ ਜ਼ਰਾ। ਕੱਲ ਦੀਆਂ ਤੂੰ ਮਾਵਾਂ ਭੈਣਾਂ ਦੀਆਂ ਗੱਲਾਂ ਵੇਂ, ਕੱਲ ਦਾ ਤੂੰ ਪਤਾ ਨਹੀਂ ਪਾਗਲ ਹੋ ਗਿਆ, ਕੋਈ ਦਮ ਲਾ ਲੇ। ਕਿਹੜੀ ਮਾਂ ਭੈਣ ਦੀ ਗਾਲ? ਮਤਲਬ ਕੱਲ ਦਾ ਕੋਈ ਦਮ ਤੂੰ ਲਾ ਲਿਆ? ਦੱਸ ਤਾਂ ਸਹੀ ਨਾ ਯਾਰ, ਐਵੇਂ ਇੱਕ ਹੀ ਲਫ਼ਜ਼ ਬੋਲੀ ਜਾਂਦਾ, ਉਹ ਸੁਣ ਲਿਆ ਦਮ 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 ਹੀ ਲਾਇਆ ਨਾ ਕੱਲ ਦਾ, ਤੂੰ ਕੋਈ ਹੋਰ ਵੀ ਗੱਲ ਕਰ ਲੈ, ਕੋਈ ਹੋਰ ਵੀ ਗੱਲ ਕਰ ਲੈ, ਅੱਲਾ ਦੇ ਬੰਦਿਆ ਕੋਈ ਹੋਰ ਵੀ ਗੱਲ ਕਰ। ਕੱਢਣਾ ਦੰਦ ਕੱਢਣ ਤੋਂ ਹੋ ਤੇ ਜਾ ਪਹਿਲਾਂ ਬਦਮਾਸ਼ੀਆਂ ਕਰਨ ਨੇ, ਕਦੀ ਕਹਿੰਦਾ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ। ਬਈ ਗੱਲ ਸੁਣ, ਬੈਠਾ ਮੈਂ ਕੱਢ ਗਾਲਾਂ, ਕੱਢ ਲੈ, ਅੱਗੇ ਵੀ ਕੱਢੀ ਹੁਣ ਵੀ ਕੱਢ ਲੈ, ਕੱਢ ਨਾ ਕੱਢ ਨਾ ਗਾਲਾਂ, ਕੱਢ ਤੂੰ ਕੱਢ ਲੈ, ਤੂੰ ਅੱਗੇ ਵੀ ਕੱਢੀਆਂ ਨੇ, ਗਾਲ ਕੱਢੀ ਤੂੰ ਤਾਂ ਮੀਰ ਸਲੀਮ ਨੂੰ ਗਾਲਾਂ ਕੱਢੀਆਂ, ਮੀਰ ਲਤੀਫ ਨੂੰ ਕੱਢੀਆਂ, ਸਾਰੇ ਅਹਿਮਦੀਆਂ ਨੂੰ ਕੱਢੀਆਂ ਨੇ ਤੂੰ ਗਾਲਾਂ, ਸਾਰਿਆਂ ਨੂੰ ਮੈਂ ਕਹਿੰਦਾ ਕਿ ਤੁੰਨ ਯਾਰ ਤੇਰੇ ਕੋਲ ਕਾਢੀ ਕੋਈ ਨਹੀਂ, ਸਾਡੀ ਕਲੀਅਰ ਕੱਢ ਗਿਆ ਵੇ। ਕਿਹੜੇ ਅਹਿਮਦੀ ਨੂੰ ਤੂੰ ਗਾਲ ਨਹੀਂ ਕੱਢੀ, ਦੱਸ ਮੈਨੂੰ ਤੂੰ। ਮੈਂ ਇਹ ਕਹਿਣ ਡਿਆ ਕਿ ਤੂੰ ਜਿਹੜੀਆਂ ਮਾਵਾਂ ਭੈਣਾਂ ਕੱਲ ਕਰਨ ਡਿਆ, ਤੂੰ ਹਜ਼ਰਤ ਆਇਸ਼ਾ ਨੂੰ ਗਾਲਾਂ ਕੱਢਦਾ ਰਿਹਾ, ਤੂੰ ਨਬੀ ਪਾਕ ਨੂੰ ਗਾਲਾਂ ਕੱਢਦਾ ਰਿਹਾ, ਪੂਰੇ ਰੱਬੇ ਵਾਲਿਆਂ ਨੂੰ ਕਿਹਾ, ਹਾਲਾਂਕਿ ਨਾ ਅਲੀ ਅਕਬਰ ਰੱਬੇ ਦਾ ਨਾਮ ਹੈ, ਰੱਬੇ ਦਾ ਨਹੀਂ ਤੇ ਤੂੰ ਨਬੀ ਪਾਕ ਨੂੰ ਗਾਲਾਂ ਕੱਢਦਾ ਰਿਹਾ। ਗੱਲ ਕੀਤੀ ਤੈਨੂੰ ਸ਼ਰਮ ਆਣੀ ਚਾਹੀਦੀ ਹੈ। ਤੇਰੀ ਕਿਸ ਗੱਲ ਦੀ ਸ਼ਰਮ ਆਣੀ ਚਾਹੀਦੀ ਹੈ? ਕਿਸ ਗੱਲ ਦੀ ਚਾਹੀਦਾ ਕਿ ਤੂੰ ਰੱਬੇ ਵਾਲਿਆਂ ਨੂੰ ਕਿਸ ਗੱਲ ਦੀ ਸ਼ਰਮ ਆਣੀ ਚਾਹੀਦੀ ਹੈ ਕਿ ਉਹ ਇੱਕ ਅਲੀ ਅਕਬਰ ਉਹ ਸਾਨੂੰ ਬਾਅਦ ਚ ਪਤਾ ਲੱਗਾ ਕਿ ਵਾਕਿਆ ਦਾ ਮਸਲਾ ਤੂੰ ਪੂਰੇ, ਮੈਂ ਕਹਿੰਦਾ ਕਿ ਵਾਕਿਆ ਦਾ ਮਸਲਾ ਕੀ ਤੁਸੀਂ ਜਿਹੜੇ ਪੂਰੇ ਮਿਊਟ ਲਾ ਲਓ ਨਾ, ਇਹ ਬੰਦਾ ਦੁਨੀਆ ਦੇ ਤੁਸੀਂ ਪੂਰੇ ਦੁਨੀਆ ਦੇ ਅਹਿਮਦੀਆਂ ਨੂੰ ਗਾਲਾਂ ਕੱਢ ਰਹੇ ਹੋ, ਪੂਰੇ ਦੁਨੀਆ ਦੇ ਅਹਿਮਦੀਆਂ ਨੂੰ ਕੀ ਕਰ ਰਹੇ ਹੋ ਤੁਸੀਂ? ਪੂਰੀ ਦੁਨੀਆ ਦੇ ਹਜ਼ਰਤ ਮਸੀਹ ਮਊਦ ਦੇ ਹਜ਼ੂਰ ਅਸਲ ਦਾ ਜ਼ਿਕਰ ਕਰ ਰਹੇ ਹੋ, ਠੀਕ ਕਰ ਰਹੇ ਹੋ? ਉਹ ਸਾਬਤ ਕਰ। ਹਜ਼ਰਤ ਮਸੀਹ ਮਊਦ ਦੇ ਹਜ਼ੂਰ ਨਸਲ ਦਾ ਜ਼ਿਕਰ ਕਰ ਰਹੇ ਹੋ, ਠੀਕ ਕਰ ਰਹੇ ਹੋ? ਮੈਂ ਕਹਿੰਦਾ ਰਿਕਾਰਡਿੰਗ ਨਬੀ ਨੂੰ ਰੰਡੀ ਦਾ ਬੱਚਾ ਕਹਿਣਾ ਠੀਕ ਕਰ ਰਹੇ ਹੋ ਤੁਸੀਂ, ਰੰਡੀ ਦਾ ਬੱਚਾ ਕਹਿਣਾ ਠੀਕ ਕਰ ਰਹੇ ਹੋ ਤੁਸੀਂ? ਉਹ ਰਿਕਾਰਡਿੰਗ ਸ਼ਾਤਮ ਕਹੇਗਾ ਅਗਲੇ ਨੂੰ ਸ਼ਾਤਮ, ਨਹੀਂ ਰੰਡੀ ਦਾ ਬੱਚਾ ਕਹਿਣਾ ਠੀਕ ਕਰ ਰਹੇ ਹੋ ਤੁਸੀਂ, ਦੱਸੋ ਮੈਨੂੰ ਸਹੀ ਕਰ ਰਹੇ ਹੋ ਤੁਸੀਂ? ਹਜ਼ਰਤ ਮਸੀਹ ਮਊਦ ਦੇ ਕਹਿਣਾ ਕਿ ਹਜ਼ੂਰ ਨਸਲ ਤੇ ਚੜ ਜਾਓ, ਠੀਕ ਗੱਲ ਸੀਗੀ? ਕੀ ਗਲਤ ਗੱਲ ਸੀ? ਗਲਤ ਗੱਲ ਸੀ, ਗਲਤ ਗੱਲ ਦੁਨੀਆ ਦੇ ਅਹਿਮਦੀਆਂ ਨੂੰ ਗਾਲਾਂ ਉਹ ਗਲਤ ਗੱਲ ਸੀ ਨਾ, ਗਲਤ ਗੱਲ ਸੀ ਤੇ ਮੰਨ ਗਿਆ ਤੂੰ, ਫਿਰ ਹੋਰ ਪਿੱਛੇ ਰਹਿ ਕਿਹੜੀ ਮੰਨ ਗਿਆ? ਕਿਦਾਂ ਨਹੀਂ ਮੰਨਿਆ? ਹੁਣ ਤੂੰ ਮੰਨ ਗਿਆ ਕਿ ਆਹ ਗਲਤ ਗੱਲ ਸੀ। ਇਹੀ ਗੱਲ ਜਾ ਕੇ ਤੂੰ ਬਾਜੀ ਸਫੀਆ ਕੋਲ ਵੀ ਮੰਨੀ ਸੀ, ਸੁਣ ਜਾ ਕੇ ਇਹੀ ਗੱਲ ਤੂੰ ਬਾਜੀ ਸਫੀਆ ਕੋਲ ਵੀ ਜਾ ਕੇ ਮੰਨੀ ਸੀ ਆਪਣੀ ਬਾਜੀ ਕੋਲ। ਭਾਈ ਅਸੀਂ ਤੁਹਾਡੇ ਵਾਂਗਰੇ ਦੋਗਲੇ ਨਹੀਂ ਹੈ, ਜ਼ਿਕਰ ਦੇ ਵੀ ਤੈਨੂੰ ਇਹੀ ਜ਼ਲੀਲ ਕੀਤਾ, ਉਹੀ ਗੱਲ ਕਰਨ ਡਿਆ ਨਾ। ਤੂੰ ਦੋਗਲਾ ਨਹੀਂ ਹੈਗਾ, ਚਿਹਰਾ ਵਿਖਾਣ ਗਿਆ ਸੀ ਨਾ, ਤੂੰ ਦੋਗਲਾ ਨਹੀਂ ਹੈਗਾ, ਉਹਨੂੰ ਵੀ ਇਹੀ ਚਿਹਰਾ ਵਿਖਾਣ ਗਿਆ, ਉਹ ਤੂੰ ਦੋਗਲਾ ਨਹੀਂ ਗਿਆ। ਉਹ ਭਾਈਜਾਨ ਤੁਸੀਂ ਇਹੀ ਗੱਲ ਤੇ ਮੈਂ ਉੱਥੇ ਕਰਨ ਡਿਆ ਸਾਂ ਕਿ ਉਹ ਚਾਹੇ ਅਹਿਮਦ ਹੈ ਚਾਹੇ ਗੈਰ ਅਹਿਮਦ ਨਹੀਂ ਹੈਗੇ, ਖਾਤਮ ਹੁਣ ਖਾਤਮ ਲੱਗੇਗਾ, ਉਹਨੂੰ ਵੀ ਤੇ ਇਹੀ ਕਹਿਣ ਗਿਆ ਕਿ ਤੁਸੀਂ ਦੋਗਲੇ ਨਹੀਂ ਹੈਗੇ, ਤੁਸੀਂ ਦੋਗਲੇ ਨਹੀਂ ਭਾਈਜਾਨ, ਤੁਸੀਂ ਦੋਗਲਾਪਨ ਨਹੀਂ ਹੁੰਦਾ ਨਾ, ਤੂੰ ਦੋਗਲਾ ਨਹੀਂ ਹੈਗਾ, ਤੁਸੀਂ ਚੀਕੇ ਹੋ ਇੱਕ ਬੰਦੇ ਦੀ ਛਾਤਮੀਅਤ ਦੇ ਉੱਤੇ, ਤੂੰ ਦੋਗਲਾ ਨਹੀਂ ਨਾ ਹੈਗਾ, ਉਹ ਨਜ਼ਰ ਆ ਰਿਹਾ ਕੌਣ ਦੋਗਲਾ ਵੇ? ਉਹ ਤੂੰ ਉਸਤਾਦ ਮੋਹਤਰਮ ਕਹਿੰਦਾ ਸੀ ਮੀਰ ਸਲੀਮ ਨੂੰ, ਉਸਤਾਦ ਮੋਹਤਰਮ ਕਹਿੰਦਾ ਸੀ ਮੀਰ ਸਲੀਮ ਨੂੰ, ਉਹਨੂੰ ਗਾਲਾਂ ਕੱਢੀਆਂ ਨੇ ਤੂੰ ਮੀਰ ਸਲੀਮ ਨੂੰ? ਮੈਂ ਕੱਢੀਆਂ ਨੇ? ਹਾਂ ਹੋਰ ਕਿਨੇ ਕੱਢੀਆਂ ਨੇ? ਉਹ ਯਾਰ ਇੱਕ ਕਾਰਡ ਖੇਡ ਜਾ ਕੇ ਉਸਤਾਦ ਮੋਹਤਰਮ ਕਹਿ ਕੇ ਤੂੰ ਗਾਲਾਂ ਕੱਢਦਾ ਰਿਹਾ ਉੱਥੇ ਬਹਿ ਕੇ, ਮੀਰ ਲਤੀਫ ਨੂੰ, ਮੀਰ ਸਲੀਮ ਨੂੰ, ਸਾਰੇ ਮੈਂ ਕੱਢੀਆਂ ਨੇ, ਸਾਰੇ ਅਹਿਮਦੀਆਂ ਨੂੰ ਤੂੰ ਗਾਲਾਂ ਕੱਢਦਾ ਰਿਹਾ। ਡਾਕਟਰ ਜ਼ਕਰੀਆ ਨੂੰ ਕਿਹਨੇ ਗਾਲਾਂ ਕੱਢੀਆਂ ਸਨ? ਮੈਂ ਮੀਰ ਸਲੀਮ ਔਰ ਡਾਕਟਰ ਜ਼ਕਰੀਆ ਨੂੰ ਕਿਹਨੇ ਗਾਲਾਂ ਕੱਢੀਆਂ ਸਨ? ਗੱਲ ਤੂੰ ਕਰਨਾ ਹੈ, ਡਾਕਟਰ ਜ਼ਕਰੀਆ ਨੂੰ ਕਿਹਨੇ ਗਾਲਾਂ ਕੱਢੀਆਂ ਸਨ? ਯਾਰ ਮੈਂ ਜਿੰਨੂੰ ਵੀ ਕੱਢੀਆਂ ਨੇ ਕਾਲ ਕਰਕੇ ਕਿਹਨੂੰ ਧਮਕਾਇਆ ਸੀ? ਡਾਕਟਰ ਜ਼ਕਰੀਆ ਨੂੰ ਕਿਉਂ ਧਮਕਾਇਆ ਸੀਗਾ? ਤੈਨੂੰ ਮੈਂ ਕਿਉਂ ਦੱਸਾਂਗਾ ਕਿਉਂ ਕੱਢੀ? ਕਿਉਂ ਉਹਦੇ ਮੁਹੱਲੇ ਦਾ ਨਾਮ ਲਿਆ ਸੀ ਡਾਕਟਰ ਜ਼ਕਰੀਆ ਦੇ? ਦੱਸ ਗੱਲ ਦੀ ਜਿਹੜੀ ਤੇਰੀ ਦਰਦ ਮੁੱਕਣੀ ਨਹੀਂ। ਤੂੰ ਕਹਿ ਰਿਹਾ ਅਹਿਮਦੀਆਂ ਨੂੰ ਗਾਲਾਂ, ਤੂੰ ਕਿਸੇ ਅਹਿਮਦੀ ਨੂੰ ਛੱਡਿਆ ਨਹੀਂ, ਦਰਦ ਤੇਰੇ ਅੰਦਰ ਉੱਠੀ ਹੈ, ਤੂੰ ਕਿਸੇ ਅਹਿਮਦੀ ਨੂੰ ਛੱਡਿਆ ਨਹੀਂ, ਅੱਲਾ ਦੇ ਬੰਦਿਆ, ਤੂੰ ਸਾਰੇ ਅਹਿਮਦੀਆਂ ਨੂੰ ਗਾਲਾਂ ਕੱਢੀਆਂ ਨੇ, ਤੂੰ ਅੰਬਿਆ ਨੂੰ ਨਹੀਂ ਛੱਡਿਆ, ਰਸੂਲ ਤੂੰ ਤਾਂ ਖਲੀਫਾ ਨੂੰ ਨਹੀਂ ਛੱਡਿਆ, ਅਹਿਮਦੀਆਂ ਦੀ ਨਬੀ ਉਹ ਮੈਂ ਕਿਹਾ ਨਬੀ ਮੈਂ ਕਿਹਾ ਨਬੀ ਨੂੰ, ਮੈਂ ਨਬੀ ਨੂੰ ਕਿਹਾ ਰੰਡੀ ਦਾ ਬੱਚਾ, ਉਹ ਕਹਿ ਰਿਹਾ ਅਲੀ ਅਕਬਰ ਕਹਿ ਰਿਹਾ। ਉਹ ਬਾਈ ਤੂੰ ਕੱਲ ਕਿਹਾ ਅਲੀ, ਓਏ ਅਲੀ ਅਕਬਰ ਕਹਿ ਰਿਹਾ, ਕਹਿੰਦਾ ਉਹ ਯਾਰ ਸ਼ਰਮ ਕਰ ਯਾਰ ਕੁਛ ਯਾਰ, ਉਹ ਲਾਇਓ ਯਾਰ ਮੈਸੇਜ ਲਾਇਓ ਯਾਰ ਇਹਦਾ, ਇਹਦਾ ਮੈਸੇਜ ਲਾਇਓ ਯਾਰ, ਕਿਹੜੇ ਮੂੰਹ ਦੇ ਨਾਲ ਅਲੀ ਅਕਬਰ ਦਾ ਮੈਸੇਜ ਲਾਇਓ ਭਾਈਜਾਨ ਜ਼ਰਾ, ਤਾਹਰ ਭਾਈ ਮੈਂ ਇਹ ਕਹਿ ਰਿਹਾ ਕਿ ਮੈਸੇਜ ਲਾ ਦੇਵੇ, ਲਾ ਦੇਵੇ, ਉਹਦੇ ਨਾਲ ਕੀ ਹੋਏਗਾ? ਮੈਂ ਕਿਹਾ ਉਹ ਮੇਰੇ ਕੋਲ ਰਿਕਾਰਡਿੰਗ ਮੌਜੂਦ ਹੈ, ਕਹਿੰਦਾ ਨਾਲ ਕੀ ਹੋਏਗਾ? ਸ਼ਾਤਮ ਹੁਣ ਦੂਜੇ ਸ਼ਾਤਮ ਨੂੰ ਕਹੇਗਾ। ਉਹ ਅਲੀ ਅਕਬਰ ਕਹਿੰਦਾ ਹੈ ਕਿ ਮੈਂ ਰੋਜ਼ਾ ਰਸੂਲ ਦੇ ਉੱਤੇ ਮੂਤਰ ਕਰਾਂ। ਉਹ ਯਾਰ ਮੈਂ ਕਹਿਣ ਡਿਆ ਵਾਂ ਕਿ ਰਿਕਾਰਡਿੰਗ ਲਾਓ ਨਾ। ਉਹ ਮੈਂ ਕਵਾਂ, ਮੈਂ ਐਡੀ ਵੱਡੀ ਗੱਲ ਕਰ ਸਕਦਾ ਕੋਈ ਬੰਦਾ? ਮੈਂ ਕਵਾਂ ਰਸੂਲ ਅੱਲਾਹ ਤੇ ਤੂੰ ਆਮਦੀ ਬੰਦਾ ਕਹਿ ਸਕਦਾ ਹੈ ਹਜ਼ਰਤ ਮਸੀਹ ਮੌਦ ਨੂੰ ਮੰਨਣ ਵਾਲਾ, ਅਲੀ ਅਕਬਰ ਚ ਤੇਰੇ ਚ ਫਰਕ ਓਏ ਹਜ਼ਰਤ ਮਸੀਹ ਮੌਦ ਨੂੰ ਮੰਨਣ ਵਾਲਾ ਕਹਿ ਸਕਦਾ ਕਿ ਮੈਂ ਰੋਜ਼ਾ ਰਸੂਲ ਦੇ ਉੱਤੇ, ਗੁਲਾਮ ਨੇ ਰਸੂਲ ਅੱਲਾਹ ਉਹ ਰੋਜ਼ਾ ਰਸੂਲ ਦੇ ਉੱਤੇ ਕੋਈ ਮੂਤਰ ਕਰਨ ਦੀ ਗੱਲ ਕਰ ਸਕਦਾ? ਮੈਂ ਕਹਿਣ ਡਿਆ ਕਿ ਰੋਜ਼ਾ ਰਸੂਲ ਜਿਹੜਾ ਤੂੰ ਆਮਦੀਆਂ ਨੂੰ ਗਾਲਾਂ ਕੱਢ ਰਿਹਾ, ਉਹ ਨਬੀਆਂ ਨੂੰ ਗਾਲਾਂ ਕੱਢ ਰਿਹਾ, ਗੱਡੀਆਂ ਇਹ ਦੇਖ ਮੈਸੇਜ ਕਹਿੰਦਾ ਸੱਲਮ ਨੂੰ ਜੇ ਤੂੰ ਗੁਨਾਹ ਦਾ ਇਲਜ਼ਾਮ ਲਾਵੇਂ ਤੇ ਵੱਡਾ ਬਾਤ ਹੋ ਸਕਦਾ ਹੈ। ਅੱਛਾ ਇਹ ਨੋ ਵਰਡ ਜਿਹੜਾ ਹੈਗਾ ਇਹ ਕਹਿ ਰਿਹਾ ਕਿ तुम्हारा नबी रंडी का बच्चा है।
जान जना कहना ਇਹ ठीक है ਜਿਹੜਾ कहना ठीक है। कल कह रहा ਜੱਟ ਸਾਹਿਬ ਇਹ ਤੇਰੇ ਸਾਹਮਣੇ ਮੈਸੇਜ ਲਾ ਦਿੱਤਾ ਮੈਸੇਜ ਲਾ ਉਹ ਦਿੱਤਾ ਭਾਈ ਤੇਰੇ ਸਾਹਮਣੇ ਗੱਲ ਇਹ ਵੇ ਕਿ ਜਿਹੜਾ ਤੂੰ ਕੱਲ ਵੀ ਉਹ ਕਿਹਾ ਰੋਜ਼ਾ ਵੇ ਕਿ ਰਸੂਲ ਕਹਿੰਦਾ ਮੈਂ ਰੋਜ਼ਾ ਰਸੂਲ ਦੇ ਉੱਤੇ ਵੀ ਮੁੱਤਰ ਕਰਦਾ ਉਹ ਠੀਕ ਕਰ ਰਿਹਾ ਤੈਨੂੰ ਸ਼ਰਮ ਆਉਣੀ ਉਹ ਚਾਹੀਦੀ ਕਿਹੜੀ ਉਹ ਖਿਦਮਤ ਕਰ ਰਿਹਾ ਹਾਫਿਜ਼ ਉਹ ਭਾਈ ਕੁਰਾਨ ਤੂੰ ਕਹਿ ਰਿਹਾ ਕਿਹੜੀ ਕਿ ਮੈਂ ਖਿਦਮਤ ਰੋਜ਼ਾ ਕਰਨਾ ਰਸੂਲ ਕੇ ਉੱਪਰ ਮੁੱਤਰ ਇੱਕ ਕਰ ਦੂੰਗਾ ਸ਼ਾਤਮ ਦੂਜੇ ਸ਼ਾਤਮ ਦੀ ਕਿਵੇਂ ਗੱਲ ਉਹ ਕਰ ਭਾਈ ਉਹ ਸਕਦਾ ਕੀ ਕੋਈ ਸ਼ਾਤਮੀਅਤ ਐਵੇਂ ਸ਼ਾਤਮੀਅਤ ਤੇਰੇ ਸਾਹਮਣੇ ਮੈਸੇਜ ਲਾ ਹੈਗਾ ਦਿੱਤਾ ਨਾ ਉਹ ਤੂੰ ਵੀ ਸ਼ਾਤਮ ਹੈ ਮੇਰੀ ਸ਼ਾਤਮੀਅਤ ਤੂੰ ਸਾਬਤ ਕਰ ਗੰਦੀਆਂ ਗਾਲਾਂ ਕੱਢੀਆਂ ਹੋਈਆਂ ਨੇ ਸਾਰੇ ਸਾਬਤ ਅਹਿਮਦੀਆਂ ਕਰ। ਨੂੰ ਹਾਂ ਤੇ ਸਾਰੇ ਗੱਲ ਅਹਿਮਦੀਆਂ ਨੂੰ ਗੰਦੀਆਂ ਗਾਲਾਂ ਮੈਂ ਕੱਢੀਆਂ ਕਹਿੰਦਾ ਸਾਬਤ ਕਰਨਾ ਕਿਹੜੀ ਤੂੰ ਸ਼ਾਤਮੀਅਤ ਖਲੀਫਾ ਸਾਹਿਬ ਨੂੰ ਗੰਦੀਆਂ ਗਾਲਾਂ ਕੱਢੀਆਂ ਨੇ ਮੈਂ ਕਹਿੰਦਾ ਤੂੰ ਸਾਬਤ ਕਰ ਤੂੰ ਕਿਹੜੇ ਅਹਿਮਦੀ ਨੂੰ ਗਾਲਾਂ ਨਹੀਂ ਕੱਢੀਆਂ ਕੋਈ ਫਾਇਦਾ ਨਹੀਂ ਹੋਣਾ ਸਾਬਤ ਕਰ ਤੂੰ ਨਬੀ ਤੇਰੀ ਤਾਂ ਪਾਕ ਨੂੰ ਗਾਲਾਂ recording ਕੱਢੀਆਂ ਹੈ। ਤੂੰ ਹਜ਼ਰਤ ਆਇਸ਼ਾ ਨੂੰ ਗਾਲਾਂ ਤੇਰਾ ਤੇ ਕੱਢੀਆਂ ਤੂੰ ਉਹਦੇ message ਬੱਚਿਆਂ ਨੂੰ ਗਾਲਾਂ ਕੱਢੀਆਂ ਨੇ ਠੀਕ ਹੈ ਤੇਰਾ ਤੇ ਤੂੰ ਮੈਸੇਜ ਹਜ਼ਰਤ ਅਲੀ ਨੂੰ ਗਾਲਾਂ ਨਹੀਂ ਕੱਢੀਆਂ ਕਿਸੇ ਸ਼ਾਹ ਨੂੰ ਛੱਡਿਆ ਹੀ ਨਹੀਂ ਤੂੰ ਹਜ਼ਰਤ ਅਲੀ ਨੂੰ ਗਾਲਾਂ ਨਹੀਂ ਕੱਢੀਆਂ ਨਹੀਂ ਕੱਢੀਆਂ ਅਹਿਮਦ ਜੱਟ ਸਾਹਿਬ ਰਮਜ਼ਾਨ ਤੋਂ ਬਾਅਦ ਸਾਰੀਆਂ ਰਿਕਾਰਡਿੰਗਾਂ ਚਲਾ ਦਾਂਗੇ ਕਿਹੜੇ ਨਬੀ ਨੂੰ ਵੀ ਤੂੰ ਕਿਸੇ ਸਾਹਬਾ ਨੂੰ ਨਹੀਂ ਛੱਡਿਆ ਤੂੰ ਨਹੀਂ ਤੂੰ ਕੱਢਿਆ ਹਜ਼ਰਤ ਉਸਮਾਨ ਨੂੰ ਗਾਲਾਂ ਕੱਢੀਆਂ ਨੇ ਤੂੰ ਹਜ਼ਰਤ ਉਮਰ ਨੂੰ ਗਾਲਾਂ ਕੱਢੀਆਂ ਨੇ ਤੂੰ ਹਜ਼ਰਤ ਅਬੂ ਬਕਰ ਨੂੰ ਗਾਲਾਂ ਕੱਢੀਆਂ ਨੇ ਕਹਿੰਦਾ ਰਹਿ ਤੂੰ ਸਾਰਿਆਂ ਨੂੰ ਕੱਢੀਆਂ ਨੇ ਲੋਕਾਂ ਨੂੰ ਪਤਾ ਹੈ ਤੇਰੇ ਸਾਹਮਣੇ ਲੋਕਾਂ ਨੂੰ ਤੂੰ ਵੀ ਪਤਾ ਕਹਿ ਸ਼ਾਤਮ ਕੌਣ ਹੈ ਉਹ ਬਈ ਤੂੰ ਵੀ ਤਾਂ ਕਹਿ ਤੈਨੂੰ ਕੱਲ ਸਿੱਕਰ ਨੇ ਕਿਹਾ ਨਹੀਂ ਕਿ ਸ਼ਾਤਮ ਜ਼ਲੀਲ ਬਗੈਰ ਦਿਨ ਥੱਲੇ ਲਾ ਉਹਨੂੰ ਉੱਤੇ ਚੱਕਿਆ ਕਿਹਾ ਨਾ ਲੋਕਾਂ ਨੇ ਕਿਹਾ ਨਾ ਇਹ ਨਹੀਂ ਕਿਹਾ ਸਿੱਕਰ ਲੋਕਾਂ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਨਹੀਂ ਉਹਨੇ ਇਹ ਨਹੀਂ ਕਿਹਾ ਉਹਨੇ ਕਿਹਾ ਕਿ ਉਹਨੂੰ ਡਿਫੈਂਡ ਕਰ ਰਿਹਾ ਮੈਂ ਕਿਹਾ ਮੈਂ ਲੋਕਾਂ ਵਿੱਚ ਆਉਂਦਾ ਜਾਂ ਨਹੀਂ